ਅੱਜ ਬਾਦਲ 5.25 ਲੱਖ ਪੈਨਸ਼ਨ ਲੈਂਦਾ, ਭੱਠਲ 3.5 ਲੱਖ ਪੈਨਸ਼ਨ ਲੈਂਦੀ ਆ। ਦੰਦਾ ਕੌਣ ਆ? ਪੰਜਾਬ ਦੇ ਲੋਕ ਦੰਦੇ ਆ। ਜਿਹਨੂੰ ਕੇਜਰੀਵਾਲ ਨੇ ਪਹਿਲਾਂ ਟਿਕਟ ਦਿੱਤੀ ਅਗਲਾ ਸਕਾ ਉਹਦਾ ਹੋਊ। ਜੇ ਲੋਕੋ ਤੁਸੀਂ ਟਿਕਟ ਦਿਓਗੇ ਆਪਦੇ ਵਿੱਚੋਂ ਬੰਦੇ ਨੂੰ, ਉਹ ਫੇਰ ਤੁਹਾਡਾ ਸਕਾ ਹੋਊ। ਕੋਈ ਕਲਾਕਾਰ ਘੈਂਟ ਜੀ ਗੱਲ ਕਰ ਦਿੰਦਾ, ਲੋਕ ਸੋਚਦੇ ਆ ਘੈਂਟ ਗੱਲਾਂ ਕਰਦਾ ਇਹ ਪੰਜਾਬ ਬਚਾਊ, ਪਰ ਉਹ ਕੱਲੀਆਂ ਗੱਲਾਂ ਕਰਨ ਵਾਲੇ ਉਹ ਕਰ ਕੁਛ ਨਹੀਂ ਸਕਦੇ, ਕਿਉਂਕਿ ਉਹਨਾਂ ਦੇ ਕਿਰਦਾਰ ਨਹੀਂ ਹੈਗੇ। ਤਾਂ ਜੇ ਪਿੰਡਾਂ ਦੇ ਬਾਹਰ ਬੋਰਡ ਤਾਂ ਲਾਈ ਜਾਂਦੇ ਆ ਅਸੀਂ ਕਿ ਸਾਡੇ ਪਿੰਡਾਂ 'ਚ ਕੋਈ ਸਿਆਸੀ ਬੰਦਾ ਨਾ ਵੜੇ, ਇਸ ਗੱਲ ਤੇ 2022 ਤੱਕ ਖੜ ਜਿਓ। ਨਵਜੋਤ ਸਿੱਧੂ ਨੇ 2 ਸਾਲ ਕੀ ਆ ਚੋਰਾਂ ਦਾ ਬਰਾਤੀ ਬਣ ਕੇ ਦੇਖ ਲਿਆ, ਮੰਤਰੀ ਰਹਿ ਗਿਆ। ਕੀ ਉਹਨੇ ਪੰਜਾਬ ਬਚਾ ਲਿਆ? ਹੁਣ ਮੈਂ ਕਹਿਣਾ ਬੇਸ਼ੱਕ ਉਹ ਚੋਰਾਂ ਦਾ ਪ੍ਰਾਹੁਣਾ ਬਣ ਜੇ, ਮਤਲਬ ਕਿ ਮੁੱਖ ਮੰਤਰੀ ਬਣਾ ਦੇਣ, ਜਿਵੇਂ ਹੁਣ ਚੱਲ ਰਹੀ ਹੈ ਸਕੀਮ ਇਹਨਾਂ ਦੀ, ਉਹਨੂੰ ਮੁੱਖ ਮੰਤਰੀ ਬਣਾ ਦੇਣ, ਉਹ ਪੰਜਾਬ ਨੂੰ ਫੇਰ ਵੀ ਨਹੀਂ ਬਚਾ ਸਕਦਾ। ਆਪ ਦਾ ਇਨਕਲਾਬ ਫੇਲ ਹੋਣ ਦਾ ਕਾਰਨ ਇਹ ਹੈ ਕਿ ਟਿਕਟਾਂ ਮੁੱਲ ਵਿਕੀਆਂ। ਅਸੀਂ ਸਾਰੇ ਜਜ਼ਬਾਤੀ ਲੋਕਾਂ ਨੇ ਉਹਨਾਂ ਦਾ ਸਾਥ ਦਿੱਤਾ, ਪਰ ਕੀ ਆ ਉਹਨਾਂ ਨੇ ਜਿਹੜੀ ਸਾਡੇ ਨਾਲ ਕੀਤੀ ਸਾਰਿਆਂ ਨੂੰ ਪਤਾ, ਕਿਉਂਕਿ ਇਨਕਲਾਬ ਬਣਾਉਟੀ ਸੀ। ਅੱਜ ਪੰਜਾਬ ਦੇ ਲੋਕਾਂ ਨੂੰ ਛਿੱਤਰ ਕਰੜਾ ਕਰਨਾ ਪਊ, ਤੁਹਾਡਾ ਆਗੂ ਵੇਖ ਕੇ ਦਿਖਾਵੇ। ਤਾਂ ਕਿਸੇ ਵੀ ਪਾਰਟੀ ਨੂੰ ਨਾ ਫੰਡ ਨਹੀਂ ਮਿਲਿਆ ਹੋਣਾ ਜਿੰਨਾ ਆਮ ਆਦਮੀ ਪਾਰਟੀ ਨੂੰ ਲੋਕਾਂ ਨੇ ਦਿੱਤਾ। ਕਿ ਅਸੀਂ ਅੱਜ ਵੋਟਾਂ ਕਿਉਂ ਪਾ ਦਿੰਦੇ ਆ ਵੀ ਫਲਾਨਾ ਲੀਡਰ ਸਾਡੇ ਭੋਗ ਤੇ ਆਇਆ ਸੀ? ਯਾਰ ਇਹ ਕੋਈ ਪ੍ਰਾਪਤੀ ਆ? ਸਾਨੂੰ ਚਾਹੀਦਾ ਕਿ ਆ ਵੀ ਸਾਡੇ ਧੀਆਂ ਪੁੱਤਾਂ ਨੂੰ ਬਚਾਉਣ ਵਾਸਤੇ ਤੂੰ ਕੀ ਨੀਤੀ ਘੜੀ ਆ, ਸਾਨੂੰ ਉਹ ਦੱਸ। ਲੋਕ ਨਹੀਂ ਬਕਾਊ। ਜੇ ਲੋਕ ਬਕਾਊ ਹੁੰਦੇ ਬਾਈ ਜੀ 2014 'ਚ 4 ਮੈਂਬਰ ਪਾਰਲੀਮੈਂਟ ਆਪ ਨਹੀਂ ਜਿੱਤਦੀ ਸੀ। ਇਦੋਂ ਪਹਿਲਾਂ ਸਿਆਸਤ ਕੀ ਆ, ਨੌਕਰ ਤੈਅ ਕਰਦਾ ਮੈਂ ਮਾਲਕ ਨੂੰ ਕੀ ਦੇਣਾ। ਮੈਂ ਕਹਿਣਾ ਅੱਜ ਪੰਜਾਬ ਦੇ ਲੋਕ ਤੈਅ ਕਰਨਗੇ ਕਿ ਸਾਨੂੰ ਕੀ ਚਾਹੀਦਾ, ਸਾਨੂੰ ਨੌਕਰ ਤੋਂ ਕੰਮ ਲੈਣਾ ਆਉਣਾ ਚਾਹੀਦਾ। ਇਹ ਲੋਕ, ਸਿਆਸੀ ਲੋਕ ਸਾਡੇ ਨੌਕਰ ਆ। ਸਤਿ ਸ਼੍ਰੀ ਅਕਾਲ, ਆਰਐਮਬੀ ਟੈਲੀਵਿਜ਼ਨ ਦੇਖ ਰਹੇ ਹੋ ਤੁਸੀਂ। ਮੈਂ ਹਾਂ ਜਸ ਕਰੇਵਾਲ। ਰਾਜ ਬਰਾੜ ਸਾਹਿਬ ਦੀਆਂ ਬੜੀਆਂ ਖੂਬਸੂਰਤ ਲਾਈਨਾਂ ਨੇ, ਉਹਨਾਂ ਦੀ ਆਵਾਜ਼ ਦੇ ਵਿੱਚ ਰਿਕਾਰਡ ਹੁੰਦੀਆਂ ਨੇ ਕਿ ਝੂਠੇ ਵਾਅਦੇ ਦੇਣ ਵੋਟਾਂ ਲੈਣ ਆਉਣਗੇ, ਹੁਣ ਕੀੜੀਆਂ ਦੇ ਘਰਾਂ 'ਚ ਨਰੈਣ ਆਉਣਗੇ, ਹੁਣ ਕੀੜੀਆਂ ਦੇ ਘਰਾਂ 'ਚ ਨਰੈਣ ਆਉਣਗੇ। ਕਿਉਂਕਿ ਹੁਣ ਰੁੱਤ ਜਿਹੜੀ ਆ ਉਹ ਨਰੈਣਾ ਦੀ ਆ ਗਈ ਆ, 2022 ਦੀ ਰੁੱਤ ਆ ਗਈ ਆ। ਸਾਨੂੰ ਇਕੱਲੇ ਕਲਾਕਾਰ ਹੀ ਨਹੀਂ ਜਿਹੜੇ ਸਮੇਂ-ਸਮੇਂ 'ਤੇ ਇੱਦਾਂ ਦੀਆਂ ਚੀਜ਼ਾਂ ਦੱਸਦੇ ਰਹਿੰਦੇ ਆ, ਸਿਆਸਤ ਬਾਰੇ ਦੱਸਦੇ ਰਹਿੰਦੇ ਆ, ਲੀਡਰਾਂ ਬਾਰੇ ਦੱਸਦੇ ਰਹਿੰਦੇ ਆ। ਬਹੁਤੀ ਨੌਜਵਾਨੀ ਵੀ ਇੱਦਾਂ ਦੀ ਆ, ਬਹੁਤੇ ਨੌਜਵਾਨ ਵੀ ਇੱਦਾਂ ਦੇ ਆ ਜਿਹੜੇ ਗਲੀ ਦੇ ਵਿੱਚ, ਮੁਹੱਲੇ ਦੇ ਵਿੱਚ, ਪਿੰਡਾਂ ਦੇ ਵਿੱਚ ਨਿਕਲੇ ਹੋਏ ਆ ਲੋਕਾਂ ਨੂੰ ਜਾਗਰੂਕ ਕਰਨ ਦੇ ਲਈ, ਲੋਕਾਂ ਦੇ ਕੰਨਾਂ ਦੇ ਵਿੱਚ ਗੱਲ ਪਾਉਣ ਦੇ ਲਈ। ਉਹ ਕੀ ਆਖਦੇ ਆ? ਉਹ ਆਖਦੇ ਆ ਕਿ ਜਿਹੜੀ ਰਾਜਨੀਤੀ ਆ ਉਹ ਗੰਦੀ ਨਹੀਂ ਆ, ਰਾਜਨੀਤੀ ਧੁੰਦਲੀ ਨਹੀਂ ਆ। ਗੰਦੀ ਰਾਜਨੀਤੀ ਬਣਾਈ ਕਿਹਨਾਂ ਨੇ? ਰਾਜਨੀਤੀ 'ਚ ਆਉਣ ਵਾਲੇ ਗੰਦੇ ਲੋਕਾਂ ਨੇ। ਅੱਜ ਵੀ ਇੱਦਾਂ ਦੇ ਇੱਕ ਨੌਜਵਾਨ ਦੇ ਨਾਲ ਮੈਂ ਤੁਹਾਡੀ ਮੁਲਾਕਾਤ ਕਰਵਾਉਣਾ, ਜਿਹੜਾ ਇੱਕ ਲਹਿਰ ਬਣਾ ਕੇ ਤੁਰਿਆ ਆ। ਹੁਣ ਤੋਂ 2-2.5 ਸਾਲ ਪਹਿਲਾਂ ਇੱਕ ਲਹਿਰ ਉੱਠਦੀ ਆ, ਥੋੜ੍ਹੇ ਬਹੁਤੇ ਲੋਕਾਂ ਦੇ ਨਾਲ, ਉਸ ਤੋਂ ਬਾਅਦ ਇਕੱਠ ਹੁੰਦਾ। ਅੱਜ ਬੜੀ ਵੱਡੀ ਲਹਿਰ ਪੰਜਾਬ ਦੇ ਵਿੱਚ ਹੈ। ਤੁਸੀਂ ਅਕਸਰ ਬਾਈ ਨੂੰ ਜਿਹੜਾ ਆ ਸੋਸ਼ਲ ਮੀਡੀਆ 'ਤੇ ਸੁਣਦੇ ਰਹਿੰਦੇ ਹੋ, ਅਕਸਰ ਬਾਈ ਦੇ ਵਿਚਾਰਾਂ ਨੂੰ ਜਿਹੜਾ ਲੋਕ ਪਸੰਦ ਕਰਦੇ ਆ। ਮੈਂ ਗੱਲ ਬਾਈ ਰੁਪਿੰਦਰ ਦੀ ਕਰ ਰਿਹਾ, ਲੋਕ ਅਧਿਕਾਰ ਲਹਿਰ ਤੋਂ। ਬਾਈ ਜੀ ਅੱਜ ਸਾਡੇ ਨਾਲ ਹੋਣਗੇ, ਬਾਈ ਦੇ ਨਾਲ ਗੱਲਬਾਤ ਰਹੇਗੀ, ਖਾਸ ਕਰ ਲੋਕ ਅਧਿਕਾਰ ਲਹਿਰ 'ਤੇ ਰਹੇਗੀ ਕਿ ਲੋਕ ਅਧਿਕਾਰ ਲਹਿਰ ਹੈ ਕੀ, ਲੋਕਾਂ ਦੇ ਅਧਿਕਾਰ ਕਿਹੜੇ ਆ ਜਿਹੜੇ ਬਾਈ ਜੀ ਹੋਰੇ ਗਲੀ ਮੁਹੱਲੇ ਦੇ ਵਿੱਚ ਜਾ ਕੇ ਲੋਕਾਂ ਦੇ ਕੰਨਾਂ ਦੇ ਵਿੱਚ ਪਾਉਂਦੇ ਆ, ਲੋਕਾਂ ਨੂੰ ਦਬਾਉਣਾ ਚਾਹੁੰਦੇ ਆ। ਸਾਰੀ ਗੱਲਬਾਤ ਕਰਾਂਗੇ। ਸਭ ਤੋਂ ਪਹਿਲਾਂ ਬਾਈ ਦਾ ਸਵਾਗਤ ਕਰਦੇ ਹਾਂ, ਉਸ ਤੋਂ ਬਾਅਦ ਅਗਲੀ ਗੱਲਬਾਤ ਵਧਾਂਗੇ। ਰੁਪਿੰਦਰ ਬਾਈ ਤੁਹਾਡਾ ਬਹੁਤ ਸਵਾਗਤ। ਸਤਿ ਸ਼੍ਰੀ ਅਕਾਲ। ਬਹੁਤ ਧੰਨਵਾਦ ਬਾਈ ਜੀ। ਆਰਐਮਬੀ ਟੀਵੀ ਦੇਖਣ ਵਾਲੇ ਸਾਰੇ ਦਰਸ਼ਕਾਂ ਨੂੰ ਲੋਕ ਅਧਿਕਾਰ ਲਹਿਰ ਵੱਲੋਂ ਸਤਿ ਸ਼੍ਰੀ ਅਕਾਲ ਜੀ। ਅੱਛਾ ਬਾਈ, ਸਭ ਤੋਂ ਪਹਿਲਾਂ ਤਾਂ ਲੋਕ ਅਧਿਕਾਰ ਲਹਿਰ 'ਤੇ ਬਾਅਦ ਦੇ ਵਿੱਚ ਜਾਵਾਂਗੇ। ਰੁਪਿੰਦਰ ਕੌਣ? ਰੁਪਿੰਦਰ ਕੀ ਆ? ਰੁਪਿੰਦਰ ਦਾ ਕਿਰਦਾਰ ਕੀ ਆ? ਰੁਪਿੰਦਰ ਕਿਵੇਂ ਲੋਕ ਅਧਿਕਾਰ ਲਹਿਰ ਦੇ ਨਾਲ ਤੁਰਦਾ ਆ? ਲੋਕ ਅਧਿਕਾਰ ਲਹਿਰ ਲੋਕਾਂ ਦੇ ਲਈ ਖੜੀ ਕਰਦਾ ਹੈ, ਲੋਕਾਂ ਦੇ ਅਧਿਕਾਰਾਂ ਦੀ ਗੱਲ ਕਰਦਾ। ਪਹਿਲਾਂ ਰੁਪਿੰਦਰ ਕੌਣ ਆ? ਮੈਂ ਬਾਈ ਜੀ ਦੱਸਣਾ ਚਾਹੁੰਦਾ ਕਿ ਰੁਪਿੰਦਰ ਕੀ ਆ, ਲੋਕਾਂ 'ਚੋਂ ਇੱਕ ਲੋਕ ਆ, ਇੱਕ ਮਗੇ ਸਧਾਰਨ ਇਨਸਾਨ ਆ। ਕਿਉਂਕਿ ਜਿਵੇਂ ਕਿ ਕਹਿੰਦੇ ਆ ਕਿ ਜਵੇਬਾਨ ਲਾਗਿਓ ਤਵੇ ਰੂਸ ਜਾਗਿਓ, ਤਾਂ ਇੱਕ ਸੇਕ ਲੱਗਿਆ ਹੋਇਆ। ਉਹ ਸੇਕ ਕਰਕੇ ਸਭ ਤੋਂ ਪਹਿਲਾਂ ਲੜਾਈ ਸ਼ੁਰੂ ਕੀਤੀ ਸੀ ਨਸ਼ੇ ਦੇ ਖਿਲਾਫ। ਤਾਂ ਲਗਾਤਾਰ ਨਸ਼ੇ ਦੇ ਖਿਲਾਫ 10 ਸਾਲ ਲੜਦੇ ਵੀ ਰਹੇ, ਪਰ ਪਿਛਲੇ ਸਮੇਂ ਦੇ ਵਿੱਚ ਕੁਝ ਘਟਨਾਵਾਂ ਇਹੋ ਜਿਹੀਆਂ ਵਾਪਰੀਆਂ ਤਾਂ ਇੱਕ ਗੱਲ ਜਿਹਣ ਦੇ ਵਿੱਚ ਵੱਸ ਚੁੱਕੀ ਆ ਕਿ ਅਸਲ ਦੇ ਵਿੱਚ ਜਿਹੜਾ ਨਸ਼ਾ ਜਾਂ ਹੋਰ ਕੋਈ ਵੀ ਦਿੱਕਤ ਜਿਹੜੀ ਪੰਜਾਬ ਨੂੰ ਸਮੱਸਿਆ ਅਸੀਂ ਸਾਰੇ ਹੰਢਾ ਰਹੇ ਹਾਂ, ਉਹਦਾ ਮੇਨ ਜਿਹੜਾ ਕਾਰਨ ਆ ਉਹ ਸਾਡੀ ਗੰਦੀ ਰਾਜਨੀਤੀ ਆ ਤੇ ਸਿਸਟਮ ਆ। ਤਾਂ ਸਾਡੀ ਜਿਹੜੀ ਅਸਲ ਲੜਾਈ ਆ
ਉਸ ਸਿਸਟਮ ਦੇ ਖਿਲਾਫ ਸਾਨੂੰ ਇਕੱਠੇ ਹੋ ਕੇ ਲੜਨੀ ਪੈਣੀ ਹੈ, ਕਿਉਂਕਿ ਪੰਜਾਬ 'ਚ ਮੇਰੇ ਵਰਗੇ ਹਜ਼ਾਰਾਂ ਲੋਕ ਲੜਨ ਵਾਲੇ ਬੈਠੇ ਆ। ਪਰ ਅਜੇ ਤੱਕ ਬਦਲਾਅ ਕਿਉਂ ਨਹੀਂ ਹੋ ਸਕਿਆ? ਕਿਉਂਕਿ ਲੜਨ ਵਾਲੇ ਬਹੁਤ ਆ ਪਰ ਉਹ ਇਕੱਲੇ ਆ। ਪਰ ਇਸ ਸਿਸਟਮ ਦੇ ਵਿੱਚ ਜਿਹੜੇ ਕਾਬਜ ਹੋਏ ਲੋਕ ਨੇ, ਰਾਜਨੀਤੀਵਾਨ ਲੋਕ ਨੇ, ਉਹ ਅਲੱਗ-ਅਲੱਗ ਪਾਰਟੀਆਂ 'ਚ ਹੋ ਕੇ ਵੀ ਇਕੱਠੇ ਆ। ਉਹ ਬੇਸ਼ੱਕ ਅਕਾਲੀ, ਕਾਂਗਰਸੀ, ਆਪ ਵਾਲੇ ਆ, ਉਹ ਸਭ ਮਿਲ ਕੇ ਇੱਕ ਨੂਰਾ ਕੁਸ਼ਤੀ ਦੀ ਖੇਡ ਖੇਡਦੇ ਆ। ਉਹ ਖੇਡ ਜਿਹੜੀ ਖੇਡੀ ਜਾਂਦੀ ਆ ਉਹ ਲੋਕ ਹੁਣ ਸਮਝ ਚੁੱਕੇ ਆ। ਅਤੇ ਅਸੀਂ ਇਹ ਸਮਝਦੇ ਸੀਗੇ ਕਿ ਸਾਨੂੰ ਸਿਸਟਮ ਬਦਲਣ ਖਾਤਰ ਜਿੰਨੇ ਵੀ ਪੰਜਾਬ ਦੇ ਵਿੱਚ ਜੁਝਾਰੂ ਲੋਕ ਬੈਠੇ ਉਹਨਾਂ ਨੂੰ ਇਕੱਠੇ ਕਰਨਾ ਪੈਣਾ। ਕਿਉਂਕਿ ਅੱਜ ਮੈਂ ਇਕੱਲਾ ਰੁਪਿੰਦਰ ਨਹੀਂ, ਹਜ਼ਾਰਾਂ ਰੁਪਿੰਦਰ ਵਰਗੇ ਬਥੇਰੇ, ਮੈਂ ਕਹਿਣਾ ਮੇਰੇ ਨਾਲੋਂ ਵੀ ਜ਼ਿਆਦਾ ਲੋਕ ਚੰਗੇ ਨੇ ਜਿਹੜੇ ਕੀ ਆ ਸਿਸਟਮ ਦੇ ਖਿਲਾਫ ਲੜਾਈ ਲੜ ਰਹੇ ਨੇ, ਪਰ ਉਹ ਇਕੱਲੇ ਲੜ ਕੇ ਹਾਰਦੇ ਜਾ ਰਹੇ ਨੇ। ਅਤੇ ਅਸੀਂ ਉਹਨਾਂ ਸਾਰਿਆਂ ਨੂੰ ਇੱਕ ਪਲੇਟਫਾਰਮ 'ਤੇ ਇਕੱਠਾ ਕਰਕੇ, ਜਿਹਦਾ ਪਲੇਟਫਾਰਮ ਦਾ ਨਾਂ ਲੋਕ ਅਧਿਕਾਰ ਲਹਿਰ ਰੱਖਿਆ ਗਿਆ, ਉੱਥੇ ਇਕੱਠਾ ਕੀਤਾ ਕਿ ਆਓ ਆਪਾਂ ਰਲ ਕੇ ਉਹ ਲੜਾਈ ਲੜੀਏ ਉਹਨਾਂ ਲੋਕਾਂ ਖਿਲਾਫ ਜਿਹੜੇ ਅੱਡ-ਅੱਡ ਪਾਰਟੀਆਂ 'ਚ ਹੋ ਕੇ ਇਕੱਠੇ ਆ, ਜਿਹੜੇ ਸਾਨੂੰ 2.5-3 ਜਿਹੜੇ 3 ਕਰੋੜ ਤੋਂ ਉੱਪਰ ਲੋਕ ਨੇ, ਸਾਨੂੰ ਇਕੱਠੇ ਨਹੀਂ ਹੋਣ ਦਿੰਦੇ। ਹੁਣ ਕਿਵੇਂ ਨਹੀਂ ਦਿੰਦੇ? ਕਦੇ ਸਾਨੂੰ ਜਾਤਾਂ ਦੇ ਨਾਂ 'ਤੇ, ਕਦੇ ਧਰਮਾਂ ਦੇ ਨਾਂ 'ਤੇ, ਕਦੇ ਮਜ਼ਹਬਾਂ ਦੇ ਨਾਂ 'ਤੇ ਸਾਨੂੰ ਕੀ ਆ ਪਾੜ ਕੇ ਸਾਡੇ 'ਤੇ ਰਾਜ ਕਰਦੇ ਆ। ਅੰਗਰੇਜ਼ਾਂ ਨੇ ਸਾਡੇ 'ਤੇ ਸਾਨੂੰ ਪਾੜ ਕੇ ਰਾਜ ਕੀਤਾ, ਪਰ ਇਹ ਲੋਕ ਸਾਨੂੰ ਲੜਾ ਕੇ ਰਾਜ ਕਰੀ ਜਾਂਦੇ ਆ। ਅਸੀਂ ਇਹਨਾਂ ਪਿੱਛੇ ਪਿੰਡਾਂ 'ਚ ਡਲੇ ਖੜਕਾਉਣੇ ਆ ਅਤੇ ਇਹ ਲੋਕ ਇਕੱਠੇ ਪੈਗ ਖੜਕਾਉਂਦੇ ਆ। ਇਹ ਕਿਸੇ ਨੂੰ ਅੱਜ ਵਹਿਮ ਨਹੀਂ, ਜਿੰਨੇ ਵੀ ਲੋਕ ਕੀ ਆ ਪੰਜਾਬ ਦੇ ਵਿੱਚ ਰਹਿੰਦੇ ਆ। ਅਤੇ ਪਿੱਛੇ ਜਿਹੜੇ 2 ਚੀਜ਼ਾਂ ਪੰਜਾਬ ਦੇ ਵਿੱਚ ਬੜੇ ਵੱਡੇ ਵਰਤਾਰੇ ਵਾਪਰੇ ਆ, ਉਹਦੇ ਵਿੱਚੋਂ ਇੱਕ ਸਾਡਾ ਕਿਸਾਨੀ ਅੰਦੋਲਨ ਹੋ ਗਿਆ, ਇੱਕ ਸਾਡੇ ਪਹਿਲਾਂ ਜਿਹੜਾ ਕਰੋਨਾ ਆਇਆ। ਤਾਂ ਉਹਨਾਂ ਦੋਨਾਂ ਚੀਜ਼ਾਂ ਨੇ ਪੰਜਾਬ ਦੇ ਲੋਕਾਂ ਦੀਆਂ ਪੂਰੀ ਤਰ੍ਹਾਂ ਅੱਖਾਂ ਖੋਲ੍ਹ ਦਿੱਤੀਆਂ ਨੇ। ਤਾਂ ਲੋਕਾਂ ਨੂੰ ਅੱਜ ਅਹਿਸਾਸ ਹੋ ਚੁੱਕਿਆ, ਜਿਵੇਂ ਕਰੋਨਾ ਆਇਆ ਤਾਂ ਲੋਕਾਂ ਨੂੰ ਪਤਾ ਲੱਗ ਗਿਆ ਕਿ ਲੀਡਰ ਕੰਮ ਨਹੀਂ ਆਉਂਦੇ, ਭਾਈਚਾਰਾ ਕੰਮ ਆਉਂਦਾ। ਫਿਰ ਬਾਈ ਜੀ ਕਿਸਾਨ ਅੰਦੋਲਨ ਆਏ ਤਾਂ ਹਮਾਮ ਦੇ ਵਿੱਚ ਜਿਵੇਂ ਅਸੀਂ ਨੰਗੇ ਹੁੰਨੇ ਆ, ਇਹ ਸਾਰੀਆਂ ਸਿਆਸੀ ਧਿਰਾਂ 'ਚ ਚਰਾਹੇ 'ਚ ਨੰਗੀਆਂ ਹੋ ਚੁੱਕੀਆਂ ਨੇ। ਤਾਂ ਅੱਜ ਲੋਕ ਜਾਗ ਚੁੱਕੇ ਆ। ਜੇ ਲੋੜ ਆ ਸਿਸਟਮ ਨੂੰ ਬਦਲਾਉਣ ਵਾਸਤੇ, ਚੰਗੇ ਲੋਕਾਂ ਨੂੰ ਉੱਠ ਕੇ ਖੜੇ ਹੋਣ ਦੀ ਅਤੇ ਪੰਜਾਬ ਦੀ ਸੱਤਾ ਸਾਂਭਣ ਦੀ। ਕਿਉਂਕਿ ਅੱਜ ਸਾਡੇ ਕੀ ਆ, ਕਿਉਂਕਿ ਸਾਡੀ ਜਿਹੜੀ ਤਕਦੀਰ ਆ ਉਹ ਕੀ ਆ, ਮੰਦਰਾਂ ਮਸਜਿਦਾਂ ਗੁਰਦੁਆਰਿਆਂ 'ਚ ਨਹੀਂ ਲਿਖੀ ਜਾਂਦੀ, ਉੱਥੇ ਜ਼ਮੀਰਾਂ ਬਣਦੀਆਂ। ਤਕਦੀਰ ਤਾਂ ਸਾਡੀ ਵਿਧਾਨ ਸਭਾ 'ਚ ਲਿਖੀ ਜਾਣੀ ਆ। ਜੇ ਕਿਸਾਨਾਂ ਦੀ ਤਕਦੀਰ ਦੀ ਗੱਲ ਕਰੀਏ ਤਾਂ ਉਹ ਕਿੱਥੇ ਸੰਸਦ 'ਚ ਘੜਨ ਦੀ ਕੋਸ਼ਿਸ਼ ਕੀਤੀ ਗਈ ਆ, ਜਿਹਦੇ ਖਿਲਾਫ ਅੱਜ ਅਸੀਂ ਲੜ ਰਹੇ ਹਾਂ। ਤਾਂ ਲੋਕਾਂ ਨੂੰ ਅਸੀਂ ਹੋਕਾ ਦੇ ਰਹੇ ਹਾਂ। ਲੋਕ ਅਧਿਕਾਰ ਲਹਿਰ ਇੱਕ ਸਿਆਸੀ ਚੇਤਨਤਾ ਪੈਦਾ ਕਰਨ ਵਾਸਤੇ ਲੋਕਾਂ ਦੇ ਵਿੱਚ ਤੁਰੀ ਹੋਈ ਆ, ਤਾਂ ਕਿ ਲੋਕਾਂ ਨੂੰ ਦੱਸ ਸਕੀਏ ਕਿ ਜਿਵੇਂ ਪਾਣੀ ਦਾ ਉਜਾੜਿਆ ਪਾਣੀ ਸਵਾਰਦਾ, ਤਾਂ ਸਾਨੂੰ ਸਿਆਸਤ ਨੇ ਉਜਾੜਿਆ, ਸਾਨੂੰ ਸਿਆਸਤ ਹੀ ਬਚਾ ਸਕਦੀ ਆ। ਇਦੋਂ ਬਿਨਾਂ ਕੋਈ ਹੱਲ ਨਹੀਂ। ਜਿੰਨਾ ਮਰਜ਼ੀ ਅਸੀਂ ਸੜਕਾਂ 'ਤੇ ਧਰਨੇ ਲਾ ਕੇ ਬੈਠੇ ਰਹੀਏ, ਕੁਝ ਵੀ ਕਰ ਲਈਏ, ਕਿਉਂਕਿ ਪਿਛਲੇ 70 ਸਾਲਾਂ ਤੋਂ ਧਰਨੇ ਲੱਗਦੇ ਆ ਰਹੇ ਆ, ਪਰ ਪੰਜਾਬ ਸਾਡੀਆਂ ਅੱਖਾਂ ਸਾਹਮਣੇ ਉਜੜ ਗਿਆ। ਉਹ ਉਜੜਿਆ ਕਿਉਂ? ਕਿਉਂਕਿ ਸਾਨੂੰ ਇਹਨਾਂ ਲੋਕਾਂ ਦੇ ਵਿੱਚ ਪਲਾਂਟਡ ਬੰਦੇ ਆ ਕੇ ਕੀ ਆ, ਸਾਡੇ ਧਰਨਿਆਂ ਨੂੰ ਵੀ ਕੀ ਆ ਹਾਈਜੈਕ ਕਰਦੇ ਰਹੇ ਆ। ਬਹੁਤ ਵਾਰ ਲੋਕ ਕੀ ਆ ਵਰਤੇ ਗਏ ਆ। ਅੱਜ ਜਿੰਨੀਆਂ ਜਥੇਬੰਦੀਆਂ, ਜ਼ਿਆਦਾਤਰ ਜਥੇਬੰਦੀਆਂ ਦੇ ਲੋਕ ਕਹਿ ਦਿੰਦੇ ਆ ਕਿ ਅਸੀਂ ਸਿਆਸੀ ਨਹੀਂ, ਹਾਲਾਂਕਿ ਸਾਰੇ ਬਾਈ ਜੀ ਸਿਆਸੀ ਆ। ਸਾਡੇ ਪੰਜਾਬ ਦੇ ਬਹੁਤੇ ਲੋਕ ਕੀ ਅੱਜ ਕੁਝ ਲੋਕ ਆਸ ਕਰਦੇ ਆ ਕਿ ਕਿਸਾਨੀ ਅੰਦੋਲਨ ਦੇ ਵਿੱਚੋਂ ਵੀ ਇੱਕ ਧਿਰ ਖੜੀ ਹੋਣੀ ਆ ਜਿਹੜੀ ਪੰਜਾਬ ਬਚਾ ਲੂਗੀ। ਸਾਨੂੰ ਲੋਕ ਕਹਿੰਦੇ ਕਿਸਾਨੀ ਅੰਦੋਲਨ ਵਾਲੇ ਬੰਦੇ ਨਾਲ ਲਓ। ਅਸੀਂ ਦੋਨੇ ਹੱਥ ਖੋਲ੍ਹ ਕੇ ਉਹਨਾਂ ਦਾ ਸਵਾਗਤ ਕਰਦੇ ਹਾਂ। ਜਿਹੜਾ ਵੀ ਪੰਜਾਬ ਹਿਤੈਸ਼ੀ ਬੰਦਾ ਉਹ ਉੱਠ ਕੇ ਸਾਡੇ ਮੂਹਰੇ ਲੱਗੇ, ਕਿਉਂਕਿ ਅਸੀਂ ਪੰਜਾਬ 'ਚ ਆਗੂ ਬਣ ਨਹੀਂ ਨਿਕਲੇ ਬਾਈ ਜੀ, ਆਗੂ ਤਲਾਸ਼ ਕਰ ਰਹੇ ਹਾਂ। ਅਸੀਂ ਲੋਕਾਂ ਨੂੰ ਵੀ ਜਾ ਕੇ ਹੋਕਾ ਦਿੰਦੇ ਹਾਂ ਕਿ ਸਾਡਾ ਤੁਹਾਡੇ 'ਚੋਂ ਆਗੂ ਦੱਸੋ ਕੌਣ ਆ, ਕਿਉਂਕਿ ਆਗੂ ਚੁਣਨ ਦਾ ਤਰੀਕਾਕਾਰ ਸਾਨੂੰ ਗੁਰੂ ਸਾਹਿਬ ਜਿਹੜਾ ਦੱਸ ਕੇ ਗਏ ਆ। ਲੋਕ ਅਧਿਕਾਰ ਲਹਿਰ ਉਸੇ ਚੀਜ਼ ਨੂੰ ਪ੍ਰਣਾਈ ਹੋਈ ਲਹਿਰ ਆ, ਅਤੇ ਅਸੀਂ ਪਿੰਡਾਂ 'ਚ ਜਾ ਕੇ ਵੱਡੇ ਇਕੱਠਾਂ 'ਚ ਜਾ ਕੇ ਲੋਕਾਂ ਨੂੰ ਹੋਕਾ ਦੇ ਕੇ ਪੁੱਛਦੇ ਹਾਂ ਕਿ ਸਾਡਾ ਆਗੂ ਕੌਣ ਆ। ਕਿਉਂਕਿ ਗੁਰੂ ਗੋਬਿੰਦ ਸਿੰਘ ਜੀ ਨੇ ਜਿਹੜੇ ਆਗੂ ਚੁਣੇ ਸੀ ਬਾਈ ਜੀ, ਉਹ ਲੋਕਾਂ ਦੇ ਵਿੱਚੋਂ ਚੁਣੇ ਸੀ। ਉਹ ਚੁਣਨ ਦਾ ਤਰੀਕਾਕਾਰ ਕੀ ਸੀ ਉਹ ਸਾਰੇ ਲੋਕ ਜਾਣਦੇ ਆ ਕਿ 1699 ਵਿਸਾਖੀ ਵਾਲੇ ਦਿਨ ਗੁਰੂ ਸਾਹਿਬ ਨੇ ਇੱਕ ਸਿਰ ਮੰਗਿਆ, ਇੱਕ ਬੰਦਾ ਖੜਾ ਹੁੰਦਾ, ਫਿਰ ਦੂਸਰਾ ਖੜਾ ਹੁੰਦਾ। ਇਸੇ ਤਰ੍ਹਾਂ 5 ਕੀ ਆ ਉੱਠ ਕੇ ਖੜੇ ਹੋਏ, ਤਾਂ 5 ਦੀ ਪੰਚਾਇਤ ਬਣੀ, ਜਿਹਨੂੰ ਗੁਰੂ ਸਾਹਿਬ ਨੇ ਆਪਦਾ ਗੁਰੂ ਮੰਨਿਆ। ਚਮਕੌਰ ਦੀ ਗੜੀ 'ਚੋਂ ਗੁਰੂ ਸਾਹਿਬ ਛੱਡ ਕੇ ਜਾਣਾ ਨਹੀਂ ਚਾਹੁੰਦੇ ਸੀ, ਪਰ ਹੋਇਆ ਕਿ ਉਹਨਾਂ 5 ਪਿਆਰਿਆਂ ਨੇ ਹੁਕਮ ਲਾਇਆ ਗੁਰੂ ਸਾਹਿਬ ਨੂੰ ਕਿ ਇੱਥੋਂ ਜਾ। ਤਾਂ ਸਾਡਾ ਵੀ ਮੰਨਣਾ ਕਿ ਸਾਨੂੰ ਲੋਕਾਂ ਜਾ ਕੇ ਅਸੀਂ ਪੁੱਛਦੇ ਹਾਂ ਕਿ ਸਾਡਾ ਤੁਹਾਡੇ 'ਚੋਂ ਆਗੂ ਕਿਹੜਾ ਬਣਨ ਨੂੰ ਤਿਆਰ ਆ। ਜਿਹੜਾ ਬਾਈ ਜੀ ਭਰੇ ਪਿੰਡ ਦੇ ਇਕੱਠ ਦੇ ਵਿੱਚੋਂ ਬਾਂਹ ਖੜੀ ਕਰਕੇ ਗੱਲ ਕਹਿਣ ਨੂੰ ਤਿਆਰ ਹੋ ਜਾਂਦਾ, ਤਾਂ ਮੈਂ ਦਾਅਵਾ ਕਰਦਾ ਕਿ ਉਹ ਬੰਦਾ ਬੇਈਮਾਨ ਨਹੀਂ ਹੋਣਾ। ਜਿਹੜੇ ਬੰਦੇ ਨੇ ਕੋਈ ਪਿੰਡ 'ਚ ਠੱਗੀ ਮਾਰੀ ਹੋਊ, ਕਿਸੇ ਤੋਂ ਦਲਾਲੀ ਖਾਧੀ ਹੋਊ, ਕੋਈ ਥਾਣੇ 'ਚੋਂ ਖਾਧੀ ਹੋਊ, ਜਾਂ ਹੋਰ ਕਿਸੇ ਨਾਲ ਕੀ ਆ ਕੋਈ ਬੁਰਾ ਵਰਤਾਵ ਕੀਤਾ ਹੋਊ, ਤਾਂ ਉਹ ਬੰਦਾ ਬਾਈ ਜੀ ਪਿੰਡ 'ਚੋਂ ਬਾਂਹ ਖੜੀ ਨਹੀਂ ਕਰ ਸਕਦਾ। ਇਹ ਸੰਗਤ 'ਚੋਂ ਸਾਨੂੰ ਕੀ ਆ ਆਗੂ ਚੁਣਨ ਦਾ ਤਰੀਕਾਕਾਰ ਜਿਹੜਾ ਦੱਸਿਆ, ਉਹੀ ਤਰੀਕੇ ਨੂੰ ਲੈ ਕੇ ਅਸੀਂ ਲੋਕਾਂ ਦੇ ਵਿੱਚ ਹੁਣ ਜਿਹੜਾ 28 ਤਰੀਕ ਨੂੰ ਇੱਕ ਬਰੋਸ਼ਰ ਜਾਰੀ ਕਰਨ ਜਾ ਰਹੇ ਹਾਂ, ਜਿਹਦੇ ਬਾਰੇ ਤੁਹਾਡੇ ਨਾਲ ਮੇਰਾ ਜ਼ਿਕਰ ਵੀ ਹੋਇਆ। ਉਹਦੇ ਵਿੱਚ ਲੋਕਾਂ ਨੂੰ ਇੱਕ ਸਿਆਸੀ ਸਮਝ ਦੇਣ ਵਾਸਤੇ ਉਹ ਲੋਕਾਂ ਦੇ ਵਿੱਚ ਲੈ ਕੇ ਜਾ ਰਹੇ ਹਾਂ ਬਰੋਸ਼ਰ। ਅਤੇ ਕਿਸਾਨੀ ਅੰਦੋਲਨ ਦੇ ਵਿੱਚੋਂ ਜਿਵੇਂ ਬਾਪੂ ਹਰਦੀਪ ਸਿੰਘ ਡੇਵਿਡਵਾ ਜੀ ਆ, ਹੋਰ ਬੜੀਆਂ ਚੰਗੇ ਲੋਕ ਨੇ ਜਿਹੜੇ ਭਰਾ ਸਾਡੇ ਨਾਲ ਕੀ ਇਹਦੇ ਵਿੱਚ ਨਿੱਠ ਕੇ ਤੁਰਨ ਵਾਸਤੇ ਸਾਨੂੰ ਕਹਿ ਚੁੱਕੇ ਆ, ਅਤੇ ਆਉਣ ਵਾਲੇ ਸਮੇਂ 'ਚ ਲੋਕ ਇਹ ਬਦਲਾਅ ਹੁੰਦਾ ਦੇਖਣਗੇ। ਅੱਛਾ, ਤੁਸੀਂ ਕਿਹਾ ਸਿਆਸੀ ਸਮਝ ਦੇਖਣ ਵਾਸਤੇ, ਪਰ ਜਦੋਂ ਅਕਸਰ ਵੋਟਾਂ ਵੇਲੇ ਇੱਦਾਂ ਦੇ ਇਕੱਠ ਹੁੰਦੇ ਦੇਖਦੇ ਹਾਂ ਤਾਂ ਇਹ ਗੱਲ ਦਿਮਾਗ ਦੇ ਵਿੱਚ ਜ਼ਰੂਰ ਸਵਾਲੀਆ ਚਿੰਨ੍ਹ ਖੜੇ ਕਰਦੀ ਹੈ ਕਿ ਯਾਰ ਇਹ ਵੋਟਾਂ ਦੇ ਲਈ ਇਕੱਠੇ ਹੋਏ ਆ। ਕਿਉਂਕਿ ਹੁਣ ਅਕਾਲੀ ਦਲ 'ਚ ਨਹੀਂ ਦਾਲ ਗਲਦੀ ਹੋਣੀ, ਆਪ 'ਚ ਨਹੀਂ ਗਲਦੀ ਹੋਣੀ, ਕਾਂਗਰਸ 'ਚ ਨਹੀਂ ਗਲਦੀ ਹੋਣੀ। ਉਸ ਤੋਂ ਬਾਅਦ ਕਹਿੰਦੇ ਆ ਵੀ ਆਪ ਦਾ ਅਲੱਗ
ਇੱਕ ਧਿਰ ਬਣਾ ਲਈਏ, ਖੜੇ ਕਰ ਲਈਏ ਲੋਕਾਂ ਨੂੰ ਚਾਰ। ਜਿੱਦਾਂ ਨਹੀਂ ਉਹਨੇ ਬਈ ਕਹਿੰਦੇ ਕਿ ਜਦੋਂ ਵੋਟਾਂ ਆਉਂਦੀਆਂ ਤਾਂ ਉਦੋਂ ਲੀਡਰ ਗੱਪ ਬੜੇ ਮਾਰਦੇ ਆ, ਵਾਅਦੇ ਬੜੇ ਕਰਦੇ ਆ। ਸਾਡੇ ਲੋਕ ਹਾਲਾਂਕਿ ਵੋਟਾਂ ਤੋਂ ਬਾਅਦ ਪੁੱਛਦੇ ਨਹੀਂ ਕਿ ਉਹ ਵਾਅਦੇ ਦਾ ਭਾਈ ਕੀ ਹੋਇਆ। ਐਦਾਂ ਦਾ ਕੁਝ ਕਿ ਵਾਕਿਆ ਦੇ ਵਿੱਚ ਚਾਹੁੰਦੇ ਹੋ ਕਿ ਖੜਾ ਹੋਣਾ ਜਿਹੜੇ ਚਿਹਰੇ, ਕਿਉਂਕਿ ਜਿਹੜੇ ਚਿਹਰੇ ਅੱਗੇ ਆਏ ਖੜੇ ਹੋਣਗੇ। ਬਾਈ ਜੀ ਮੈਂ ਤੁਹਾਡੇ ਨਾਲ ਜਿਹੜੀ ਤੁਸੀਂ ਗੱਲ ਕਰਦੇ ਹੋ, ਅਜੇ ਤੱਕ ਪੰਜਾਬ ਦੀ ਸਿਆਸਤ 'ਚ ਇਹੀ ਕੁਝ ਹੋਇਆ ਜਿਹੜਾ ਤੁਸੀਂ ਸਾਡੇ ਨਾਲ ਸਾਂਝਾ ਕੀਤਾ। ਤੇ ਮੈਂ ਕਹਿਣਾ ਬਾਈ ਜੀ ਸਾਨੂੰ ਅੱਜ ਕੀ ਆ, ਅੱਜ ਕਈ ਲੋਕ ਕਹਿੰਦਾ ਕਿ ਤੁਸੀਂ ਕੋਈ ਚੌਥਾ ਫਰੰਟ ਲੈ ਕੇ ਆ ਰਹੇ ਹੋ, ਤਾਂ ਮੈਂ ਲੋਕਾਂ ਨਾਲ ਵੀ ਇਹ ਗੱਲ ਸਾਂਝੀ ਕਰਦਾ ਕਿ ਅੱਜ ਪੰਜਾਬ ਨੂੰ ਚੌਥੇ ਫਰੰਟ ਦੀ ਲੋੜ ਨਹੀਂ। ਤਿੰਨੇ ਪਾਰਟੀਆਂ ਇੱਕੋ ਤਰ੍ਹਾਂ ਦੀ ਸਿਆਸਤ ਕਰ ਰਹੀਆਂ। ਸਾਨੂੰ ਸਮੁੱਚੀ ਰਾਜਨੀਤੀ ਦਾ ਇੱਕ ਬਦਲ ਦੀ ਲੋੜ ਆ, ਜਿਹੜੀ ਰਾਜਨੀਤੀ ਨਹੀਂ ਲੋਕ ਨੀਤੀ ਹੋਣੀ ਚਾਹੀਦੀ ਹੈ, ਕਿਉਂਕਿ ਲੋਕਤੰਤਰ ਦੀ ਬਹਾਲੀ ਵਾਸਤੇ ਲੋਕਾਂ ਦੇ ਵਿੱਚੋਂ ਜਿਹੜੀ ਲਹਿਰ ਦੇ ਰੂਪ ਦੇ ਵਿੱਚ ਅਸੀਂ ਕੀ ਆ ਖੜੀ ਕਰਨ ਦੀ ਕੋਸ਼ਿਸ਼ ਕਰ ਰਹੇ ਹਾਂ, ਉਹ ਲਿਆ ਰਹੇ ਹਾਂ। ਬਾਕੀ ਜਿਹੜਾ ਇਹ ਸੀ ਬਾਈ ਜੀ ਇੱਕ ਬਰੋਸ਼ਰ ਜਾਰੀ ਕਰ ਰਹੇ ਆ ਪੰਜਾਬ ਦੇ ਵਿੱਚ, ਇਹਨੂੰ ਪੜ੍ਹ ਕੇ ਇਕੱਲੇ ਬੰਦੇ ਦੇ ਜਿਹਨ 'ਚੋਂ ਜਿਹੜੇ ਵੀ ਭੁਲੇਖੇ ਆ ਉਹ ਨਿਕਲ ਜਾਣਗੇ। ਅਸੀਂ ਇਹ ਗੱਲ ਦਾ ਦਾਅਵਾ ਕਰਦੇ ਹਾਂ ਜਦੋਂ ਇੱਕ ਵਾਰ ਇਹਨੇ ਪੜ੍ਹ ਲਿਆ। ਕਿਉਂਕਿ ਤੁਸੀਂ ਜਿਵੇਂ ਗੱਲ ਕੀਤੀ ਹੈ ਕਿ ਜੇ ਅਲੱਗ-ਅਲੱਗ ਪਾਰਟੀਆਂ 'ਚੋਂ ਜਿਹੜੇ ਬੰਦਿਆਂ ਨੂੰ ਕੋਈ ਟਿਕਟ ਨਹੀਂ ਮਿਲੀ ਉਹ ਨਿਕਲ ਕੇ ਆਪਣਾ ਫਰੰਟ ਬਣਾ ਲੈਂਦੇ ਆ। ਤਾਂ ਇਹਦੇ ਵਿੱਚ ਬਾਈ ਜੀ ਜਿਹੜੀ ਲਹਿਰ ਦੇ ਵਾਸਤੇ ਅਸੀਂ ਕੀ ਆ ਕੁਝ ਚੀਜ਼ਾਂ ਮੈਂ ਤੁਹਾਨੂੰ ਥੋੜ੍ਹਾ ਜਿਹਾ ਇਹਦੇ ਬਾਰੇ ਦੱਸਣਾ ਚਾਹਣਾ ਕਿ ਇਹਦੇ ਵਿੱਚ ਕੀ ਆ ਜਿਹੜਾ ਮਨੋਰਥ ਪੱਤਰ ਆ, ਇਹ ਮਨੋਰਥ ਪੱਤਰ ਜਾਰੀ ਕਰ ਰਹੇ ਆ 28 ਮਈ ਨੂੰ। ਇਹ ਮਨੋਰਥ ਪੱਤਰ ਜਾਰੀ ਕੌਣ ਕਰ ਰਿਹਾ? ਲੋਕ ਕਰ ਰਹੇ ਆ, ਕਿਉਂਕਿ ਲੋਕ ਅਧਿਕਾਰ ਲਹਿਰ ਲੋਕਾਂ ਦੀ ਲਹਿਰ ਆ। ਉਹਦੇ ਵਿੱਚ ਰੁਪਿੰਦਰ ਦਾ, ਬਲਵਿੰਦਰ ਸਿੰਘ ਜੀ ਦਾ, ਕਿਸੇ ਦਾ ਕੋਈ ਵਜੂਦ ਨਹੀਂ ਹੈ, ਕਿਉਂਕਿ ਅਸੀਂ ਪਿਛਲੇ 2.5 ਸਾਲਾਂ ਤੋਂ ਜਿਵੇਂ ਨਿਕਲੇ ਸੀ ਉਹ ਇਕੱਠ ਦੇ ਵਿੱਚ ਕੀ ਆ ਇੱਕ ਸਮਝ ਬਣਾਈ ਗਈ ਸੀ। ਉਹ 'ਚ ਖੇਤੀਬਾੜੀ ਮਾਹਰ ਵੀ ਸੀ, ਕਿਸਾਨ ਦੇ ਨਾਲ ਜੁੜੇ ਲੋਕ ਵੀ ਸੀਗੇ, ਹੋਰ ਬੜੇ ਸਮਾਜ ਸੇਵੀ ਐਨਜੀਓ ਕਲੱਬ ਸੀਗੇ। ਉਹਨਾਂ ਸਾਰਿਆਂ ਨੂੰ ਇਕੱਠੇ ਕਰਕੇ ਬਾਈ ਜੀ ਇੱਕ ਚੀਜ਼ ਮਾ ਕੇ ਕੀ ਆ ਕਨਸੈਪਟ ਘੜਿਆ ਗਿਆ। ਉਹਦੇ 'ਚ ਇੱਕੋ ਚੀਜ਼ ਅਪਣਾਈ ਗਈ ਕਿ ਹੁਣ ਲੋਕਾਂ ਨੂੰ ਜਾ ਕੇ ਪਹਿਲਾਂ ਅਹਿਸਾਸ ਕਰਾਈਏ ਕਿ ਤੁਸੀਂ ਪੰਜਾਬ ਦੇ ਮਾਲਕ ਹੋ, ਤੁਹਾਨੂੰ ਅਹਿਸਾਸ ਕਰਨਾ ਪਊ। ਇਦੋਂ ਪਹਿਲਾਂ ਸਿਆਸਤ 'ਚ ਕੀ ਆ ਨੌਕਰ ਤੈਅ ਕਰਦਾ ਮੈਂ ਮਾਲਕ ਨੂੰ ਕੀ ਦੇਣਾ। ਮੈਂ ਕਹਿਣਾ ਅੱਜ ਪੰਜਾਬ ਦੇ ਲੋਕ ਤੈਅ ਕਰਨਗੇ ਕਿ ਸਾਨੂੰ ਕੀ ਚਾਹੀਦਾ, ਸਾਨੂੰ ਨੌਕਰ ਤੋਂ ਕੰਮ ਲੈਣਾ ਆਉਣਾ ਚਾਹੀਦਾ। ਇਹ ਲੋਕ ਸਿਆਸੀ ਲੋਕ ਸਾਡੇ ਨੌਕਰ ਆ। ਅੱਜ ਬਾਦਲ 5.25 ਲੱਖ ਪੈਨਸ਼ਨ ਲੈਂਦਾ, ਭੱਠਲ 3.5 ਲੱਖ ਪੈਨਸ਼ਨ ਲੈਂਦੀ ਆ। ਦੰਦਾ ਕੌਣ ਆ? ਪੰਜਾਬ ਦੇ ਲੋਕ ਦੰਦੇ ਆ, ਜਿਹੜੇ ਤੜਕੇ ਸੁਬਾਹ ਉੱਠ ਖੜ੍ਹਦੇ ਆ, ਸਵੇਰ ਤੋਂ ਲੈ ਕੇ ਸ਼ਾਮ ਸੌਣ ਤੱਕ ਹਰ ਚੀਜ਼ 'ਤੇ ਟੈਕਸ ਦਿੰਦੇ ਆ। ਹੁਣ ਕਈ ਮਜ਼ਦੂਰ ਕਲਾਸ ਕੀ ਆ ਸੋਚਦੀ ਹੈ ਕਿ ਅਸੀਂ ਟੈਕਸ ਨਹੀਂ ਦਿੰਦੇ। ਮੈਂ ਦੱਸਣਾ ਚਾਹੁੰਦਾ ਕਿ 300 ਰੁਪਏ ਜੇ ਕੋਈ ਦਿਹਾੜੀ ਕਮਾਉਂਦਾ ਤਾਂ 125 ਰੁਪਏ ਉਹਦੇ 'ਚੋਂ ਟੈਕਸ ਪੇ ਕਰ ਦਿੰਦਾ। ਕਿਉਂਕਿ ਅੱਜ ਬਾਈ ਜੀ ਖੰਡ 'ਤੇ, ਪੱਤੀ 'ਤੇ, ਨੂਣ 'ਤੇ, ਤੇਲ 'ਤੇ, ਸ਼ੈਂਪੂ 'ਤੇ ਕਿਹੜੀ ਚੀਜ਼ ਹੈ ਜਿਹਦੇ ਟੈਕਸ ਨਹੀਂ? ਮਰੇ 'ਤੇ ਕੱਫਣ ਪਾਉਣੇ ਆ ਬਾਈ ਜੀ, ਉਹਦੇ 'ਤੇ ਵੀ ਕੀ ਆ 18 ਰੁਪਏ ਕੀ ਆ ਕੱਪੜੇ 'ਤੇ ਆ, 5% ਧਾਗੇ 'ਤੇ ਆ, ਤਾਂ 23 ਰੁਪਏ ਮਰੇ ਦੇ ਕੱਫਣ 'ਚੋਂ ਸਰਕਾਰ ਲੈ ਜਾਂਦੀ ਆ। ਤਾਂ ਅਸੀਂ ਕੀ ਇਸ ਮਨੋਰਥ ਪੱਤਰ ਦੇ ਵਿੱਚ ਦੱਸਣਾ ਕਿ ਸਭ ਤੋਂ ਪਹਿਲਾਂ ਲਹਿਰ ਦੀ ਲੋੜ ਕਿਉਂ ਆ? ਕਿਉਂਕਿ ਸਾਨੂੰ ਕਿਸੇ ਸਿਆਸੀ ਬੰਦੇ ਤੇ ਕਿਸੇ ਵੀ ਸਿਆਸੀ ਪਾਰਟੀ 'ਤੇ ਕੋਈ ਆਸ ਨਹੀਂ ਰਹੀ। ਸਾਨੂੰ ਆਸ ਕਿਹਨਾਂ 'ਤੇ ਆ? ਲੋਕਾਂ ਦੇ, ਕਿਉਂਕਿ ਪੰਜਾਬ ਦੇ ਲੋਕ ਸ਼ਦਾਈ ਨੇ ਤੇ ਚੰਗੇ ਨੇ, ਉਹ ਵਾਰ-ਵਾਰ ਉੱਠਣਾ ਜਾਣਦੇ ਨੇ ਤੇ ਖੜੇ ਵੀ ਹੁੰਦੇ ਨੇ, ਪਰ ਅੱਜ ਤੱਕ ਸਾਨੂੰ ਚੰਗੇ ਆਗੂਆਂ ਨੇ ਕਦੇ ਗਵਾਹੀ ਨਹੀਂ ਦਿੱਤੀ। ਉਹਦੇ ਵਾਸਤੇ ਕੀ ਆ ਲੋਕ ਉਹਨਾਂ ਦੇ ਵਿੱਚੋਂ ਹੁਣ ਇੱਕ ਤੈਅ ਕੀਤਾ ਗਿਆ ਜਿਹਦੇ ਵਿੱਚ ਕੀ ਆ ਮੈਂ ਦੱਸਣਾ ਚਾਹੁੰਦਾ ਕਿ ਜੇ ਲਿਖਿਆ ਹੋਇਆ ਉਮੀਦਵਾਰ ਦੀ ਯੋਗਤਾ ਜਿਹੜੀ ਲੋਕਾਂ ਨੇ ਤੈਅ ਕੀਤੀ ਆ, ਅਸੀਂ ਨਹੀਂ ਤੈਅ ਕੀਤੀ। ਕਿਉਂਕਿ ਅੱਜ ਹਰੇਕ ਬੰਦਾ ਗੱਲ ਕਰਦਾ ਕਿ ਯਾਰ ਅਨਪੜ੍ਹ ਬੰਦਾ ਚੁਣ ਲਿਆ। ਸਦੀਕ ਨੂੰ ਪੁੱਛਿਆ ਜਾਂਦਾ ਕਿ ਬਿੱਲ ਕਿਉਂ ਗਲਤ ਬਣੇ ਜੀ, ਕਿਵੇਂ ਬਣੇ, ਤਾਂ ਉਹ ਕਹਿੰਦਾ ਮੇਰਾ ਤਾਂ ਜੀ ਮੋਢਾ ਟੁੱਟਿਆ ਪਿਆ। ਹੁਣ ਅਸੀਂ ਗੱਲ ਕਰਨਾ ਚਾਹੁੰਦੇ ਹਾਂ ਕਿ ਸਾਰੇ ਲੋਕ ਚਾਹੁੰਦੇ ਆ ਪੜ੍ਹਿਆ ਲਿਖਿਆ ਬੰਦਾ ਹੋਣਾ ਚਾਹੀਦਾ। ਤਾਂ ਇਹ ਮਨੋਰਥ ਪੱਤਰ ਲੋਕਾਂ ਦਾ ਮਨੋਰਥ ਪੱਤਰ ਆ, ਲੋਕਾਂ ਦੀ ਆਵਾਜ਼ ਆ ਜਿਹੜੀ 2000 ਪਿੰਡਾਂ ਨੂੰ ਕਵਰ ਕਰਕੇ ਕੀ ਲੋਕਾਂ ਦੇ ਵਿੱਚੋਂ ਲਈ ਗਈ ਆ। ਇਹਦੇ ਵਿੱਚ ਅਸੀਂ ਸ਼ਰਤ ਦੇ ਵਿੱਚੋਂ ਲਿਖਿਆ ਹੋਇਆ ਕਿ ਸਭ ਤੋਂ ਪਹਿਲਾਂ ਸਾਡਾ ਜਿਹੜਾ ਕੀ ਨੁਮਾਇੰਦਾ ਹੋਣਾ ਚਾਹੀਦਾ ਉਹ ਗ੍ਰੈਜੂਏਟ ਘੱਟੋ ਘੱਟ ਹੋਣਾ ਚਾਹੀਦਾ। ਅਗਲੀਆਂ ਜਿਹੜੀਆਂ ਸ਼ਰਤਾਂ ਉਹ 'ਚ ਇੱਕ ਸ਼ਰਤ ਦੇ ਵਿੱਚ ਤੁਹਾਡੇ ਸਵਾਲ ਦਾ ਜਵਾਬ ਹੈ। ਤੁਸੀਂ ਗੱਲ ਕੀਤੀ ਹੈ ਕਿ ਅਲੱਗ-ਅਲੱਗ ਧਿਰਾਂ 'ਚੋਂ ਬੰਦੇ ਨਿਕਲ ਕੇ ਫਿਰ ਕੀ ਇੱਕ ਨਵੀਂ ਪਾਰਟੀ ਬਣਾ ਲੈਂਦੇ ਆ। ਅਸੀਂ ਬਾਈ ਜੀ 'ਚ ਸ਼ਰਤ ਤੈਅ ਕੀਤੀ ਹੋਈ ਆ ਲੋਕਾਂ ਵੱਲੋਂ ਕਿ ਅੱਜ ਤੱਕ ਕੋਈ ਵੀ ਸਿਆਸੀ ਬੰਦਾ ਜਿਹੜਾ ਕਿਸੇ ਵੀ ਰਵਾਇਤੀ ਸਿਆਸੀ ਪਾਰਟੀ ਦਾ ਹਿੱਸਾ ਰਹਿ ਚੁੱਕਿਆ ਤੇ ਨੁਮਾਇੰਦਾ ਰਹਿ ਚੁੱਕਿਆ ਉਹ ਲੋਕਾਂ ਦਾ ਨੁਮਾਇੰਦਾ ਹੀ ਨਹੀਂ ਹੋ ਸਕਦਾ। ਪਰ ਬਾਈ ਸੌਰੀ ਮੈਂ ਤੁਹਾਨੂੰ ਰੋਕ ਰਿਹਾ। ਜਦੋਂ ਆਮ ਆਦਮੀ ਪਾਰਟੀ ਬਣਦੀ ਆ, ਆਮ ਆਦਮੀ ਪਾਰਟੀ ਪੰਜਾਬ ਦੇ ਵਿੱਚ ਆਪਣੇ ਪੈਰ ਪਸਾਰਦੀ ਆ, ਇਹੀ ਗੱਲ ਆਮ ਆਦਮੀ ਪਾਰਟੀ ਨੇ ਵੀ ਕਹੀ ਸੀ ਕਿ ਭਾਈ ਅਸੀਂ ਤਾਂ ਪਾਸੇ ਵਾਲੀਆਂ ਪਾਰਟੀਆਂ 'ਚੋਂ ਲੈਂਦੇ ਨਹੀਂ ਕਿਉਂਕਿ ਪਾਸੇ ਵਾਲੀਆਂ ਪਾਰਟੀਆਂ ਕਰਪਟ ਆ। ਪਰ ਜਦੋਂ ਵੋਟਾਂ ਨੇੜੇ ਆਉਂਦੀਆਂ ਪਾਸੇ ਵਾਲੀ ਇਹ ਦੇਖਿਆ ਕਿ ਪਾਸੇ ਵਾਲੀਆਂ ਪਾਰਟੀਆਂ ਛੱਡ ਬੰਦੇ ਆਮ ਆਦਮੀ 'ਚ ਆਈ ਜਾਂਦੇ ਆ। ਮਤਲਬ ਇੱਕ ਵਾਰੀ ਲੋਕਾਂ ਦਾ ਇਹ ਜਿਹੜਾ ਆ ਇਸ ਗੱਲ ਤੋਂ ਇੱਕ ਵਾਰੀ ਲੋਕਾਂ ਦਾ ਵਿਸ਼ਵਾਸ ਟੁੱਟ ਚੁੱਕਿਆ। ਲੋਕਾਂ ਨੂੰ ਪਤਾ ਕਿ ਯਾਰ ਇਹ ਤਾਂ ਇੱਕ ਵਾਰੀ ਕਹਿੰਦੇ ਉਸ ਤੋਂ ਬਾਅਦ ਜਿਹੜਾ ਦੁਬਾਰੇ ਫਿਰ ਉਹਨਾਂ ਨੂੰ ਲੈ ਲੈਂਦੇ ਆ। ਬਾਈ ਜੀ ਮੈਂ ਤੁਹਾਡੀ ਗੱਲ ਨਾਲ ਸਹਿਮਤ ਆ ਕਿ ਲੋਕਾਂ ਦਾ ਵਿਸ਼ਵਾਸ ਟੁੱਟ ਚੁੱਕਿਆ। ਹੁਣ ਲੋਕ ਸਾਡੇ ਤੇ ਵਿਸ਼ਵਾਸ ਕਿਉਂ ਕਰਨ? ਅਸੀਂ ਇਹ ਗੱਲ ਨਾਲ ਸਹਿਮਤ ਵੀ ਹਾਂ ਕਿਉਂਕਿ ਅਸੀਂ ਵੀ ਲੋਕਾਂ ਦੇ ਵਿੱਚੋਂ ਆ। ਹੁਣ ਵਿਸ਼ਵਾਸ ਕਰਨ ਦਾ ਜਿਹੜਾ ਹੁਣ ਤਰੀਕਾਕਾਰ ਕਿਉਂਕਿ ਅਸੀਂ ਮਥਿਆ ਹੋਇਆ ਸੀ ਕਿ ਅਸਲ ਦੇ ਵਿੱਚ ਪੰਜਾਬ ਨੂੰ ਜਿਹੜੀ ਮੈਂ ਕਿ ਦੁਰਭਾਗ ਆ ਪੰਜਾਬ ਦੇ ਕਿ ਸਭ ਤੋਂ ਪੰਜਾਬ ਜਿਹੜਾ ਉਜਾੜਿਆ ਲੋਕਾਂ ਨੂੰ ਅਸੀਂ ਪਛਾਣ ਨਹੀਂ ਕਰ ਸਕੇ। ਲੋਕ ਅਧਿਕਾਰ ਲਹਿਰ ਵੱਲੋਂ ਇੱਕ ਗੱਲ ਮੰਨੀ ਗਈ ਹੈ ਕਿ ਪੰਜਾਬ ਦੇ ਜਿਹੜੇ ਬੰਦੇ ਬਾਈ ਜੀ ਅਸਲ ਦੇ ਵਿੱਚ ਉਜਾੜੇ ਦੇ ਜ਼ਿੰਮੇਵਾਰ ਲੋਕ ਨੇ ਉਹ ਸਿਆਸੀ ਲੋਕਾਂ ਨੂੰ ਅਸੀਂ ਮੰਨ ਲੈਂਦੇ ਹਾਂ, ਪਰ ਸਿਆਸੀ ਲੋਕ ਤਾਂ ਬਿਜ਼ਨਸ ਕਰਨ ਵਾਸਤੇ ਸਿਆਸਤ ਕਰਦੇ ਆ, ਉਹ ਮਾੜੇ ਨਹੀਂ ਹੈਗੇ। ਅਸਲ ਮਾੜੇ ਤਾਂ ਅਸੀਂ ਉਹਨਾਂ ਲੋਕਾਂ ਨੂੰ ਇਹਦਾ ਜ਼ਿੰਮੇਵਾਰ ਮੰਨਦੇ ਹਾਂ ਜਿਹੜੇ ਲੋਕਾਂ ਨੇ ਆਪਦੇ ਕਿਰਦਾਰ ਸਾਂਭ ਕੇ ਰੱਖੇ ਪਰ ਪੰਜਾਬ ਨਹੀਂ ਸਾਂਭ ਸਕੇ। ਵੱਡੇ ਨਾਂ ਨੇ ਜਿਨ੍ਹਾਂ ਦੇ ਕੀ ਆ ਜਹਿਨੀਅਤ ਲੋਕ ਜਾਣਦੇ ਆ, ਕਿਰਦਾਰ ਜਾਣਦੇ ਆ, ਉਹਨਾਂ ਨੇ ਆਪਦਾ ਕਿਰਦਾਰ ਬਚਾਇਆ ਪਰ ਪੰਜਾਬ ਨਹੀਂ ਬਚਾਇਆ।
ਅਸੀਂ ਪਿਛਲੇ 2.5 ਸਾਲਾਂ ਤੋਂ ਲੋਕਾਂ 'ਚ ਜਾਣ ਦੇ ਨਾਲ ਨਾਲ ਉਹਨਾਂ ਲੋਕਾਂ ਨੂੰ ਜਾ ਕੇ ਨਿਹੋਰਾ ਮਾਰਿਆ ਕਿ ਪੰਜਾਬ ਦੇ ਉਜਾੜੇ ਦੇ ਜ਼ਿੰਮੇਵਾਰ ਤੁਸੀਂ ਵੀ ਹੋ, ਤੁਸੀਂ ਜ਼ਿਆਦਾ ਲੋਕਾਂ ਨਾਲੋਂ। ਹੁਣ ਲੋਕ ਤਾਂ ਚੰਗਾ ਆਗੂ ਭਾਲ ਰਹੇ ਆ, ਜੇ ਅੱਜ ਮਾੜੇ ਲੋਕਾਂ ਨੂੰ ਕੀ ਆ ਥਾਂ ਤੁਸੀਂ ਚੰਗੇ ਲੋਕਾਂ ਨੇ ਛੱਡ ਦਿੱਤੀ ਆ, ਜਿਹਨਾਂ ਦੀ ਚੰਗੀ ਜਹਿਨੀਅਤ ਆ, ਚੰਗੀ ਸਮਝ ਆ, ਸਭ ਕੁਝ ਜਾਣਦੇ ਹੋਏ ਤੁਸੀਂ ਚੁੱਪ ਕਰਕੇ ਬੈਠ ਕੇ ਤੇ ਆਪਣਾ ਕਿਰਦਾਰ ਬਚਾਇਆ, ਪੰਜਾਬ ਨਹੀਂ ਬਚਾਇਆ, ਤਾਂ ਤੁਸੀਂ ਜ਼ਿੰਮੇਵਾਰ ਹੋ। ਉਹਨਾਂ ਲੋਕਾਂ ਨੂੰ ਬਾਈ ਜੀ ਕੀ ਆ, ਹੁਣ ਅਸੀਂ 28 ਤਰੀਕ ਨੂੰ ਲੋਕਾਂ ਦੀ ਕਚਹਿਰੀ 'ਚ ਕੁਛ ਕੀ ਆ ਤਾਂ ਬੁੱਧੀਜੀਵੀ ਸਾਡੇ ਨਾਲ ਪਹਿਲਾਂ ਹੀ ਤੁਰ ਚੁੱਕੇ ਸੀ, ਚੰਗੀ ਜਹਿਨੀਅਤ ਵਾਲੇ ਲੋਕ ਤਾਂ ਖੁਦ ਆ ਚੁੱਕੇ ਆ, ਕੁਝ ਨੂੰ ਜਾ ਕੇ ਤੋਰਿਆ ਗਿਆ। ਜਦੋਂ ਉਹ ਕਿਰਦਾਰ ਪੰਜਾਬ 'ਚ ਖੜ ਕੇ ਬਾਈ ਜੀ ਇਹੀ ਗੱਲ ਆਖਣਗੇ ਨਾ ਕਿ ਕਿਰਦਾਰ ਜਿਹੜੇ ਕੀ ਆ, ਤੁਸੀਂ ਗੱਲ ਕੀਤੀ ਆ ਕਿ ਲੋਕ ਯਕੀਨ ਕਿਉਂ ਕਰਨ, ਮੈਂ ਕਹਿਣਾ ਰੁਪਿੰਦਰ ਦਾ ਕੋਈ ਕਿਰਦਾਰ ਨਹੀਂ, ਮੇਰੀ ਉਮਰ ਕਿੰਨੀ ਕਾ, ਤਾਂ ਮੈਂ ਕਿਰਦਾਰ ਤੋਂ ਡੋਲ ਸਕਦਾ, ਕੋਈ ਵੀ ਬੰਦਾ ਡੋਲ ਸਕਦਾ, ਪਰ ਉਹਨਾਂ ਲੋਕਾਂ ਨੇ ਪੂਰੀ ਆਪਦੀ ਜ਼ਿੰਦਗੀ ਦੇ ਵਿੱਚ ਆਪਣਾ ਕਿਰਦਾਰ ਬਣਾਇਆ ਤੇ ਡੋਲੇ ਨਹੀਂ। ਉਹਨਾਂ 'ਚ ਕੀ ਆ, ਕਿਰਪਾਲ ਸਿੰਘ ਔਲਖ ਜੀ ਆ, ਠੀਕ ਹੈ, ਉਸ ਤੋਂ ਬਾਅਦ ਕੀ ਆ, ਮਨਜੀਤ ਸਿੰਘ ਕੰਗ ਜੀ ਆ, ਠੀਕ ਹੈ, ਰੰਧਾਵਾ ਸਾਹਿਬ ਨੇ ਜਿਹੜੇ IIT ਰੁੜਕੀ ਦੇ ਲਗਾਤਾਰ ਕੀ ਆ ਹੈੱਡ ਵੀ ਰਹੇ ਨੇ, 20 ਸਾਲ ਉੱਥੇ ਮੈਂ ਕਿ ਪ੍ਰੋਫੈਸਰ ਰਹੇ ਨੇ, ਹੋਰ ਬੜੇ ਸੱਜਣ ਨੇ, 7 ਯੂਨੀਵਰਸਿਟੀਆਂ ਦੇ ਵਾਈਸ ਚਾਂਸਲਰ ਨੇ। ਉਹਨਾਂ ਸਾਰਿਆਂ ਨੂੰ ਕੀ ਆ, ਉਹ ਸਾਰੀ ਚੰਗੀ ਜਹਿਨੀਅਤ ਵਾਲੇ ਲੋਕ ਆ। ਉਹ ਜਦੋਂ ਪੰਜਾਬ ਦੇ ਲੋਕਾਂ ਨੂੰ ਆਵਾਜ਼ ਮਾਰਨਗੇ ਤਾਂ ਲੋਕ ਉੱਠ ਕੇ ਤੁਰਨਗੇ, ਕਿਉਂਕਿ ਉਹਨਾਂ ਬਾਰੇ ਲੋਕ ਜਾਣਦੇ ਆ, ਤਾਂ ਉਹਨਾਂ ਦੇ ਕਿਰਦਾਰ ਹੋਣਗੇ। ਕਿਰਦਾਰ ਕੀ ਆ, ਅੱਜ ਮੈਂ ਕਹਿਣਾ ਵੀ ਆਮ ਆਦਮੀ ਪਾਰਟੀ ਨੂੰ ਉਦੋਂ ਦਾਅਵਾ ਕੀਤਾ ਸੀ, ਅਸਲ 'ਚ ਪੰਜਾਬ ਨੂੰ ਬਾਈ ਜੀ ਉਜਾੜਿਆ ਚਿਹਰੇ ਦੀ ਰਾਜਨੀਤੀ ਨੇ, ਇੱਥੇ ਕਦੇ ਚਰਿੱਤਰ ਦੀ ਰਾਜਨੀਤੀ ਨਹੀਂ ਹੋਈ। ਲੋਕ ਅਧਿਕਾਰ ਲਹਿਰ ਦਾ ਮੰਨਣਾ ਕਿ ਸਾਨੂੰ ਚਿਹਰੇ ਤੇ ਚਰਿੱਤਰ ਦੋਨੇ ਚਾਹੀਦੇ ਆ, ਚਿਹਰੇ ਉਹ ਚਾਹੀਦੇ ਆ ਜਿਨ੍ਹਾਂ ਦੇ ਚਰਿੱਤਰ ਹੋਣ। ਤਾਂ ਅਸੀਂ ਕਲਾਕਾਰਾਂ 'ਚੋਂ ਕਈ ਮੇਰੇ ਨੌਜਵਾਨ ਵੀਰ ਕਲਾਕਾਰਾਂ ਦੇ ਬੜੀ ਆਸ ਰੱਖੀ ਬੈਠਾ, ਕੋਈ ਕਲਾਕਾਰ ਘੈਂਟ ਜੀ ਗੱਲ ਕਰ ਦਿੰਦਾ, ਲੋਕ ਸੋਚਦੇ ਆ ਘੈਂਟ ਗੱਲਾਂ ਕਰਦਾ ਇਹ ਪੰਜਾਬ ਬਚਾਊ, ਪਰ ਉਹ ਕੱਲੀਆਂ ਗੱਲਾਂ ਕਰਨ ਵਾਲੇ ਉਹ ਕਰ ਕੁਝ ਨਹੀਂ ਸਕਦੇ, ਕਿਉਂਕਿ ਉਹਨਾਂ ਦੇ ਕਿਰਦਾਰ ਨਹੀਂ ਹੈਗੇ। ਕਲਾਕਾਰਾਂ 'ਚੋਂ ਚੰਗੇ ਕਿਰਦਾਰ ਵਾਲੇ ਕੁਝ ਵੀਰ ਨੇ ਜਿਹੜੇ ਆਉਣ ਵਾਲੇ ਸਮੇਂ 'ਚ ਤੁਹਾਡੇ ਮੂਹਰੇ ਖੜੇ ਹੋਣਗੇ, ਜਿਨ੍ਹਾਂ ਦੇ ਕਿਰਦਾਰ ਤੁਸੀਂ ਸਾਰੇ ਜਾਣਦੇ ਹੋ, ਉਹਨਾਂ ਦੀ ਕਲਮ ਤੁਸੀਂ ਜਾਣਦੇ ਹੋ। ਉਹ ਲੋਕ ਜਦੋਂ ਪੰਜਾਬ ਦੇ ਲੋਕਾਂ ਨੂੰ ਆਵਾਜ਼ ਮਾਰਨਗੇ, ਉਹ ਕਿਰਦਾਰ ਜਿਨ੍ਹਾਂ ਨੇ ਪੂਰੀ ਜ਼ਿੰਦਗੀ ਆਪਣਾ ਕਿਰਦਾਰ ਸਾਂਭ ਕੇ ਰੱਖਿਆ ਪਰ ਕਿਤੇ ਨਾ ਕਿਤੇ ਪੰਜਾਬ ਬਚਾਉਣ ਤੋਂ ਖੁੰਝ ਗਏ, ਉਹ ਲੋਕ ਜਦੋਂ ਕੀ ਆ ਲੋਕਾਂ ਦੀ ਕਚਹਿਰੀ ਜਾ ਕੇ ਆਵਾਜ਼ ਦੇਣਗੇ, ਲੋਕ ਉਹਨਾਂ ਦੇ ਕਿਰਦਾਰ ਜਾਣਦੇ ਆ, ਲੋਕ ਉਹਨਾਂ ਦੇ ਯਕੀਨ ਵੀ ਕਰਨਗੇ। ਦੂਜੀ ਗੱਲ ਇਹ, ਉਹਨਾਂ 'ਚੋਂ ਬਾਈ ਜੀ ਜ਼ਿਆਦਾਤਰ ਲੋਕ ਸਾਨੂੰ ਕਹਿ ਚੁੱਕਿਆ ਕਿ ਉਹ ਕੋਈ ਇਲੈਕਸ਼ਨ ਨਹੀਂ ਲੜ ਰਹੇ। ਮੈਂ ਲੋਕ ਅਧਿਕਾਰ ਲਹਿਰ ਦੇ ਵਿੱਚੋਂ ਜਿੰਨੇ ਵੀ ਭਰਾ ਸੀ ਕੀ ਆ ਫਰੰਟ ਲਾਈਨ ਦੇ ਵਿੱਚ ਤੁਸੀਂ ਲੋਕ ਅਕਸਰ ਦੇਖਦੇ ਹੋ, ਅਸੀਂ ਕੀ ਆ ਲੋਕਾਂ ਨੂੰ ਓਪਨਲੀ ਕਹਿਣਾ ਕਿ ਅਸੀਂ 2022 ਦੇ ਵਿੱਚ ਕੋਈ ਨੁਮਾਇੰਦੇ ਨਹੀਂ ਹੈਗੇ। ਹੁਣ ਆਮ ਆਦਮੀ ਪਾਰਟੀ ਦਾ ਤੁਸੀਂ ਗੱਲ ਕੀਤਾ, ਉਹਦੇ ਵਿੱਚ ਕੀ ਕਹਿੰਦੇ ਆ, ਜਿਹੜਾ ਵੀ ਕੋਈ ਹੈਗਾ ਉਹਨਾਂ ਦੇ ਵਿੱਚ ਮੂਹਰਲੇ ਜਿਹੜੇ ਲੋਕ ਨੇ, ਉਹ ਕਹਿੰਦਾ ਵੀ ਮੈਂ ਹੀ MLA, ਮੈਂ ਹੀ ਟਿਕਟਾਂ ਵੰਡੂ, ਮੈਂ ਹੀ CM। ਤਾਂ ਮੈਂ ਕਹਿਣਾ ਕਿ ਇਹ ਨਹੀਂ ਗੱਲ ਹੋਣੀ ਚਾਹੀਦੀ। ਇਹਦੇ ਵਿੱਚ ਕਲੀਅਰ ਕੱਟ ਲਿਖਿਆ ਹੋਇਆ, ਸਭ ਤੋਂ ਪਹਿਲਾਂ ਦੱਸਿਆ ਉਮੀਦਵਾਰ ਦੀ ਯੋਗਤਾ ਕੀ ਅਸੀਂ ਦੱਸੀ ਆ, ਅਸੀਂ ਨਹੀਂ ਮਤਲਬ ਕਿ ਲੋਕਾਂ ਨੇ ਦੱਸੀ ਆ। ਉਸ ਤੋਂ ਅੱਗੇ 14 ਟੀਚੇ ਲਿਖੇ ਹੋਏ, ਇਹਦੇ 'ਚ 14 ਟੀਚਿਆਂ 'ਚ ਅਸੀਂ ਪੰਜਾਬ ਨੂੰ ਜਿਹੜੀਆਂ 14 ਚੀਜ਼ਾਂ ਦੇ ਕੰਮ ਕਰਕੇ ਪੰਜਾਬ ਬਚਾਇਆ ਜਾ ਸਕਦਾ, ਇੱਕ ਇੱਕ ਟੀਚੇ ਦੇ ਪਿੱਛੇ ਬੈਕਐਂਡ ਤੇ ਬਾਈ ਜੀ ਇੱਕ ਨੀਤੀ ਘੜੀ ਜਾ ਰਹੀ ਆ, ਪਹਿਲਾਂ ਤਿਆਰ ਵੀ ਹੋਈ ਆ, ਹੋਰ ਵੀ ਪਾਲਿਸ਼ ਕੀਤੀ ਜਾ ਰਹੀ ਆ, ਜਿਹਨੂੰ 26 ਸਾਡੇ ਥਿੰਕ ਟੈਂਕ ਉਸ ਕੰਮ 'ਤੇ ਲੱਗੇ ਹੋਏ ਆ। ਉਹ 'ਚ ਬੜੇ ਰਿਟਾਇਰਡ IAS ਲੋਕ ਨੇ, ਬੜੇ ਯੂਨੀਵਰਸਿਟੀਆਂ ਦੇ ਖੇਤੀ ਵਿਗਿਆਨੀ ਨੇ, ਪ੍ਰੋਫੈਸਰ ਸਾਹਿਬਾਨ ਨੇ, ਜਿਹੜੇ ਆਪਣੇ ਆਪਣੇ ਖੇਤਰ ਦੇ ਮਾਹਰ ਨੇ, ਤੇ ਜਿਨ੍ਹਾਂ ਦੀ ਜਹਿਨੀਅਤ ਤੇ ਕਿਰਦਾਰ ਲੋਕ ਜਾਣਦੇ ਹੋਣਗੇ, ਆਉਣ ਵਾਲੇ ਸਮੇਂ 'ਚ ਲੋਕਾਂ ਦੇ ਮੂਹਰੇ ਆਉਣਗੇ। 25% ਲੋਕ ਅਸੀਂ 28 ਤਰੀਕ ਨੂੰ ਲੋਕਾਂ ਦੀ ਕਚਹਿਰੀ ਦੇ ਵਿੱਚ ਕੀ ਆ ਹਾਜ਼ਰ ਹੋਣਗੇ। ਤਾਂ ਉਹਦੇ ਵਿੱਚ ਕੀ ਹੈ, 14 ਨੁਕਤੇ ਜਿਹੜੇ ਤਿਆਰ ਕੀਤੇ ਗਏ ਆ, ਇਹ 14 ਦੇ 14 ਨੁਕਤੇ ਲੋਕਾਂ ਦੇ ਵਿੱਚ ਕੀ ਆ ਰੱਖੇ ਜਾਣਗੇ, ਤੇ ਇਹਨਾਂ ਨੁਕਤਿਆਂ 'ਤੇ ਉਸ ਤੋਂ ਬਾਅਦ 4 ਮਹੀਨੇ ਸਮਾਂ ਰੱਖਿਆ ਜਾਊਗਾ, ਤੇ ਲੋਕਾਂ ਨੂੰ ਵੀ ਟਾਈਮ ਦਿੱਤਾ ਜਾਊ ਕਿ ਤੁਸੀਂ ਕੀ ਇਹਨਾਂ 4 ਮਹੀਨਿਆਂ ਦੇ ਵਿੱਚ ਇਸ ਮਨੋਰਥ ਪੱਤਰ ਨਾਲ ਜੇ ਸਹਿਮਤ ਹੋ, ਜਿਹੜੀ ਲੋਕਾਂ ਦੀ ਆਵਾਜ਼ ਆ, ਤਾਂ ਉੱਠ ਕੇ ਸਾਡੇ ਨਾਲ ਜੁੜੋ, ਤੁਰੋ। ਸਾਡੇ ਤੇ ਯਕੀਨ ਨਹੀਂ ਕਰਨਾ, ਇੱਕ ਸੋਚ ਨਾਲ ਜੁੜਨਾ, ਰੁਪਿੰਦਰ ਨਾਲ ਨਹੀਂ ਜੁੜਨਾ। ਤੁਸੀਂ ਇੱਕ ਸੋਚ ਨਾਲ ਜੁੜਨਾ, ਉਹ ਸੋਚ ਤੋਂ ਜੇ ਰੁਪਿੰਦਰ ਵੀ ਲਾਂਭੇ ਹੋਇਆ ਤਾਂ ਮੇਰੇ ਲੱਤ ਵੱਜਣੀ ਚਾਹੀਦੀ ਆ। ਅਸੀਂ ਚਿਹਰਿਆਂ ਦੇ ਮਗਰ ਲੱਗੇ ਅੱਜ ਤੱਕ, ਚਰਿੱਤਰ ਦੇ ਮਗਰ ਨਹੀਂ ਲੱਗੇ। ਚਰਿੱਤਰ ਤੁਹਾਡੇ ਮੂਹਰੇ ਠੱਲਾਂਗੇ, ਉਹ ਚਰਿੱਤਰ ਜਦੋਂ ਤੁਸੀਂ ਦੇਖੋਗੇ ਤਾਂ ਤੁਸੀਂ ਆਪਣੇ ਆਪ ਹੀ ਤੁਰਨਾ। ਮੈਂ ਇਸ ਗੱਲ ਦਾ ਕੀ ਹੈ ਪਰ ਕੀ ਲੱਗਦਾ, ਚਿਹਰੇ ਦੀ ਰਾਜਨੀਤੀ ਹੁਣ ਤੱਕ ਸਾਡੇ ਚਿਹਰੇ ਦੀ ਰਾਜਨੀਤੀ ਹੋਈ ਆ, ਤੁਸੀਂ ਖੁਦ ਹੀ ਕਿਹਾ ਚਿਹਰੇ ਦੀ ਰਾਜਨੀਤੀ, ਚਰਿੱਤਰ ਦੀ ਰਾਜਨੀਤੀ, ਕੀ ਲੱਗਦਾ ਚਿਹਰੇ ਦੀ ਰਾਜਨੀਤੀ ਨੂੰ ਠੱਲ ਪਾਊਗੀ? ਚਿਹਰੇ ਦੀ ਰਾਜਨੀਤੀ ਤੇ ਹਾਵੀ ਹੋ ਸਕਦੀ ਹੈ ਚਰਿੱਤਰ ਦੀ ਰਾਜਨੀਤੀ? ਬਾਈ ਜੀ ਚਿਹਰੇ ਦੀ ਰਾਜਨੀਤੀ ਦੇ ਹੁਣ ਚਰਿੱਤਰ ਦੀ ਰਾਜਨੀਤੀ ਹਾਵੀ ਹੋਣੀ ਹੈ, ਕਿਉਂਕਿ ਲੋਕ ਕੱਲੇ ਚਿਹਰੇ ਦਾ ਚਰਿੱਤਰ ਸਮਝ ਚੁੱਕੇ ਆ। ਅੱਜ ਕਿਸੇ ਵੀ ਚਿਹਰੇ ਦਾ ਨਾਂ ਲੈ ਦਿਓ ਪੰਜਾਬ 'ਚ, ਇੱਕ ਇਹਦੇ 'ਚ ਬੜੀ ਇੰਪੋਰਟੈਂਟ ਸ਼ਰਤ ਪਾਈ ਗਈ ਆ, ਜਿਹੜੀ ਮੈਂ ਸਾਂਝੀ ਵੀ ਕਰ ਦਿੰਦਾ, ਜਿਹੜੀ ਪਹਿਲਾਂ ਵੀ ਤੁਹਾਡੇ ਨਾਲ ਸਾਂਝੀ ਕੀਤੀ, ਵੀ ਕਿਸੇ ਵੀ ਰਵਾਇਤੀ ਪਾਰਟੀ 'ਚ ਰਿਹਾ ਹੋਇਆ ਨੁਮਾਇੰਦਾ ਲੋਕਾਂ ਦਾ ਨੁਮਾਇੰਦਾ ਨਹੀਂ ਬਣ ਸਕਦਾ। ਲੋਕ ਅਧਿਕਾਰ ਲਹਿਰ ਦਾ ਮੰਨਣਾ ਲੋਕਾਂ ਦੀ ਆਵਾਜ਼ ਆ। ਤਾਂ ਕੀ ਆ, ਲੋਕਾਂ ਨੇ ਇਸ ਸ਼ਰਤ ਨੂੰ ਬਣਾਉਣ ਪਿੱਛੇ ਸਾਡੇ 'ਚੋਂ ਕਈ ਭਰਾ ਕਹਿੰਦੇ ਸੀ ਵੀ ਦੂਜੀ ਪਾਰਟੀਆਂ 'ਚੋਂ ਕੋਈ ਚੰਗਾ ਬੰਦਾ ਜੇ ਆ ਜਾਂਦਾ ਤਾਂ ਫਿਰ ਕੀ ਕਰਾਂਗੇ। ਤਾਂ ਅਸੀਂ ਓਪਨਲੀ ਸਾਰੇ, ਸਾਡੀ ਮੀਟਿੰਗ 'ਚ ਓਪਨ ਮੈਂ ਕਿ ਜਿਹੜੀ ਮੀਟਿੰਗ ਡਿਸਕਸ਼ਨ ਹੁੰਦੀ ਆ, ਅਸੀਂ ਕੀ ਓਪਨਲੀ ਕਹਿੰਦੇ ਸੀ ਵੀ ਕਿਸੇ ਬੰਦੇ ਦਾ ਨਾਂ ਲਓ, ਤੁਸੀਂ ਉਹਨੂੰ ਕਿਹੜਾ ਲੱਗਦਾ। ਤਾਂ ਕੁਝ ਬੰਦਿਆਂ ਨੇ ਇੱਕ ਦੋ ਕਿਰਦਾਰ ਨੇ ਜਿਨ੍ਹਾਂ 'ਤੇ ਲੋਕ ਵੀ ਆਸ ਰੱਖਦੇ, ਜਿਵੇਂ ਨਵਜੋਤ ਸਿੱਧੂ ਦਾ ਇੱਕ ਨੇ ਨਾਂ ਲੈਤਾ, ਕਹਿੰਦੇ ਜੀ ਨਵਜੋਤ ਸਿੱਧੂ ਤੋਂ ਲੋਕਾਂ ਨੂੰ ਆਸ ਆ। ਮੈਂ ਦਾਅਵਾ ਕਰਦਾ ਬਾਈ ਜੀ ਪੰਜਾਬ ਦੇ ਲੋਕ ਨਵਜੋਤ ਸਿੱਧੂ ਦਾ ਕਿਰਦਾਰ ਜਾਣਦੇ ਆ। ਲੋਕ ਆਪ ਕਹਿ ਦਿੰਦੇ ਆ, ਬਹੁਤੇ ਲੋਕ ਕੀ ਆ, ਜਿਹੜਾ ਬੰਦਾ 25 ਸਾਲ ਸਿਆਸੀ ਪਾਰਟੀਆਂ ਦੇ ਵਿੱਚ ਜਿਨ੍ਹਾਂ ਨੇ ਫਿਰਕਾ ਪ੍ਰਸਤੀ ਦੀ ਰਾਜਨੀਤੀ ਕੀਤੀ ਆ, ਉਹਨਾਂ ਨਾਲ ਸਹਿਜ ਰੂਪ 'ਚ ਵਿਚਰ ਗਿਆ, ਉਹ ਬੰਦਾ ਕਿਵੇਂ ਪੰਜਾਬ ਹਤੈਸ਼ੀ ਹੋ ਸਕਦਾ। ਮੈਂ ਕਹਿਣਾ ਨਵਜੋਤ ਸਿੱਧੂ ਨੇ
2 ਸਾਲ ਕੀ ਆ ਚੋਰਾਂ ਦਾ ਬਰਾਤੀ ਬਣ ਕੇ ਦੇਖ ਲਿਆ ਮੰਤਰੀ ਰਹਿ ਗਿਆ, ਕੀ ਉਹਨੇ ਪੰਜਾਬ ਬਚਾ ਲਿਆ? ਹੁਣ ਮੈਂ ਕਹਿਣਾ ਬੇਸ਼ੱਕ ਉਹ ਚੋਰਾਂ ਦਾ ਪ੍ਰਾਹੁਣਾ ਬਣ ਜੇ, ਮਤਲਬ ਕਿ ਮੁੱਖ ਮੰਤਰੀ ਬਣਾ ਦੇਣ, ਜਿਵੇਂ ਹੁਣ ਚੱਲ ਰਹੀ ਹੈ ਸਕੀਮ ਇਹਨਾਂ ਦੀ, ਉਹਨੂੰ ਮੁੱਖ ਮੰਤਰੀ ਬਣਾ ਦੇਣ, ਉਹ ਪੰਜਾਬ ਨੂੰ ਫਿਰ ਵੀ ਨਹੀਂ ਬਚਾ ਸਕਦਾ, ਕਿਉਂਕਿ ਪੰਜਾਬ ਨੂੰ ਬਚਾਉਣ ਵਾਸਤੇ ਘੱਟ ਤੋਂ ਘੱਟ 60 ਇਮਾਨਦਾਰ ਬੰਦਿਆਂ ਦੀ ਫੌਜ ਚਾਹੀਦੀ ਆ। ਕਿੱਥੋਂ ਲੈ ਕੇ ਆਊਗਾ? ਇਸ ਕਰਕੇ ਮੈਂ ਕਹਿਣਾ ਵੀ ਲੋਕਾਂ ਨੂੰ ਜਿਹੜਾ ਬਦਲ ਕੀ ਆ ਲੋਕ ਅਧਿਕਾਰ ਲਹਿਰ ਵੱਲੋਂ ਸੁਝਾਇਆ ਜਾ ਰਿਹਾ, ਉਹਦੇ ਵਿੱਚ ਲੋਕ ਆਪਣਾ ਬਦਲ ਆਪ ਤਿਆਰ ਕਰਕੇ ਅਕਤੂਬਰ ਮਹੀਨੇ ਦੇ ਵਿੱਚ ਲੋਕਾਂ ਦੇ ਵਿੱਚੋਂ ਧਿਰ ਖੜੀ ਹੋ ਜਾਣੀ ਆ। ਤੁਹਾਨੂੰ ਮੈਂ ਸਪਸ਼ਟ ਕਰਦਾ ਕਿ ਲੋਕ ਅਧਿਕਾਰ ਲਹਿਰ ਕੋਈ ਸਿਆਸੀ ਪਾਰਟੀ ਨਹੀਂ ਹੈ, ਇੱਕ NGO ਦੇ ਤੌਰ ਤੇ ਕੀ ਆ ਸਿਆਸੀ ਚੇਤਨਤਾ ਪੈਦਾ ਕਰਨ ਵਾਸਤੇ ਨਿਕਲੀ ਆ, ਕਿਉਂਕਿ ਲੋਕ ਅਧਿਕਾਰ ਲਹਿਰ ਦਾ ਮੰਨਣਾ ਕਿ NGO ਦਾ ਅਸਲ ਕੰਮ ਕੀ ਆ ਚੇਤਨਤਾ ਪੈਦਾ ਕਰਨਾ ਹੁੰਦਾ। ਅਸੀਂ ਤੁਹਾਡੇ ਚੈਨਲ ਥਰੂ ਸਾਰੇ NGOs ਨੂੰ ਤੇ ਕਲੱਬਾਂ ਨੂੰ ਵੀ ਬੇਨਤੀ ਕਰਦੇ ਹਾਂ ਕਿ ਅੱਜ ਤੱਕ ਕੀ ਅਸੀਂ ਕੀਤਾ ਕੀ ਆ, ਸਾਰੇ NGO ਨੇ ਕਲੱਬਾਂ ਨੇ ਅਸੀਂ ਸਰਕਾਰ ਦੀਆਂ ਨਲਾਇਕੀਆਂ ਲੁਕੋਈਆਂ। ਕਰੋਨਾ ਆਇਆ, ਅਸੀਂ ਠੀਕ ਆ ਪਹਿਲਾਂ ਰਾਸ਼ਨ ਵੰਡਤਾ, ਕੋਈ ਹੋਰ ਚੀਜ਼ ਵੰਡਤੀ, ਸਰਕਾਰੀ ਸਕੂਲਾਂ 'ਚ ਕੀ ਜਾ ਕੇ ਸਹੂਲਤਾਂ ਪ੍ਰੋਵਾਈਡ ਕਰਾਉਣ ਲੱਗ ਗਏ। ਤਾਂ ਮੈਂ ਕਹਿਣਾ ਵੀ ਉੱਥੇ ਸਾਨੂੰ ਕੰਮ ਕਰਨ ਦੀ ਲੋੜ ਨਹੀਂ, ਅਸੀਂ ਟੈਕਸ ਦਿੰਦੇ ਹਾਂ, ਉਹ ਸਰਕਾਰਾਂ ਦੇ ਕੰਮ ਨੇ। ਸਾਡਾ ਕੰਮ ਤਾਂ NGO ਦਾ ਅਸਲ ਕੰਮ ਲੋਕਾਂ 'ਚ ਚੇਤਨਤਾ ਪੈਦਾ ਕਰਨੀ ਸੀ। ਉਹ ਚੇਤਨਾ ਪੈਦਾ ਕਰਕੇ ਅਸੀਂ NGO ਨੂੰ ਵੀ ਇੱਕੋ ਗੱਲ ਕਹਿਣੇ ਹੁੰਦੇ ਆ ਕਿ ਅੱਜ ਕਰੋਨਾ ਆਇਆ ਤਾਂ ਬਾਈ ਜੀ ਜਾਨ ਤਲੀ ਤੇ ਧਰ ਕੇ ਕੌਣ ਲੜ ਰਿਹਾ? ਅੱਜ ਜਾਨ ਤਲੀ ਦੇ ਧਰ ਕੇ ਲੜ ਕੌਣ ਰਿਹਾ? NGO ਲੜ ਰਹੇ ਆ, ਕਲੱਬ ਲੜ ਰਹੇ ਆ, ਪਰ ਉਹ ਅੱਜ ਲੜ ਰਹੇ ਆ। ਪਰ ਇਹਨਾਂ ਸਮੱਸਿਆਵਾਂ ਦਾ ਅਸਲ ਹੱਲ ਜਦੋਂ ਹੋਣਾ, ਠੀਕ ਹੈ, ਮਤਲਬ ਕੀ ਆ, ਜਦੋਂ 2022 ਦੀ ਗੇਮ ਖੇਡੀ ਜਾਣੀ ਆ, ਸਿਆਸਤ ਦੀ ਖੇਡ ਖੇਡੀ ਜਾਣੀ ਆ, ਉਹ ਖੇਡ ਹਾਲਾਂਕਿ ਸਾਰੇ ਖੇਡਦੇ ਆ, ਤੁਸੀਂ ਵੀ ਖੇਡਦੇ ਹੋ, ਮੈਂ ਵੀ ਖੇਡਦਾ, ਪਰ ਜਦੋਂ ਉਹ ਵਾਰੀ ਆਉਣੀ ਆ ਉਦੋਂ ਸਾਰੇ NGO ਅੰਦਰ ਵੜ ਜਾਣੇ ਆ, ਤੇ ਜਿਹੜੇ ਲੋਕ ਅੱਜ ਲੀਡਰ ਡਰਪੋਕ ਤਰ੍ਹਾਂ ਦੇ ਜਿਹੜੇ ਅੱਜ ਅੰਦਰ ਜਾਨਾਂ ਲੁਕਾਉਂਦੇ ਫਿਰਦੇ ਆ, ਉਹ ਉਹਦੇ ਬਾਹਰ ਆ ਜਾਣੇ ਆ। ਤਾਂ ਅਸੀਂ ਤੁਹਾਡੇ ਚੈਨਲ ਥਰੂ ਸਾਰੇ NGOs ਨੂੰ ਤੇ ਕਲੱਬਾਂ ਨੂੰ ਬੇਨਤੀ ਕਰਦੇ ਆ ਜਿਹੜੇ ਇਸ ਗੱਲ ਨਾਲ ਸਹਿਮਤ ਆ, ਤਾਂ ਅੱਜ ਜਿਹੜੀ ਸੇਵਾ ਕਰ ਰਹੇ ਹੋ ਤੁਹਾਨੂੰ ਤਾਂ ਕਰਨੀ ਪੈ ਰਹੀ ਹੈ ਕਿਉਂਕਿ ਸਿਸਟਮ ਦਾ ਫੇਲੀਅਰ ਆ। ਉਹ ਸਿਸਟਮ ਬਦਲਣ ਖਾਤਰ ਜੇ ਤੁਸੀਂ ਤਹਈਆ ਕਰਨਾ ਚਾਹੁੰਦੇ ਹੋ ਤਾਂ ਤੁਹਾਨੂੰ ਪੰਜਾਬ ਦੀ ਸੱਤਾ ਖੁਦ ਸਾਂਭਣੀ ਪੈਣੀ ਆ। ਉਹਦੇ ਵਾਸਤੇ ਲੋਕ ਅਧਿਕਾਰ ਲਹਿਰ ਨਾਲ ਜੁੜ ਕੇ ਆਓ ਆਪਾਂ ਲਾਮਬੰਦੀ ਕਰੀਏ, ਜਿਹੜੀ ਅਕਤੂਬਰ ਮਹੀਨੇ ਤੱਕ ਆਪਾਂ ਪੂਰੀ ਕਰਕੇ, ਅਕਤੂਬਰ ਮਹੀਨੇ 'ਚ ਕੀ ਆ ਇੱਕ ਟੀਮ ਤਿਆਰ ਹੋਣੀ ਆ ਤੇ ਇੱਕ ਧਿਰ ਲੋਕਾਂ ਦੇ ਵਿੱਚੋਂ ਖੜੀ ਹੋਣੀ ਆ, ਉਹ ਧਿਰ ਬਾਈ ਜੀ ਫਿਰ ਪੰਜਾਬ ਬਚਾਊਗੀ। ਅੱਛਾ, ਇੱਕ ਚੀਜ਼ ਇੱਥੇ ਜ਼ਰੂਰ ਪੁੱਛਣਯੋਗ ਆ ਕਿ ਇੱਕ ਪਾਸੇ ਬਾਈ ਉਹ ਵੱਡੇ ਮਗਰਮੱਛ ਆ 40 ਸਾਲਾਂ ਦੇ, ਪਤਾ ਨਹੀਂ ਕਿੰਨੀ ਸਿਆਸਤ ਕਰ ਲਈ, ਉਹਨਾਂ ਦੇ ਪੁਰਖੇ ਵੀ ਸਿਆਸਤ ਕਰਦੇ ਰਹੇ ਆ। ਦੂਜੇ ਪਾਸੇ ਆਮ ਘਰਾਂ ਛੋਟੀਆਂ ਮੱਛੀਆਂ ਨੇ ਜਿਨ੍ਹਾਂ ਨੇ ਸਰਕਾਰੀ ਨੌਕਰੀਆਂ ਕੀਤੀਆਂ ਨੇ, ਆਪਣੇ ਕਿਰਦਾਰ ਬਚਾਏ ਆ। ਅਕਸਰ ਇਹ ਕਿਹਾ ਜਾਂਦਾ ਕਿ ਮਗਰਮੱਛਾਂ ਮੂਹਰੇ ਮੱਛੀਆਂ ਦਾ ਕੁਝ ਵੱਟਿਆ ਨਹੀਂ ਜਾਂਦਾ, ਤੇ ਫਿਰ ਕੀ ਲੱਗਦਾ ਜਿਹੜੀਆਂ ਇਹ ਮੱਛੀਆਂ ਨੇ ਹਾਵੀ ਹੋ ਸਕਣਗੀਆਂ ਮਗਰਮੱਛਾਂ ਤੇ ਵੱਡਿਆਂ ਤੇ? ਕਿਉਂਕਿ ਜਿਵੇਂ ਪਿਛਲੀ ਵਾਰੀ ਕਿਹਾ ਗਿਆ ਸੀ ਕਿ ਜੇ ਆਮ ਆਦਮੀ ਨੂੰ, ਬਹੁਤਿਆਂ ਨੇ ਕਿਹਾ ਕਿ ਯਾਰ ਆਮ ਆਦਮੀ ਨੂੰ ਹਰਾਉਣ ਵਾਸਤੇ ਇਹ ਇੱਕ ਹੋ ਗਏ, ਤੁਹਾਡੀ ਗੱਲ ਮੰਨ ਲਈਏ, ਜੇ ਕਿਤੇ ਐਤਕੀ ਇੱਕ ਚੀਜ਼ ਨੂੰ ਹਰਾਉਣ ਵਾਸਤੇ ਤਿੰਨੋਂ ਇੱਕ ਹੋ ਗਏ, ਫਿਰ ਕੀ ਲੱਗਦਾ ਇੱਕ ਪਾਸੇ ਤਿੰਨ ਆ ਤੇ ਇੱਕ ਪਾਸੇ ਇੱਕ ਆ? ਬਾਈ ਜੀ ਕਿੰਨੇ ਇਕੱਠੇ ਹੋ ਜਾਣ, ਪਰ ਅੱਜ ਲੋਕ ਇਕੱਠੇ ਹੋ ਚੁੱਕੇ ਆ। ਕਿਸਾਨੀ ਅੰਦੋਲਨ ਦੇ ਵਿੱਚ ਲੋਕ ਜੁੜ ਚੁੱਕੇ ਆ ਇੱਕ ਦੂਜੇ ਦੇ ਨਾਲ। ਮੈਂ ਕਹਿਣਾ ਕਿਸਾਨੀ ਅੰਦੋਲਨ ਨੇ ਜਿਹੜਾ ਸਾਨੂੰ ਦਿੱਤਾ ਨਾ, ਮੈਂ ਕਹਿਣਾ ਅਸੀਂ ਪਿਛਲੇ ਮਾਰਚ 'ਚ ਕੰਪੇਨ ਸ਼ੁਰੂ ਕਰਨੀ ਸੀ, ਅਸੀਂ ਕੀ ਆ ਕਰ ਨਹੀਂ ਸਕੇ, ਕਰੋਨਾ ਆਇਆ, ਪਰ ਇਹ ਕੁਦਰਤ ਨੇ ਹਾਲਾਤ ਸਿਰਜੇ ਆ। ਕਰੋਨਾ ਆਇਆ, ਖੇਤੀ ਬਿੱਲ ਆ, ਇਹਨਾਂ ਨੇ ਲੋਕ ਇੰਨੇ ਕੁ ਜਗਾਤੇ ਆ ਕਿ ਜਿਹੜੀ ਤੁਸੀਂ ਗੱਲ ਕੀਤੀ ਹੈ ਨਾ ਮਗਰਮੱਛਾਂ ਦੀ, ਇਹ ਹੁਣ ਰਬੜ ਦੇ ਮਗਰਮੱਛ ਬਣ ਗਏ। ਅੱਜ ਕਿਹੜਾ ਬੰਦਾ ਪਿੰਡ 'ਚ ਆ ਕੇ ਸੱਥ 'ਚ ਖੜ ਸਕਦਾ? ਕੋਈ ਬੰਦੇ ਦੀ ਔਕਾਤ ਨਹੀਂ ਹੈ। ਇਹ ਪਹਿਲਾਂ ਵੀ ਰਬੜ ਦੇ ਮਗਰਮੱਛ ਸੀ। ਮੈਂ ਲੋਕਾਂ ਨੂੰ ਅਕਸਰ ਜਾ ਕੇ ਕਹਿਣਾ, ਕਈ ਵੀਰ ਕੀ ਆ ਸਟੇਜਾਂ 'ਤੇ ਕਹਿ ਦਿੰਦੇ ਆ ਕਿ ਇਹ ਲੋਕ ਜਰਵਾਣੇ ਲੋਕ ਆ ਜਿਨ੍ਹਾਂ ਨਾਲ ਸਾਡਾ ਮੱਥਾ ਲੱਗਿਆ। ਮੈਂ ਕਹਿਣਾ ਬਾਈ ਇਹ ਜਰਵਾਣੇ ਜਰਬੂਣੇ ਨਹੀਂ, ਇਹ ਚੋਰ ਲੋਕ ਆ। ਹੁਣ ਚੋਰ ਦੇ ਪੈਰ ਹੁੰਦੇ ਆ ਕਿ ਨਹੀਂ ਹੁੰਦੇ? ਮੈਂ ਇਕੱਠ 'ਚ ਪੁੱਛਦਾ ਉਹਨਾਂ, ਚੋਰ ਦੇ ਪੈਰ ਹੁੰਦੇ ਆ? ਲੋਕ ਕਹਿੰਦੇ ਨਹੀਂ ਹੁੰਦੇ। ਤਾਂ ਮੈਂ ਕਹਿਣਾ ਵੀ ਇਹ ਸਾਰੇ ਚੋਰ ਆ। ਮੈਂ ਸਰਕਾਰੀ ਮੁਲਾਜ਼ਮ ਹੋ ਕੇ ਬੋਲਦਾ ਯਾਰ, ਮੇਰੇ ਕੋਲੇ ਗਵਾਉਣ ਨੂੰ ਨੌਕਰੀ ਆ, ਤੁਹਾਡੇ ਕੋਲ ਤਾਂ ਗਵਾਉਣ ਨੂੰ ਵੀ ਕੁਝ ਨਹੀਂ। ਤਾਂ ਮੈਂ ਤੁਹਾਨੂੰ ਬੇਨਤੀ ਕਰਦਾ, ਡਰਨ ਦੀ ਲੋੜ ਨਹੀਂ ਹੈ। ਬਾਕੀ ਇਹ ਲੋਕਾਂ ਦਾ ਬਾਈ ਜੀ ਹੜਾ, ਲੋਕ ਰੋਹ ਦਾ ਹੜਾ। ਤੁਸੀਂ ਮਗਰਮੱਛਾਂ ਦੀ ਗੱਲ ਕਰਦੇ ਹੋ, ਉੱਥੇ ਮੈਂ ਕਹਿਣਾ ਵੀ ਸਾਰਾ ਕੁਝ ਹੀ ਕੀ ਆ, ਜਦੋਂ ਬਹਿਣ ਬਹਿੰਦਾ ਨਾ ਲਹਿਰਾਂ ਉੱਠਦੀਆਂ, ਉਹ ਮਗਰਮੱਛ ਵੀ ਰੋੜ ਕੇ ਲੈ ਜਾਂਦੀਆਂ। ਅਤੇ ਇਹ ਲਹਿਰ ਜਿਵੇਂ ਪਹਿਲਾਂ ਕਿਸਾਨੀ ਦੇ ਵਿੱਚ ਉੱਠੀ, ਤੁਸੀਂ ਮੈਂ ਕਿ ਫਿਰ ਰੋਕਿਆ ਨਹੀਂ, ਰੁਕੀ, ਦਿੱਲੀ ਦੇ ਬਰੂਹਾਂ 'ਤੇ ਜਾ ਕੇ ਖੜ੍ਹ ਗਈ ਅਤੇ ਕਿਸਾਨ ਜਿੱਤ ਚੁੱਕਿਆ। ਮੈਂ ਕਹਿਣਾ ਚਾਹੁੰਦਾ ਕਿ ਕਿਸਾਨੀ ਅੰਦੋਲਨ ਲੋਕ ਜਿੱਤ ਗਏ। ਹੁਣ ਜਿਹੜਾ ਕੀ ਆ ਥੋੜ੍ਹਾ ਮੋਟਾ ਕੀ ਆ ਬਾਕੀ ਕੱਟਾ ਕੱਟੀ ਰਹਿ ਗਿਆ। ਜੇ ਉਹਦੇ ਕੀ ਆ ਮਾੜੀ ਮੋਟੀ ਕੀ ਉਣਤਾ ਹੀ ਰਹਿੰਦੀ ਆ, ਤਾਂ ਸਾਡੇ ਮੈਂ ਕਹਿਣਾ ਆਗੂਆਂ ਦੀ ਕਮੀ ਹੋ ਸਕਦੀ ਆ, ਪਰ ਲੋਕਾਂ 'ਚ ਕੋਈ ਕਮੀ ਨਹੀਂ। ਲੋਕ ਜਿੱਤ ਚੁੱਕੇ ਆ, ਕਿਉਂਕਿ ਉਹ ਲੜਾਈ ਲੜਨੀ ਬੜੀ ਵੱਡੀ ਸੀ। ਜਦੋਂ ਅਸੀਂ ਦੁਸ਼ਮਣ ਦੇ ਘਰੇ ਜਾ ਕੇ ਮੰਨ ਲਓ ਜਿਹਦੇ ਨਾਲ ਸਾਡੀ ਬਹਿਸ ਆ, ਜਾ ਕੇ ਗੇਟ 'ਚ ਗਾਲਾਂ ਕੱਢਿਆ, ਇਹ ਬੰਦਾ ਬਾਹਰ ਨਹੀਂ ਨਿਕਲਿਆ, ਮੀਨਜ਼ ਕੀ ਆ ਵੀ ਅਸੀਂ ਜਿੱਤ ਚੁੱਕੇ ਹਾਂ। ਤਾਂ ਲੋਕਾਂ ਨੂੰ ਜਿੱਤ ਦਾ ਅਹਿਸਾਸ ਵੀ ਕਰਨਾ ਚਾਹੀਦਾ। ਉਹ ਲੜਾਈ ਜਾਰੀ ਰੱਖਣੀ ਪਊਗੀ, ਪਰ ਉਹ ਲੜਾਈ ਲੜਨ ਦੇ ਨਾਲ ਸਾਨੂੰ 2022 ਦੀ ਲੜਾਈ ਲੜਨ ਵਾਸਤੇ ਆਪਣੇ ਪਿੰਡਾਂ ਨੂੰ, ਪਹਿਲੀ ਗੱਲ ਆਪਣੇ ਹਲਕੇ ਨੂੰ ਕਿਲਾ ਤੇ ਪਿੰਡ ਨੂੰ ਮੋਰਚਾ ਬਣਾਉਣਾ ਪੈਣਾ। ਫਿਰ ਅਸੀਂ ਕੀ ਆ ਜਿਹੜੀ ਅਸਲ ਲੜਾਈ ਜਿੱਤ ਸਕਾਂਗੇ। ਕਿਸਾਨੀ ਬਿੱਲ ਵਾਪਸ ਕਰਾ ਕੇ ਵੀ ਪੰਜਾਬ ਨਹੀਂ ਬਚਣਾ ਜੇ ਅਸੀਂ 2022 'ਚ ਕੀ ਆ ਉਹਨਾਂ ਲੁਟੇਰਿਆਂ ਤੋਂ ਪੰਜਾਬ ਨੂੰ ਨਾ ਬਚਾ ਸਕੇ। ਇਸ ਕਰਕੇ ਤੁਹਾਡੇ ਚੈਨਲ ਥਰੂ ਬੇਨਤੀ ਕਰਦੇ ਕਿ ਮਗਰਮੱਛ ਕੁਛ ਨਹੀਂ, ਨਾ ਇਹ ਕੁਝ ਮਾ ਕੇ ਹੈਗਾ, ਕੋਈ ਵਜੂਦ ਨਹੀਂ ਇਹਨਾਂ ਦਾ। ਅੱਜ ਇਹ ਪਿੰਡਾਂ 'ਚ ਵੜਨ ਕੰਨਿਓ ਡਰ ਰਹੇ ਆ, ਪਰ ਮੈਂ ਤੁਹਾਨੂੰ ਇੱਕ ਬੇਨਤੀ ਕਰਦਾ, ਜੇ ਪਿੰਡਾਂ ਦੇ ਬਾਹਰ ਬੋਰਡ ਤਾਂ ਲਾਈ ਜਾਂਦੇ ਹਾਂ ਅਸੀਂ ਕਿ ਸਾਡੇ ਪਿੰਡਾਂ 'ਚ ਕੋਈ ਸਿਆਸੀ ਬੰਦਾ ਨਾ ਵੜੇ, ਇਸ ਗੱਲ ਤੇ 2022 ਤੱਕ ਖੜ੍ਹ ਜਿਓ। ਅਤੇ ਜੇ ਤੁਸੀਂ ਉਸ ਗੱਲ ਤੇ 2022 ਤੱਕ ਖੜ੍ਹ ਗਏ,
ਫਿਰ ਤੁਹਾਡੀ ਜਿੱਤ ਵੀ ਯਕੀਨੀ ਆ। ਤੇ ਰਾਜਨੀਤੀ ਨਹੀਂ, ਫਿਰ ਲੋਕ ਨੀਤੀ ਹੋਣੀ ਆ। ਤੇ ਉਹਦੇ ਵਾਸਤੇ ਜਿਹੜਾ ਨਕਸ਼ਾ ਗਾ ਉਹ ਲੋਕ ਅਧਿਕਾਰ ਲਹਿਰ ਤੁਹਾਡੇ ਮੂਹਰੇ ਰੱਖ ਰਹੀ ਆ। ਕਿਉਂਕਿ ਮੈਂ ਇੱਕ ਗੱਲ ਮੰਨਦਾ ਬਾਈ ਜੀ ਕਿ ਨਕਸ਼ੇ ਬਿਨਾਂ ਕੋਈ ਜੰਗ ਨਹੀਂ ਜਿੱਤੀ ਜਾ ਸਕਦੀ। ਅੱਜ ਕਿਸਾਨੀ ਅੰਦੋਲਨ ਕਿਸੇ ਤਣ ਪੱਤਨ ਅਜੇ ਤੱਕ ਕਿਉਂ ਨਹੀਂ ਪਹੁੰਚ ਸਕਿਆ? ਕਿਉਂਕਿ ਕਿਤੇ ਨਾ ਕਿਤੇ ਅਸੀਂ ਬਿਨਾਂ ਨਕਸ਼ਾ ਘੜੇ ਉਹ ਲੜਾਈ ਦੇ ਵਿੱਚ ਕੁੱਦ ਪਏ ਆ। ਪਰ ਅਸੀਂ ਜੇ ਨਕਸ਼ਾ ਲੈ ਕੇ ਚੱਲਾਂਗੇ, ਨਕਸ਼ਾ ਜਿਹੜਾ ਲੋਕਾਂ ਦੇ ਵਿੱਚ 28 ਤਰੀਕ ਨੂੰ ਸਾਂਝਾ ਹੋਣਾ। ਹੁਣ ਫੌਜ ਜਦੋਂ ਕੋਈ ਲੜਾਈ ਲੜਦੀ ਹੈ ਤਾਂ ਫੌਜ ਨੂੰ ਕੀ ਆ ਪਤਾ ਹੁੰਦਾ ਕਿ ਪੁਲ ਕਿੱਥੇ ਆ, ਨਹਿਰ ਕਿੱਥੇ ਆ, ਦਰਿਆ ਕਿੱਥੇ ਆ, ਫੌਜ ਫੇਰ ਅੱਗੇ ਵੱਧਦੀ ਆ। ਤਾਂ ਇਹ ਸਾਡਾ ਨਕਸ਼ਾ, ਇਹ ਨਕਸ਼ੇ ਨੂੰ ਲੈ ਕੇ ਜਦੋਂ ਲੋਕ ਹੱਥਾਂ 'ਚ ਫੜ ਕੇ ਅੱਗੇ ਵਧਣਗੇ ਤਾਂ ਮੈਂ ਕਹਿਣਾ ਲੋਕਾਂ ਦੀ ਜਿੱਤ ਯਕੀਨੀ ਆ। ਤੇ ਲੋਕਤੰਤਰ ਅਸਲ ਫੇਰ ਬਹਾਲ ਹੋਣਾ। ਕਿਉਂਕਿ ਲਹਿਰ ਦਾ ਮੰਨਣਾ ਇਹ ਹੈ ਕਿ ਲੋਕਤੰਤਰ 'ਚ 3 ਕੜੀਆਂ ਨੇ। 3 ਕੜੀਆਂ ਕਿਹੜੀਆਂ? ਕਾਰਜਪਾਲਿਕਾ, ਵਿਧਾਨਪਾਲਿਕਾ ਤੇ ਨਿਆਂਪਾਲਿਕਾ। ਹੁਣ ਕਾਰਜਪਾਲਿਕਾ 'ਚ ਸਾਡੀ IPS ਤੇ IAS ਲੌਬੀ ਆ ਜਾਂਦੀ ਆ, ਜਿਨ੍ਹਾਂ ਨੂੰ ਮੈਂ ਪੱਕੀਆਂ ਸਰਕਾਰਾਂ ਕਹਿਣਾ ਹੁੰਦਾ। ਤੇ ਸਾਨੂੰ ਅਸਲ 'ਚ ਬਾਈ ਜੀ ਪੱਕੀਆਂ ਸਰਕਾਰਾਂ ਨੇ ਅਸਲ 'ਚ ਉਜਾੜਿਆ, ਕੱਚੀਆਂ ਨੇ ਨਹੀਂ ਉਜਾੜਿਆ। ਤੁਸੀਂ ਕਈ ਲੋਕ ਭਰਾ ਸੋਚਦੇ ਆ ਕਿ ਸਾਨੂੰ ਸਿਆਸਤ ਉਜਾੜ ਗਈ। ਮੈਂ ਇੱਕ ਗੱਲ ਦਾ ਦਾਅਵਾ ਕਰਦਾ ਕਿ ਸਿਆਸਤ ਨੇ ਨਹੀਂ ਉਹਨਾਂ ਉਜਾੜਿਆ। ਇਹ ਕੱਚੀਆਂ ਸਰਕਾਰਾਂ 5 ਸਾਲ ਵਾਸਤੇ ਆਉਂਦੀਆਂ, ਜਿੰਨਾ ਪੱਕੀਆਂ ਸਰਕਾਰਾਂ ਨੇ ਉਜਾੜਿਆ ਸਾਡੀ ਕੀ ਆ ਬਿਊਰੋਕਰੇਸੀ ਨੇ ਸਾਨੂੰ ਉਜਾੜਿਆ। ਪਰ ਇਹਨਾਂ ਨੂੰ ਅਸੀਂ ਬਦਲ ਨਹੀਂ ਸਕਦੇ ਕਿਉਂਕਿ ਇੱਕ ਹਰਡਲ ਕ੍ਰੋਸ ਕਰਕੇ ਆਉਂਦੇ ਆ, ਟੈਸਟ ਕਲੀਅਰ ਕਰਕੇ ਆਉਂਦੇ ਆ। ਤੇ ਪੂਰਾ ਬਾਈ ਜੀ ਫਿਰ ਕੀ ਆ 60 ਸਾਲ ਤੱਕ ਕੀ ਇਹਨਾਂ ਨੇ ਰਹਿਣਾ, ਅਸੀਂ ਬਦਲ ਨਹੀਂ ਸਕਦੇ। ਦੂਸਰੀ ਨਿਆਂਪਾਲਿਕਾ ਆ ਗਈ। ਨਿਆਂਪਾਲਿਕਾ ਨਹੀਂ ਅਸੀਂ ਬਦਲ ਸਕਦੇ ਕਿਉਂਕਿ ਉਹ ਹਰਡਲ ਕ੍ਰੋਸ ਕਰਕੇ ਆਉਂਦਾ, ਟੈਸਟ ਕਲੀਅਰ ਕਰਕੇ ਜੱਜ ਬਣਦਾ ਬੰਦਾ, ਉਹ ਅਸੀਂ ਨਹੀਂ ਬਦਲ ਸਕਦੇ। ਉਹ ਬੰਦੇ ਨੇ 60 ਸਾਲ ਬਾਅਦ ਰਿਟਾਇਰ ਹੋਣਾ। ਤਾਂ ਸਾਡੇ ਕੋਲ ਤਾਂ ਇੱਕੋ ਹਥਿਆਰ ਆ ਜਿਹੜਾ ਸਾਨੂੰ ਲੋਕਤੰਤਰ 'ਚ ਮਿਲਿਆ ਹੋਇਆ, ਉਹ ਕੀ ਆ ਵਿਧਾਨਪਾਲਿਕਾ। ਉਹ ਅਸੀਂ ਬਦਲ ਸਕਦੇ ਹਾਂ ਹਰ 5 ਸਾਲ ਬਾਅਦ। ਪਰ ਹਰ ਸਾਲ ਕੀ ਆ 5 ਸਾਲ ਬਾਅਦ ਅਸੀਂ ਖੁੰਝ ਕਿਉਂ ਗਏ? ਕਿਉਂਕਿ ਅਸੀਂ ਹਮੇਸ਼ਾ ਦਾਈ ਗਲਤ ਪੱਤੇ 'ਤੇ ਲਾਤਾ। ਮੈਂ ਗੱਲ ਕਰਦਾ ਉਹਨਾਂ ਸੱਥਾਂ 'ਚ ਜਾ ਕੇ ਕਿ ਗੋਲਾ ਵੱਡਾ ਕੇ ਬਾਦਸ਼ਾਹ। ਤਾਂ ਸੱਥਾਂ ਵਾਲੇ ਬਾਪੂ ਜਿਹੜੇ ਰੋਜ਼ ਤਾਂਸ਼ ਖੇਡਦੇ ਉਹ ਕਹਿੰਦਾ ਬਾਦਸ਼ਾਹ ਵੱਡਾ ਪੁੱਤ। ਤਾਂ ਮੈਂ ਕਹਿਣਾ ਫਿਰ ਤੁਸੀਂ ਦਾ ਗੋਲਿਆਂ ਦੇ ਕਿਉਂ ਲਾਉਣੇ ਹੋ? ਕਿਉਂਕਿ ਅੱਜ ਕੀ ਆ ਜਿਹੜੇ ਸਿਆਸੀ ਲੋਕ ਆ, ਬਾਦਲ ਆ, ਕੈਪਟਨ ਆ, ਕੇਜਰੀਵਾਲ ਆ, ਕੋਈ ਵੀ ਆ, ਮੋਦੀ ਆ, ਇਹ ਸਾਰੇ ਬਾਈ ਜੀ ਕਾਰਪੋਰੇਟਾਂ ਦੇ ਗੋਲੇ ਆ। ਕਿਉਂਕਿ ਲੋਕ ਸਮਝ ਚੁੱਕਿਆ ਕਿ ਅੱਜ ਕੱਲ੍ਹ ਸਰਕਾਰਾਂ ਜਿਹੜੀਆਂ ਬਣਦੀਆਂ ਪਹਿਲਾਂ ਵਿਕਦੀਆਂ ਤੇ ਫੇਰ ਬਣਦੀਆਂ। ਤਾਂ ਲੋਕ ਇਹ ਸਮਝ ਚੁੱਕੇ ਆ ਸਾਰੇ ਗੁਲਾਮ ਆ ਤੇ ਬਾਦਸ਼ਾਹ ਲੋਕਤੰਤਰ ਦੇ ਲੋਕ ਹੁੰਦੇ ਆ ਸਾਰੇ ਆਪਾਂ। ਤਾਂ ਅਸੀਂ ਆਪਣੇ ਤੇ ਦਾ ਲਾਉਣਾ, ਆਪਣੇ ਤੇ ਦਾ ਕਿਵੇਂ ਲਾਉਣਾ, ਉਹਦੇ ਵਾਸਤੇ ਉਮੀਦਵਾਰ ਕਿਵੇਂ ਚੁਣਨਾ, ਸ਼ਰਤਾਂ ਵੀ ਤੈਅ ਨੇ, ਟੀਚੇ ਵੀ ਤੈਅ ਨੇ। ਤੇ ਨਾਲ ਬਾਈ ਜੀ ਉਮੀਦਵਾਰ ਚੁਣਨ ਦੀ ਵਿਧੀ ਵੀ ਅਸੀਂ ਦੱਸ ਰਹੇ ਹਾਂ ਇਸ ਮੌਕੇ ਬਰੋਸ਼ਰ ਦੇ ਵਿੱਚ। ਇਹ ਵਿਧੀ ਜਾਣ ਕੇ, ਕਿਉਂਕਿ ਇੱਕ ਗੱਲ ਕਹਿਣਾ ਲੋਕ ਅਧਿਕਾਰ ਲਹਿਰ ਦਾ ਮੰਨਣਾ ਕਿ ਅੱਜ ਤੱਕ ਅਸੀਂ ਬਾਈ ਜੀ ਲੀਡਰ ਚੁਣਿਆ, ਕਦੇ ਨੁਮਾਇੰਦੇ ਨਹੀਂ ਚੁਣਿਆ। ਲੀਡਰ ਕਿਵੇਂ ਚੁਣਿਆ? ਇੱਕ ਨੂੰ ਬਾਦਲ ਨੇ ਚੁਣ ਲਿਆ, ਇੱਕ ਨੂੰ ਕੈਪਟਨ ਨੇ ਚੁਣ ਲਿਆ, ਇੱਕ ਨੂੰ ਕੇਜਰੀਵਾਲ ਨੇ ਚੁਣ ਲਿਆ। ਅਸੀਂ ਤਾਂ ਬੇਹਾ ਚੁਣਦੇ ਹਾਂ, ਅਸੀਂ ਤਾਂ ਸੱਜਰਾ ਕਦੇ ਚੁਣੇ ਹੀ ਨਹੀਂ। ਕਿਉਂਕਿ ਅਸੀਂ ਤਾਂ ਕੀ ਆ ਨੁਮਾਇੰਦਾ ਨਹੀਂ ਚੁਣਦੇ, ਅਸੀਂ ਲੀਡਰ ਚੁਣਦੇ ਹਾਂ ਜਿਹੜਾ ਉਹਨਾਂ ਦੇ ਘਰਾਂ 'ਚੋਂ ਆਉਂਦਾ। ਤੇ ਅਸੀਂ ਸਾਰੇ ਪਿੰਡਾਂ ਵਾਲੇ ਜਾਣਦੇ ਆ ਕਿ ਜਿਹੜੀ ਛਤਰੀ ਤੋਂ ਕਬੂਤਰ ਉੱਡਦਾ ਬਾਈ ਜੀ ਉਸੇ ਛਤਰੀ 'ਤੇ ਬਹਿੰਦਾ। ਤੇ ਫਿਰ ਆਪਦੀਆਂ ਛਤਰੀਆਂ ਹੁਣ ਫੇਰ ਸਜਾਉਣਗੇ, ਕਬੂਤਰ ਵੀ ਉਡਾਉਣਗੇ। ਅਸੀਂ ਸੰਗਤ ਦੀ ਛਤਰੀ ਤੋਂ ਇੱਕ ਕਬੂਤਰ ਉਡਾਉਣਾ ਤੇ ਕਿਰਦਾਰ ਵਾਲਾ ਉਡਾਉਣਾ, ਆਪਦੇ ਵਿੱਚੋਂ ਉਡਾਉਣਾ। ਜਦੋਂ ਉਹ ਕਬੂਤਰ ਉੱਡੂਗਾ ਉਹ ਸਾਡੀ ਛਤਰੀ 'ਤੇ ਬੈਠੂਗਾ, ਉਹਨਾਂ ਦੀ ਛਤਰੀ 'ਤੇ ਨਹੀਂ ਬਹਿੰਦਾ। ਜਦੋਂ ਉਹ ਲੋਕ ਮਿਲ ਕੇ ਸੱਤਾ ਦੇ ਵਿੱਚ ਆਉਣਗੇ ਉਹ ਫਿਰ ਕਾਨੂੰਨ ਘੜਨਗੇ। ਉਹ ਕਾਨੂੰਨ ਫਿਰ ਕੀ ਆ ਸਾਡੇ ਪੰਜਾਬ ਦਾ ਨਵਾਂ ਜਿਹੜਾ ਨਕਸ਼ਾ ਕੀ ਆ ਉਹ ਸਿਰਜਣਗੇ। ਤੇ ਲੋਕਾਂ ਨੂੰ ਅਸੀਂ ਇਹੀ ਅਪੀਲ ਕਰਦੇ ਹਾਂ ਕਿ ਅੱਜ ਤੱਕ ਅਸੀਂ ਜਿਹੜੇ ਲੀਡਰ ਚੁਣੇ ਉਹਨਾਂ ਨੂੰ ਟਿਕਟ ਕਿਵੇਂ ਮਿਲਦੀ ਆ ਉਹ ਸਾਰੇ ਲੋਕ ਜਾਣ ਚੁੱਕੇ ਆ। ਕਿਵੇਂ ਮਿਲਣੀ ਚਾਹੀਦੀ ਆ ਉਹਦੀ ਗੱਲ ਇਹਦੇ ਵਿੱਚ ਸਾਂਝੀ ਕੀਤੀ ਹੋਈ ਆ ਵੀ ਕਿਵੇਂ ਆਗੂ ਚੁਣਨਾ ਸੀ, ਨੁਮਾਇੰਦਾ ਕਿਵੇਂ ਚੁਣਨਾ ਆਪਣਾ। ਅਸੀਂ ਅੱਜ ਤੱਕ ਕਿਵੇਂ ਚੁਣਿਆ ਬਾਈ ਜੀ? ਇੱਕ ਬੰਦਾ ਟਿਕਟ ਲੈਣੀ, ਉਹ ਇੱਕ ਬਾਦਲ ਕੋਲੇ ਜਾਂਦਾ, ਇੱਕ ਕੈਪਟਨ ਕੋਲੇ, ਇੱਕ ਕੇਜਰੀਵਾਲ ਕੋਲੇ ਜਾ ਕੇ। ਪਹਿਲੀ ਗੱਲ ਕੀ ਆ, ਇੱਕ ਤਰੀਕਾ ਕੀ ਆ, ਜਾ ਕੇ ਉਹਨਾਂ ਨੂੰ ਕਿਹਾ ਜਾਂਦਾ ਕਿ ਮੈਂ ਆਪਦੇ ਸਕੇ ਪਿਓ ਦਾ ਨਹੀਂ, ਮੈਂ ਤੇਰਾ, ਠੀਕ ਹੈ। ਜਾਂ ਫਿਰ ਕੀ ਉਹ ਕੀ ਕਰਦਾ, ਉਹਦੇ ਪੈਰਾਂ 'ਚ ਜ਼ਮੀਰ ਰੱਖ ਦਿੰਦਾ, ਕਹਿੰਦਾ ਵੀ ਮੇਰਾ ਜ਼ਮੀਰ ਤੇਰੇ ਪੈਰਾਂ 'ਚ ਪਿਆ, ਜਿਵੇਂ ਮਰਜ਼ੀ ਖੇਡ, ਮੈਨੂੰ ਜਿਵੇਂ ਮਰਜ਼ੀ ਵਰਤ, ਮੈਂ ਤੇਰਾ, ਮੈਥੋਂ ਆਹ ਚੱਕ 2 ਕਰੋੜ 3 ਕਰੋੜ ਰੁਪਈਆ ਮੈਨੂੰ ਟਿਕਟ ਦੇ ਦੇ। ਇਸ ਤਰੀਕੇ ਨਾਲ ਟਿਕਟ ਮਿਲਦੀ ਆ, ਸਾਰੀਆਂ ਪਾਰਟੀਆਂ ਜਿਸ ਤਰੀਕੇ ਨਾਲ ਮਿਲਦੀ ਆ। ਆਪ ਦਾ ਇਨਕਲਾਬ ਫੇਲ ਹੋਣ ਦਾ ਕਾਰਨ ਇਹ ਹੈ ਕਿ ਟਿਕਟਾਂ ਮੁੱਲ ਵਿਕੀਆਂ। ਅਸੀਂ ਸਾਰੇ ਜਜ਼ਬਾਤੀ ਲੋਕਾਂ ਨੇ ਉਹਨਾਂ ਦਾ ਸਾਥ ਦਿੱਤਾ। ਪਰ ਕੀ ਆ ਉਹਨਾਂ ਨੇ ਜਿਹੜੀ ਸਾਡੇ ਨਾਲ ਕੀਤੀ ਸਾਰਿਆਂ ਨੂੰ ਪਤਾ, ਕਿਉਂਕਿ ਇਨਕਲਾਬ ਬਣਾਉਟੀ ਸੀ। ਪਰ ਲੋਕ ਤਾਂ ਹਲੇ ਵਿੱਚੋਂ ਆਵਾਜ਼ ਤਾਂ ਧਰਾਤਲੀ ਜੇ ਆਵਾਜ਼ ਦੀ ਗੱਲ ਕਰ ਲਈ ਉਹ ਇਹ ਵੀ ਆਉਂਦੀ ਆ, ਕਹਿੰਦੇ ਯਾਰ ਕੈਪਟਨ ਵੀ ਦੇਖ ਲਿਆ, ਬਾਦਲ ਵੀ ਦੇਖ ਲਿਆ, ਆ ਤੀਜੀ ਤੇਰਾ ਹਾਲੇ ਤੱਕ ਪੂਰੀ ਨਹੀਂ ਦੇਖੀ, ਅੱਧੀ ਪਚੱਧੀ ਦੇਖ ਲਈ, ਪੂਰੀ ਨਹੀਂ ਦੇਖੀ। ਕਹਿੰਦੇ ਐਤਕੀ ਇਹਨੂੰ ਦੇਖ ਲਓ ਯਾਰ, ਕੀ ਪਤਾ ਇਹ ਕੁਛ ਨਾ ਕੁਛ ਸਾਡਾ ਸੁਧਾਰ ਕਰ ਦੇਣ ਪੰਜਾਬ ਦਾ। ਬਾਈ ਜੀ ਦੇਖੀ ਕਿਉਂ ਨਹੀਂ? ਮੈਂ ਕਹਿਣਾ ਵੀ ਜਿੰਨੇ ਨੁਮਾਇੰਦੇ ਅਸੀਂ ਚੁਣੇ ਆ ਉਹਨਾਂ 'ਚੋਂ ਮੈਨੂੰ ਇੱਕ ਨੁਮਾਇੰਦਾ ਕੋਈ ਬਾਂਹ ਖੜੀ ਕਰਕੇ ਕਹਦੇ ਵੀ ਮੈਂ ਲੋਕਾਂ ਦੇ ਨਾਲ ਖੜਾ ਤੇ ਲੋਕਾਂ ਨਾਲ ਵਿਚਰਿਆ। ਇਹ ਜ਼ਰੂਰੀ ਨਹੀਂ ਕੋਈ ਬੰਦਾ MLA ਬਣ ਕੇ ਹੀ ਸੇਵਾ ਕਰ ਸਕਦਾ। ਮੈਂ ਕਹਿਣਾ ਬਾਈ ਬਲਵਿੰਦਰ ਸਿੰਘ ਆ ਜਿਨ੍ਹਾਂ ਨੇ ਲਹਿਰ ਦੀ ਸ਼ੁਰੂਆਤ ਕੀਤੀ, ਉਹ ਬੰਦਾ ਪਿੰਡ ਦਾ ਪੰਚਾਇਤ ਮੈਂਬਰ ਵੀ ਨਹੀਂ। ਉਹ ਬੰਦਾ 250 ਤੋਂ 750 ਪੈਨਸ਼ਨ ਕਰਾਉਂਦਾ, ਜਿਹਨੂੰ 22 ਲੱਖ ਲੋਕ ਲੈ ਰਹੇ ਆ। 3100 ਬੰਦਾ ਉਸ ਬੰਦੇ ਦੇ ਇੱਕ ਸੰਘਰਸ਼ ਕਰਕੇ ਸਰਕਾਰੀ ਨੌਕਰੀ ਲੱਗਦਾ। ਇੱਕ MLA ਬਾਂਹ ਖੜੀ ਕਰਕੇ ਕਹਦੇ ਕਿ ਮੈਂ 5 ਬੰਦਿਆਂ ਨੂੰ ਵੀ ਨੌਕਰੀ ਲਵਾਈ ਆ। MLA ਦੇ ਕੋਲ ਤਾਂ ਤਾਕਤ ਹੀ ਬੜੀ ਵੱਡੀ ਆ। ਅੱਜ ਸਾਡੇ ਏਰੀਏ 'ਚ ਹੀ ਲਾ ਲਓ, ਇੱਥੇ ਨਸ਼ੇ ਦਾ ਬੁਰਾ ਹਾਲ ਹੈ, ਤਾਂ ਕਿਹੜਾ MLA ਜਾ ਕੇ ਉੱਥੇ ਨਸ਼ੇ ਦੇ ਖਿਲਾਫ ਲੜਦਾ? ਆਪ ਵਾਲਾ ਕਿਹੜਾ ਬੰਦਾ ਜਿਹੜਾ ਲੋਕਾਂ ਦੀ ਕਚਹਿਰੀ 'ਚ ਖੜਾ? ਕਿਹੜੇ ਬੰਦੇ ਨੇ VIP ਕਲਚਰ ਛੱਡਿਆ? ਤਾਂ ਮੈਂ ਕਹਿਣਾ ਕਿ ਇਹਨਾਂ ਦਾ ਰਿਪੋਰਟ ਕਾਰਡ ਹੀ ਚੈੱਕ ਕਰ ਲਓ, ਜਿੰਨੇ ਕਿ ਇਹਨਾਂ ਨੇ ਸਾਨੂੰ ਨੁਮਾਇੰਦੇ ਦਿੱਤੇ ਸੀ ਜਿਹੜੇ ਆਪਾਂ ਜਿਤਾਏ ਆ, ਉਹਨਾਂ ਦਾ ਰਿਪੋਰਟ ਕਾਰਡ 'ਤੇ ਜੇ ਯਕੀਨ ਆ ਤਾਂ ਮੈਂ ਜਿਹੜੇ ਕਈ ਭਰਾ ਨਾ ਜਿਵੇਂ
ਮੋਦੀ ਕੋਲੇ ਅੰਧ ਭਗਤ ਆ, ਇਹਨਾਂ ਕੋਲੇ ਵੀ ਕੁਝ ਅੰਧ ਭਗਤ ਮੇਰਾ ਭਰਾ ਹੈਗੇ ਆ। ਦੇਖੋ ਮੈਂ ਵੀ ਉਹਨਾਂ ਨਾਲ ਕਿਤੇ ਨਾ ਕਿਤੇ ਸਪੋਰਟ ਕੀਤੀ ਆ, ਪਰ ਜਦੋਂ ਅਸੀਂ ਦੇਖ ਚੁੱਕੇ ਆ ਉਹਨਾਂ ਨੂੰ, ਫਿਰ ਅਸੀਂ ਉਹਨਾਂ 'ਤੇ ਯਕੀਨ ਕਿਉਂ ਕਰੀਏ? ਅਸੀਂ ਆਪਣੇ ਆਪ 'ਤੇ ਯਕੀਨ ਕਿਉਂ ਨਾ ਕਰੀਏ? ਹੁਣ ਨੁਮਾਇੰਦਾ ਚੁਣਨ ਦਾ ਤਰੀਕਾਕਾਰ ਜਿਹੜਾ ਅਸੀਂ ਲੋਕਾਂ ਨੂੰ ਸੁਝਾ ਰਹੇ ਹਾਂ, ਇਹ 'ਚ ਅਸੀਂ ਕਲੀਅਰ ਕੱਟ ਕਿਹਾ ਕੁਝ ਰੁਪਿੰਦਰ ਦੀ ਕੋਈ ਔਕਾਤ ਨਹੀਂ, ਕਿਉਂਕਿ ਇਸ ਤਰੀਕੇ 'ਚ ਮੈਂ ਖੁਦ ਨੂੰ ਵੀ ਅਸੀਂ ਬਾਈ ਜੀ ਕੀ ਆ ਬੇਈਮਾਨ ਮੰਨ ਕੇ ਉਹ ਤਰੀਕਾ ਘੜਿਆ। ਅਸੀਂ ਕਹਿੰਦੇ ਇੱਕ ਸਿਸਟਮ ਇਸ ਤਰੀਕੇ ਦਾ ਹੋਣਾ ਚਾਹੀਦਾ ਜਿਹਦੇ ਵਿੱਚ ਕਿਸੇ ਨੂੰ ਬੇਈਮਾਨੀ ਵਾਸਤੇ ਥਾਂ ਹੀ ਨਾ ਹੋਵੇ, ਕਿਉਂਕਿ ਸਾਰੇ ਲੋਕ ਬੇਈਮਾਨ ਹੈ, ਫਿਤਰਤ ਆ ਮਨੁੱਖੀ, ਤਾਂ ਕਿ ਇੱਕ ਤਰੀਕਾਕਾਰ ਇਸ ਤਰੀਕੇ ਦਾ ਘੜਿਆ ਗਿਆ ਜਿਹ 'ਚ ਕਿਸੇ ਬੰਦੇ ਦੀ ਔਕਾਤ ਨਹੀਂ ਰੱਖੀ ਗਈ। ਹੁਣ ਅਸੀਂ ਨੁਮਾਇੰਦਾ ਜਿਵੇਂ ਪਹਿਲਾਂ ਗੱਲ ਕੀਤੀ ਆ, ਮੈਂ ਉਹ ਗੱਲ ਪੂਰੀ ਵੀ ਕਰ ਦਿੰਦੇ ਇਸ ਗੱਲ ਦੇ ਵਿੱਚ। ਅਸੀਂ ਜਿਵੇਂ ਨੁਮਾਇੰਦਾ ਚੁਣਨ ਦੀ ਗੱਲ ਕੀਤੀ ਆ ਕਿ ਜਿਹੜਾ ਟਿਕਟ ਉਸ ਦੋਨਾਂ ਤਰੀਕਿਆਂ ਨਾਲ ਲੈ ਕੇ ਆਉਂਦਾ ਉਹ ਸਾਡਾ ਸਕਾ ਨਹੀਂ ਹੁੰਦਾ। ਸਾਡਾ ਸਕਾ ਉਹ ਹੋਊ ਜਿਹੜਾ ਸਾਡੇ ਵਿੱਚੋਂ ਹੋਊ, ਜਿਹੜਾ ਉਮੀਦਵਾਰ ਲੋਕਾਂ ਨੇ ਆਪਦੇ ਵਿੱਚੋਂ ਚੁਣਿਆ। ਉਹਦੇ ਸ਼ਰਤ ਹੋਊਗੀ ਕਿ ਉਹ ਬੰਦਾ ਜਿਹੜਾ ਹੋਊਗਾ, ਉਸ ਬੰਦੇ ਦਾ ਜਿਹੜੀ 125 ਮੈਂਬਰੀ ਕਮੇਟੀ ਹਲਕੇ ਦੀ ਹੋਣੀ, ਉਹਨੇ ਉਹਦਾ ਰੁਪਈਆ ਨਹੀਂ ਲੱਗਣ ਦੇਣਾ, ਅਤੇ ਉਹ ਬੰਦੇ ਨੂੰ ਦੁੱਕੀ ਕਿਸੇ ਤੋਂ ਲੈਣ ਨਹੀਂ ਦੇਣੀ। ਕਿਉਂਕਿ ਸਭ ਤੋਂ ਵੱਧ ਫੰਡ ਜੇ ਬਾਈ ਜੀ ਇਕੱਠਾ ਕੀਤਾ ਨਾ, ਤਾਂ ਮੈਂ ਜਿੰਨਾ ਕਿ ਮੇਰੀ ਸੁਰਤ ਸੰਭਲੀ ਆ ਉਦੋਂ ਤੋਂ ਨਹੀਂ, ਪੂਰੇ ਪੁਰਾਣਾ ਜੇ ਆਪਾਂ ਦੇਖ ਲਈਏ ਫਰੋਲ ਲਈਏ 70 ਸਾਲਾਂ ਦਾ ਇਤਿਹਾਸ, ਤਾਂ ਕਿਸੇ ਵੀ ਪਾਰਟੀ ਨੂੰ ਨਾ ਫੰਡ ਨਹੀਂ ਮਿਲਿਆ ਹੋਣਾ ਜਿੰਨਾ ਆਮ ਆਦਮੀ ਪਾਰਟੀ ਨੂੰ ਲੋਕਾਂ ਨੇ ਦਿੱਤਾ। ਬਹੁਤ NRI ਵੀਰ ਸਾਡੇ ਨਾਲ ਜੁੜੇ ਹੋਏ ਆ, ਉਹ ਸਾਨੂੰ ਵੀ ਫੋਨ ਕਰਦੇ ਰਹਿੰਦੇ ਆ ਕਿ ਤੁਸੀਂ ਫੰਡ ਦੱਸੋ ਕੀ ਚਾਹੀਦਾ। ਮੈਂ ਅਕਸਰ ਗੱਲ ਕਰਦਾ ਹੁੰਦਾ ਕਿ ਤੁਹਾਡੀ ਨਾ ਇਸੇ ਚੀਜ਼ ਨੇ ਪੰਜਾਬ ਨੂੰ ਕਿਤੇ ਨਾ ਕਿਤੇ ਢਾਹ ਵੀ ਲਾਈ ਆ, ਕਿਉਂਕਿ ਪੰਜਾਬ ਨੂੰ ਬਾਈ ਜੀ ਫੰਡ ਦੀ ਲੋੜ ਨਹੀਂ, ਪੰਜਾਬ ਨੂੰ ਇੱਕ ਸੋਚ ਦੀ ਲੋੜ ਆ। ਮੈਂ NRI ਵੀਰਾਂ ਨੂੰ ਅਕਸਰ ਬੇਨਤੀ ਕਰਦਾ ਸਾਡੇ ਪੇਜ ਤੋਂ ਕਿ ਸਾਨੂੰ ਫੰਡ ਨਹੀਂ ਚਾਹੀਦਾ। ਜਿਹੜੇ ਪਿੰਡ ਨੂੰ ਤੁਸੀਂ ਉੱਠ ਕੇ ਗਏ ਹੋ, ਆਪਦੀ ਧਰਤੀ ਨੂੰ ਛੱਡ ਕੇ ਗਏ ਹੋ, ਜਿੱਥੇ ਗੁਰੂਆਂ ਦੀ ਕੀ ਆ ਮਿਹਰ ਆ, ਠੀਕ ਹੈ, ਉਸ ਧਰਤੀ ਨੂੰ ਛੱਡ ਕੇ ਤੁਸੀਂ ਗਏ ਹੋ, ਉਸ ਧਰਤੀ ਦੇ ਨਾਲ ਜਿਹੜੇ ਜੁੜੇ ਲੋਕ ਇੱਥੇ ਅਜੇ ਬੈਠੇ ਆ, ਤਾਂ ਉਹਨਾਂ ਨਾਲ ਸਾਡਾ ਸੰਪਰਕ ਕਰਾ ਦਿਓ ਕੀ ਇਹ, ਅਤੇ ਪੰਜਾਬ ਨੂੰ ਉਠਾ ਕੇ ਖੜਾ ਕਰ ਸਕੇ। ਕਿਉਂਕਿ ਪੰਜਾਬ ਬਚਾਉਣ ਵਾਸਤੇ ਅੱਜ ਪੈਸੇ ਦੀ ਲੋੜ ਨਹੀਂ। ਜਿਨ੍ਹਾਂ ਦੀ ਤੁਸੀਂ ਗੱਲ ਕੀਤੀ ਆ, ਸਭ ਤੋਂ ਵੱਧ ਫੰਡ ਉਹਨਾਂ ਨੇ ਇਕੱਠਾ ਕੀਤਾ। ਤਾਂ ਸਾਡੀ ਇਹ ਕੀ ਆ ਸ਼ਰਤ ਹੈ, ਠੀਕ ਹੈ, ਲੋਕਾਂ ਦੀ, ਕਿ ਕਿਸੇ ਤਰ੍ਹਾਂ ਦਾ ਕੋਈ ਫੰਡ ਨਹੀਂ ਦੇਣਾ, ਕਿਉਂਕਿ ਮੁਫਤ ਦੇ ਵਿੱਚ ਤਾਂ MLA ਬਣਾਤੇ ਅਸੀਂ, ਲੋਕਾਂ ਨੇ ਤੇਲ ਕੋਲੋਂ ਫੂਕਿਆ। ਅਤੇ ਜਿੰਨਾ ਫੰਡ ਇਹਨਾਂ ਨੇ ਇਕੱਠਾ ਕੀਤਾ, ਮੈਂ ਕਹਿਣਾ ਲਾਇਆ ਕਿੱਥੇ ਆ? ਸਾਡੇ ਨਾਲ ਤੇਜਿੰਦਰ ਮਾਸਟਰ ਇੱਥੋਂ ਨਾਲ ਮਾਨ ਵਾਲੇ ਪਿੰਡ ਤੋਂ, ਉਹਨਾਂ ਦੇ ਪਿੰਡ ਦੇ ਇੱਕ ਗਰੀਬ ਪਰਿਵਾਰ ਨਾਲ ਹਾਦਸਾ ਵਾਪਰਦਾ, ਉਹ ਕੀ ਆ MLA ਜਿਹੜੇ ਆਪਦੇ ਆ ਉਹਨਾਂ ਨੂੰ ਕੀ ਆ ਕਹਿੰਦਾ ਕਿ ਇੱਥੇ ਆ ਕੇ ਮਦਦ ਕਰੋ, ਤਾਂ ਉਹ ਜਵਾਬ ਦੇ ਜਾਂਦੇ ਆ। ਉਹ ਕਹਿੰਦਾ ਜੀ ਸਾਨੂੰ ਲੋਕਾਂ ਨੇ ਚੁਣਿਆ, ਤੁਸੀਂ ਕਿਉਂ ਨਹੀਂ ਮਰ ਕੇ ਨਾਲ ਖੜਦੇ? ਤਾਂ MLA ਦਾ ਕੀ ਜਵਾਬ ਸੀ? ਕਹਿੰਦੇ ਮੈਨੂੰ ਲੋਕਾਂ ਨੇ ਨਹੀਂ ਚੁਣਿਆ, ਮੈਨੂੰ ਕੇਜਰੀਵਾਲ ਨੇ ਚੁਣਿਆ। ਤਾਂ ਉਹ ਵੀਰ ਨੇ ਮੈਨੂੰ ਫੋਨ ਲਾਇਆ, ਕਹਿੰਦਾ ਬਾਈ ਜਿਹੜੀ ਤੂੰ ਗੱਲ ਕਹਿਣਾ ਹੁੰਦਾ ਨਾ ਮੇਰੇ ਦਿਮਾਗ 'ਚ ਅੱਜ ਵੱਜੀ ਸਿੱਧੀ, ਕਿਉਂਕਿ ਮੈਂ ਕਹਿਣਾ ਹੁੰਦਾ ਕਿ ਆਪਾਂ ਨਹੀਂ ਚੁਣਿਆ ਉਹਨਾਂ ਨੂੰ, ਕਿ ਉਹ ਚੁਣੇ ਹੋਏ ਬੰਦੇ ਅਸੀਂ ਚੁਣਿਆ, ਜਿਹੜੇ ਨੇ ਪਹਿਲਾਂ ਚੁਣਿਆ ਅਗਲਾ ਸਕਾ ਉਹਦਾ ਹੋਊ, ਸਾਡਾ ਨਹੀਂ ਹੁੰਦਾ। ਜਿਹਨੂੰ ਕੇਜਰੀਵਾਲ ਨੇ ਪਹਿਲਾਂ ਟਿਕਟ ਦਿੱਤੀ ਅਗਲਾ ਸਕਾ ਉਹਦਾ ਹੋਊ, ਜੇ ਲੋਕੋ ਤੁਸੀਂ ਟਿਕਟ ਦਿਓਗੇ ਆਪਦੇ ਵਿੱਚੋਂ ਬੰਦੇ ਨੂੰ, ਉਹ ਫੇਰ ਤੁਹਾਡਾ ਸਕਾ ਹੋਊ। ਉਸੇ ਤਰੀਕੇ ਨਾਲ ਕਿਵੇਂ ਚੁਣਨਾ ਨੁਮਾਇੰਦਾ, ਡਿਟੇਲ ਦੇ ਵਿੱਚ ਸਮਝਣਾ ਬਾਈ ਜੀ ਸਾਡੇ ਫੋਨ ਨੰਬਰ 'ਤੇ ਫੋਨ ਵੀ ਕਰ ਸਕਦੇ ਹੋ। ਇਸ ਬਰੋਸ਼ਰ ਵਾਸਤੇ ਮੈਂ ਥੋੜ੍ਹੀ ਜਿਹੀ ਬੇਨਤੀ ਕਰਨੀ ਚਾਹੁੰਦਾ ਤੁਹਾਡੇ ਚੈਨਲ ਥਰੂ, ਕਿ ਸਾਡੇ ਨੰਬਰ ਨੇ 94,639 34,000, 94,173 16,401, 99,882 00,541। ਇਹਨਾਂ 'ਚੋਂ ਕਿਸੇ ਵੀ ਨੰਬਰ ਦੇ ਉੱਪਰ ਬੇਨਤੀ ਆ ਸਾਰੇ ਵੀਰਾਂ ਨੂੰ ਕਿ ਫੋਨ ਕਰਿਓ, ਫੋਨ ਕਰਕੇ ਬਰੋਸ਼ਰ ਇੱਕ ਵਾਰ WhatsApp ਕਰਵਾ ਲਿਓ। ਨਹੀਂ ਤਾਂ ਜੇਕਰ ਤੁਸੀਂ ਥੋੜ੍ਹੀ ਜਿਹੀ ਮਿਹਨਤ ਕਰ ਸਕਦੇ ਹੋ ਤਾਂ ਹਰ ਜ਼ਿਲ੍ਹੇ ਦੇ ਵਿੱਚ ਇਹ ਬਰੋਸ਼ਰ ਪਹੁੰਚ ਚੁੱਕਿਆ। ਤੁਸੀਂ ਇਹ ਬਰੋਸ਼ਰ ਲੈ ਕੇ, ਜਿਹੜਾ ਮਨੋਰਥ ਪੱਤਰ ਆ, ਸਾਡਾ ਮਨੋਰਥ ਪੱਤਰ ਆ, ਲੋਕਾਂ ਦਾ, ਆਪਣਾ ਸਾਰਿਆਂ ਦਾ, ਤੁਹਾਨੂੰ ਜੇ ਲੱਗਿਆ 'ਚ ਕੋਈ ਕਮੀ ਪੇਸ਼ੀ ਆ ਸਾਨੂੰ ਦੱਸਿਓ। ਇਹ ਮਨੋਰਥ ਪੱਤਰ ਆਪਣੇ ਘਰ 'ਚੋਂ ਖੜ੍ਹ ਕੇ, ਕੋਵਿਡ ਦਾ ਟਾਈਮ ਆ, ਜਾਰੀ ਕਰਿਓ। ਤੁਹਾਨੂੰ ਨਹੀਂ ਕਹਿੰਦੇ ਅਸੀਂ ਇਕੱਠ ਕਰਨਾ, ਪਰ ਫਿਰ ਵੀ ਇਹ ਜਿੰਨੇ ਥਾਵਾਂ 'ਤੇ ਵੱਧ ਤੋਂ ਵੱਧ ਜਾਰੀ ਹੋ ਸਕਦਾ, ਆਪਣੇ ਪਰਿਵਾਰ ਦੇ ਨਾਲ ਖੜ੍ਹ ਕੇ, ਆਪਣੇ ਬੱਚਿਆਂ ਨੂੰ ਜਿਨ੍ਹਾਂ ਦਾ ਤੁਸੀਂ ਭਲਾ ਲੋਚਦੇ ਹੋ ਉਹਨਾਂ ਨੂੰ ਨਾਲ ਖੜ੍ਹ ਕੇ ਜਾਰੀ ਕਰਿਓ। ਸਾਡੇ ਤੋਂ WhatsApp ਕਰਵਾਇਓ, ਕੋਈ ਵੀ ਗੱਲ ਕਰਨੀ ਆ ਸਾਡੇ ਨਾਲ ਫੋਨ 'ਤੇ ਗੱਲ ਕਰਿਓ। ਇਹ ਮਨੋਰਥ ਪੱਤਰ 28 ਮਈ ਨੂੰ ਆਪਣੀ ਫੇਸਬੁੱਕ ਦੇ ਉੱਪਰ ਆਪਣੀ ਤਸਵੀਰ ਸਾਂਝੀ ਕਰਿਓ ਜੇ ਪੰਜਾਬ 'ਚ ਬਦਲਾਅ ਚਾਹੁੰਦੇ ਹੋ। ਅਤੇ ਜੇ ਤੁਹਾਨੂੰ ਕਿਸੇ ਸਿਆਸੀ ਪਾਰਟੀ, ਸਿਆਸੀ ਬੰਦੇ ਤੋਂ ਆਸ ਆ, ਬੇਸ਼ੱਕ ਨਾ ਫੋਨ ਕਰਿਓ, ਨਹੀਂ ਫੋਨ ਕਰਕੇ ਕਰੀਏ ਮੰਗਾਇਓ। ਅਤੇ ਅਖੀਰ 'ਚ ਇਹਦੇ ਇੱਕ ਪ੍ਰਣ ਪੱਤਰ ਆ ਜਿਹੜਾ ਕੀ ਆ, ਤੁਹਾਡਾ ਇੱਕ ਵਾਅਦਾ ਲੈਣਾ, ਸਾਡੇ ਵਾਸਤੇ ਨਹੀਂ ਲੈਣਾ, ਉਹਨਾਂ ਕਮਜ਼ੋਰ ਕੁਝ ਲੋਕਾਂ ਵਾਸਤੇ ਲੈਣਾ, ਜਿਹੜੇ ਬੰਦੇ ਸੋਚਦੇ ਆ ਕਿ ਲੋਕ ਚੰਗੇ ਬੰਦੇ ਦਾ ਸਾਥ ਨਹੀਂ ਦਿੰਦੇ। ਪਰ ਸਾਡਾ ਇਹ ਮੰਨਣਾ ਕਿ ਲੋਕ ਬਾਈ ਜੀ ਮਾੜੇ ਨਹੀਂ ਹੈਗੇ, ਲੋਕ ਸਾਥ ਦੇਣ ਨੂੰ ਤਿਆਰ ਆ, ਪਰ ਚੰਗੇ ਲੋਕ ਮੂਹਰੇ ਲੱਗਣ ਨੂੰ ਤਿਆਰ ਨਹੀਂ। ਆਪਾਂ ਉਹਨਾਂ ਲੋਕਾਂ ਨੂੰ ਭਰੋਸਾ ਦੇਣਾ, ਇਹ ਪ੍ਰਣ ਕਰਨਾ। ਤੁਸੀਂ ਤੇ ਹੇਠਾਂ ਜਿਹੜੇ ਨੰਬਰ ਦਿੱਤੇ ਆ, ਇਹਨਾਂ ਨੰਬਰਾਂ 'ਤੇ ਤੁਸੀਂ 28 ਤਰੀਕ ਤੋਂ ਬਾਅਦ ਇਹਨਾਂ ਨੂੰ WhatsApp ਵੀ ਕਰ ਸਕਦੇ ਹੋ, ਕਿਉਂਕਿ ਇਹ ਨੰਬਰ 28 ਤਰੀਕ ਨੂੰ ਚੱਲ ਪੈਣਗੇ। ਉਸ ਤੋਂ ਬਿਨਾਂ ਤੁਸੀਂ ਇਹਨਾਂ ਨੰਬਰ ਜਿਹੜੇ ਤੁਹਾਨੂੰ ਬੋਲੇ ਆ, ਇਹਨਾਂ ਨੰਬਰਾਂ 'ਤੇ ਤੁਹਾਨੂੰ ਹੱਥ ਬੰਨ੍ਹ ਕੇ ਬੇਨਤੀ ਹੈ ਕਿ ਆਪਣੇ ਪਰਿਵਾਰ ਨਾਲ, ਆਪਣੇ ਫਰੈਂਡ ਸਰਕਲ ਨਾਲ, ਜਾਂ ਪਿੰਡ 'ਚੋਂ ਆਪਣੇ ਪਿੰਡ ਵਾਲੀ ਸੱਥ ਦੇ ਵਿੱਚ ਖੜ੍ਹ ਕੇ ਉਹਨਾਂ ਨਾਲ ਗੱਲ ਸਾਂਝੀ ਕਰਕੇ ਉਹ ਸਾਨੂੰ ਭੇਜ ਸਕਦੇ ਹੋ। ਉਹ ਸਾਨੂੰ ਜਦੋਂ ਭੇਜੋਗੇ ਤਾਂ ਉਹਨਾਂ ਨੂੰ ਅਸੀਂ ਕੀ ਆ, ਸੋਸ਼ਲ ਮੀਡੀਆ 'ਤੇ ਵੀ ਲੋਕ ਅਧਿਕਾਰ ਲਹਿਰ ਨਾਂ ਦਾ ਪੇਜ ਬਣਿਆ, ਉਹਨੂੰ ਤੁਹਾਨੂੰ ਬੇਨਤੀ ਆ ਫੋਲੋ ਕਰਿਓ। ਉਸ ਪੇਜ 'ਤੇ 28 ਮਈ ਨੂੰ ਉਹ ਲੋਕ ਬੋਲਣਗੇ ਜਿਨ੍ਹਾਂ ਦੇ ਕਿਰਦਾਰ ਨੇ, ਉਹਨਾਂ ਲੋਕਾਂ ਨੇ ਕਿਰਦਾਰ ਬਚਾਏ ਆ, ਪਰ ਹੁਣ ਪੰਜਾਬ ਬਚਾਉਣ ਵਾਸਤੇ ਵੀ ਆਪਣੇ ਕਿਰਦਾਰਾਂ ਨੂੰ ਤੁਹਾਡੇ ਮੂਹਰੇ ਲੈ ਕੇ ਆਉਣਗੇ, ਕਿਉਂਕਿ ਅਸੀਂ ਉਹਨਾਂ ਨੂੰ ਕੀ ਆ, ਘਰ ਜਾ ਕੇ ਮਿਹਨਤ ਕਰਕੇ ਤੋਰਿਆ। ਪਰ ਕੁਝ ਲੋਕ ਕੀ ਆ, ਉਹਨਾਂ 'ਚੋਂ ਆ ਪ੍ਰਣ ਪੱਤਰ ਦੀ ਆਸ ਰੱਖਦੇ ਆ, ਸਾਡੇ 'ਤੇ ਉਹ ਭਰੋਸਾ ਕਿਉਂ ਕਰਨ ਚੰਗੇ ਲੋਕ? ਤਾਂ ਆਪਾਂ ਵੀ ਉਹਨਾਂ ਨੂੰ ਕੁਛ ਨਾ ਕੁਛ ਦਈਏ। ਉਹਨਾਂ ਨੇ ਕਿਰਦਾਰ ਕਮਾਇਆ, ਉਹ ਕਿਰਦਾਰ ਸਾਨੂੰ ਦੇ ਰਹੇ। ਅੱਜ ਸਿਆਸਤ ਦੇ ਵਿੱਚ ਕੀ ਆ, ਸਾਡੇ ਖਾਤਰ ਆ ਕੇ ਖੜ ਰਹੇ ਆ, ਹਾਲਾਂਕਿ ਉਹ ਉਮੀਦਵਾਰ ਨਹੀਂ ਹੈਗੇ, ਸਿਰਫ ਲੋਕਾਂ ਨੂੰ ਇਕੱਠੇ ਹੋਣ ਦੀ ਹਾਕ ਦੇ ਰਹੇ ਆ।
ਉਹਨਾਂ ਨੂੰ ਅਸੀਂ ਯਕੀਨ ਦਿਵਾਉਣਾ ਇਹ ਪ੍ਰਣ ਪੱਤਰ ਦੇ ਰੂਪ ਦੇ ਵਿੱਚ ਕਿ ਜੇ ਸਾਡੇ ਚੋਂ ਸਾਡੇ ਰਾਹੀਂ ਸਾਡੇ ਦੁਆਰਾ ਨੁਮਾਇੰਦਾ ਚੁਣਿਆ ਜਾਊ ਤਾਂ ਅਸੀਂ ਕੀ ਆ ਨਾਲ ਖੜਾਂਗੇ। ਇਹ ਪ੍ਰਣ ਪੱਤਰ ਉਹਨਾਂ ਨੇ ਤੁਸੀਂ ਦੇਣਾ ਤੇ ਉਹ ਲੋਕ ਤੁਹਾਡੇ ਕੀ ਆ ਮੂਹਰੇ ਖੜਨਗੇ। ਹਾਲਾਂਕਿ ਉਹ ਉਮੀਦਵਾਰ ਨਹੀਂ ਹੋਣੇ, ਪਰ ਉਹ ਤੁਹਾਡੇ ਮੂਹਰੇ ਖੜ ਕੇ ਲੜਾਈ ਲੜਨ ਵਾਸਤੇ ਤੁਹਾਡੇ ਮੋਢੇ ਨਾਲ ਮੋਢਾ ਲਾ ਕੇ ਚੱਲਣਗੇ। ਪਰ ਤੁਹਾਡਾ ਸਾਥ ਜ਼ਰੂਰੀ ਹੈ, ਇਸ ਕਰਕੇ ਇਸ ਮਨੋਰਥ ਪੱਤਰ ਨੂੰ ਘਰ ਬੈਠੇ ਮੰਗਾਇਓ। ਕਿਸੇ ਵੀ ਜੇ ਲਿਜਾ ਕੇ ਜਾ ਕੇ ਲਿਆ ਸਕਦੇ ਹੋ ਤਾਂ ਤੁਹਾਨੂੰ ਫ਼ੋਨ ਨੰਬਰ ਦੱਸ ਦਿਆ, ਫ਼ੋਨ ਕਰਿਓ, ਤੁਹਾਨੂੰ ਐਡਰੈਸ ਦਿੱਤਾ ਜਾਊ, ਜਾ ਕੇ ਲੈ ਆਇਓ। ਤੇ ਬੇਨਤੀ ਹੈ 28 ਤਰੀਕ ਨੂੰ ਇਸ ਬਰੋਸ਼ਰ ਨੂੰ ਪੂਰੇ ਪੰਜਾਬ 'ਚ ਜਾਰੀ ਕਰਨ 'ਚ ਸਾਡੀ ਮਦਦ ਕਰਿਓ। ਅੱਛਾ, ਇੱਕ ਚੀਜ਼ ਹੋਰ ਦੱਸਿਓ, ਕਦੇ ਜਿਹੜੀ ਸਿਆਸਤ ਆ, ਮੈਂ ਅਕਸਰ ਇੱਕ ਸਵਾਲ ਜ਼ਰੂਰ ਕਰਦਾ ਹਾਂ ਕਿ ਸਿਆਸਤ ਆ ਨਾ, ਜਦੋਂ ਇਹਦੀ ਕੁਰਸੀ ਤੱਕ ਪਹੁੰਚਣਾ ਤਾਂ ਇੱਕ ਚਿੱਕੜ ਆ, ਉਹ ਚਿੱਕੜ 'ਚੋਂ ਤੁਹਾਨੂੰ ਲੰਘ ਕੇ ਜਾਣਾ ਪਊਗਾ, ਫਿਰ ਤੁਹਾਨੂੰ ਕੁਰਸੀ ਮਿਲਦੀ ਐ। ਐਵੇਂ ਕਹਿੰਦੇ ਕੁਰਸੀ ਮਿਲਦੀ ਹੀ ਨਹੀਂ, ਇਹ ਹਰ ਇੱਕ 'ਤੇ ਲਾਗੂ ਹੁੰਦੀ ਆ। ਫਿਰ ਜੇ ਸਿਆਸਤ ਦੀ ਕੁਰਸੀ ਨੂੰ ਬਾਈ ਹੱਥ ਪਾਉਣਾ ਲੋਕ ਅਧਿਕਾਰ ਲਹਿਰ ਦੇ ਆਗੂਆਂ ਨੇ, ਲੋਕ ਅਧਿਕਾਰ ਲਹਿਰ ਦੇ ਜਿਹੜੇ ਉਮੀਦਵਾਰ ਤੁਸੀਂ ਖੜੇ ਕਰੋਗੇ, ਫਿਰ ਲੰਘ ਕੇ ਤਾਂ ਉਹਨਾਂ ਨੂੰ ਵੀ ਉਸੇ ਚਿੱਕੜ 'ਚੋਂ ਹੀ ਜਾਣਾ ਪਊਗਾ। ਜਦੋਂ ਤੱਕ ਉਹ ਕੁਰਸੀ ਵੱਲ ਵਧਣਗੇ, ਕੁਰਸੀ 'ਤੇ ਬੈਠਣਗੇ, ਫਿਰ ਉਦੋਂ ਤੱਕ ਤਾਂ ਉਹ ਵੀ ਚਿੱਕੜ ਦੇ ਵਿੱਚ ਚਿੱਕੜ ਉਹਨਾਂ ਦੇ ਉੱਤੇ ਆ ਚੁੱਕਿਆ ਹੋਣਾ। ਬਾਈ ਜੀ ਰੌਲਾ ਕੀ ਆ, ਜਿਹੜਾ ਤੁਹਾਨੂੰ ਮੈਂ ਤਰੀਕਾਕਾਰ ਦੀ ਗੱਲ ਕੀਤੀ ਆ, ਇਹ 'ਚ ਤਰੀਕਾਕਾਰ ਇਸ ਤਰੀਕੇ ਦਾ ਘੜਿਆ ਗਿਆ ਕਿ ਬੰਦਾ ਲਿਬੜ ਨਹੀਂ ਸਕਦਾ। ਠੀਕ ਹੈ ਨਾ। ਹੁਣ ਲਿਬੜ ਕਿਉਂ ਨਹੀਂ ਸਕਦਾ? ਪਹਿਲੀ ਗੱਲ ਤਾਂ ਕੀ ਆ, ਇਸ ਚੀਜ਼ ਨੂੰ ਲੀਡ ਕਿਰਦਾਰ ਕਰਨਗੇ। ਦੂਸਰੀ ਗੱਲ, ਜਿਹੜੇ ਲੋਕ ਉਹਨਾਂ ਨੂੰ ਚੁਣਨਗੇ ਉਹਨਾਂ ਤੇ ਇੱਕ ਸ਼ਰਤ ਹੋਣੀ ਆ ਕਿ ਉਹ ਬੰਦਾ ਪਬਲਿਕ 'ਚ ਆਪਦਾ ਕੀ ਆ ਹੋਲਡ ਨਹੀਂ ਬਣਾ ਸਕਦਾ। ਜਿਹੜਾ ਨੁਮਾਇੰਦਾ ਲੋਕ ਚੁਣਨਗੇ ਉਹ ਬੰਦਾ ਕਿਸੇ ਥਾਣੇ ਦੇ ਕਚਹਿਰੀ 'ਚ ਫੋਨ ਨਹੀਂ ਕਰ ਸਕਦਾ। ਅੱਛਾ ਜੀ। ਕਿਉਂਕਿ 125 ਮੈਂਬਰੀ ਕਮੇਟੀ ਥਾਣੇ ਦੇ ਕਚਹਿਰੀਆਂ ਦਾ ਕੰਟਰੋਲ ਦੇਖੂਗੀ। ਉਹ ਬੰਦੇ ਦਾ ਇੱਕੋ ਕੰਮ ਆ ਕਿ ਉਹਨੇ ਕੀ ਆ ਵਿਧਾਨ ਸਭਾ ਜਾ ਕੇ ਕਾਨੂੰਨ ਘੜਨੇ ਆ। ਉਸ ਤੋਂ ਬਿਨਾਂ ਹਲਕੇ ਦੇ ਵਿੱਚ ਕੀ ਆ ਵਿਚਰਨਾ 125 ਮੈਂਬਰੀ ਕਮੇਟੀ ਨੇ ਆ। ਲੋਕਾਂ ਦੇ ਦੁੱਖ ਸੁੱਖ ਦੇ ਵਿੱਚ ਵੀ 125 ਮੈਂਬਰੀ ਕਮੇਟੀ ਸ਼ਾਮਲ ਹੋਊ, ਲੋਕਾਂ ਦੇ ਵਿਆਹਾਂ ਭੋਗਾਂ 'ਤੇ ਨਹੀਂ ਜਾਊਗਾ। ਮੈਂ ਲੋਕਾਂ ਨੂੰ ਵੀ ਬੇਨਤੀ ਕਰਦਾ ਕਿ ਅਸੀਂ ਅੱਜ ਵੋਟਾਂ ਕਿਉਂ ਪਾ ਦਿੰਦੇ ਆ ਵੀ ਫਲਾਨਾ ਲੀਡਰ ਸਾਡੇ ਭੋਗ 'ਤੇ ਆਇਆ ਸੀ। ਯਾਰ ਇਹ ਕੋਈ ਪ੍ਰਾਪਤੀ ਆ? ਸਾਨੂੰ ਚਾਹੀਦਾ ਕਿ ਆ ਵੀ ਸਾਡੇ ਧੀਆਂ ਪੁੱਤਾਂ ਨੂੰ ਬਚਾਉਣ ਵਾਸਤੇ ਤੂੰ ਕੀ ਨੀਤੀ ਘੜੀ ਆ, ਸਾਨੂੰ ਉਹ ਦੱਸ। ਤਾਂ ਅਸੀਂ ਪੰਜਾਬ ਦੇ ਲੋਕਾਂ ਨੂੰ ਬੇਨਤੀ ਕਰਦੇ ਹਾਂ ਕਿ ਅਸੀਂ ਨੌਕਰ ਤੋਂ ਕੰਮ ਲੈਣਾ ਸਿੱਖੀਏ। ਸਾਡੇ ਨੌਕਰ, ਅਸੀਂ ਤਨਖਾਹਾਂ ਤੁਹਾਡੀਆਂ ਸਾਰਿਆਂ ਦੀਆਂ ਜੇਬਾਂ 'ਚੋਂ ਜਾਂਦੀਆਂ। ਹੁਣ ਜੇ ਮਾਲਕ ਨੂੰ ਬਾਈ ਜੀ ਨੌਕਰ ਤੋਂ ਕੰਮ ਨਹੀਂ ਲੈਣਾ ਆਉਂਦਾ ਤੇ ਉਹਨੂੰ ਕੰਮ ਦੀ ਜਾਂਚ ਹੈ ਨਹੀਂ, ਉਹ ਨੌਕਰ ਤੋਂ ਕੰਮ ਨਹੀਂ ਲੈ ਸਕਦਾ। ਇਸੇ ਕਰਕੇ ਅਸੀਂ ਪੰਜਾਬ ਦੇ ਲੋਕਾਂ ਨੂੰ ਮਿਹਨਤ ਕਰਦੇ ਹਾਂ ਕਿ ਤੁਸੀਂ ਮਾਲਕ ਬਣੋ। ਠੀਕ ਹੈ, ਮਾਲਕ ਹੋਣ ਦਾ ਅਹਿਸਾਸ ਕਰੋ ਤੇ ਨੌਕਰ ਤੋਂ ਕੰਮ ਕਿਵੇਂ ਲੈਣਾ ਇਹ ਗੱਲ ਸਮਝੋ। ਲੋਕ ਅਧਿਕਾਰ ਲਹਿਰ ਤੁਹਾਡੇ ਨਾਲ ਉਹੀ ਗੱਲ ਸਾਂਝੀ ਵਾਰ-ਵਾਰ ਕਰਦੀ ਆ। ਤੇ ਬਾਈ ਜੀ ਤੁਸੀਂ ਗੱਲ ਕੀਤੀ ਆ ਚਿੱਕੜ 'ਚ ਲਿਬੜਨ ਦੀ, ਮੈਂ ਇੱਕ ਗੱਲ ਕਹਿਣਾ ਕਿ ਸਿਆਸਤ ਮਾੜੀ ਤਾਂ ਮਾੜੇ ਲੋਕ ਕਰਦੇ ਆ। ਜਦੋਂ ਚੰਗੇ ਲੋਕ ਇੱਧਰ ਆ ਜਾਣਗੇ ਬਾਈ ਜੀ ਇਹ ਚਿੱਕੜ ਵੀ ਸਾਫ਼ ਹੋ ਜਾਣਾ। ਅੱਜ ਕੈਨੇਡਾ, ਅਮਰੀਕਾ, ਯੂਰਪੀਅਨ ਕੰਟਰੀ ਆ, ਸਾਰੇ ਕਿਤੇ ਸਿਆਸਤ ਹੁੰਦੀ ਆ ਨਾ, ਪਰ ਉੱਥੇ ਕੀ ਆ ਸਾਡੀ ਧੀਆਂ ਪੁੱਤ ਵੀ ਭੇਜ ਰਹੇ ਆ। ਕਿਉਂ ਭੇਜਦੇ ਆ? ਕਿਉਂਕਿ ਉੱਥੇ ਚੰਗੇ ਲੋਕ ਨੇ। ਜਦੋਂ ਚੰਗੇ ਲੋਕ ਇਕੱਠ ਦੇ ਰੂਪ 'ਚ ਸੰਗਠਨ ਬਣਾ ਕੇ ਆਉਣਗੇ, ਮੈਂ ਤੁਹਾਡੇ ਨਾਲ ਇੱਕ ਗੱਲ ਸਾਂਝੀ ਕਰਦਾ। ਕਈ ਭਰਾ ਕਹਿ ਦਿੰਦਾ ਕਿ ਚੰਗੇ ਕਿਰਦਾਰ ਵਾਲੇ ਪਹਿਲਾਂ ਵੀ ਇਲੈਕਸ਼ਨ ਲੜੇ ਸੀ, ਉਹਨਾਂ ਦੇ ਨਾਂ ਵੀ ਲੈ ਜਾਂਦੇ ਆ। ਠੀਕ ਹੈ ਨਾ, ਵੀ ਉਹ ਜਿੱਤੇ ਨਹੀਂ। ਮੈਂ ਇੱਕ ਬੇਨਤੀ ਕਰਦਾ ਕਿ ਉਹ ਜਿੱਤੇ ਕਿਉਂ ਨਹੀਂ? ਕਿਉਂਕਿ ਉਹਨਾਂ ਨੇ ਜਿਹੜੇ ਕੀ ਆ ਲੜਾਈ ਲੜੀ ਉਹ ਸੰਗਠਨ ਦੇ ਰੂਪ 'ਚ ਨਹੀਂ ਲੜੀ, ਇੱਕ ਚਿਹਰੇ ਦੇ ਨਾਂ 'ਤੇ ਇੱਕ ਲੜਾਈ ਲੜ ਲਈ। ਸਾਨੂੰ ਪੰਜਾਬ 'ਚ ਇੱਕ ਲਹਿਰ ਬਣਾ ਕੇ ਸੰਗਠਨ ਬਣਾ ਕੇ ਇਹ ਲੜਾਈ ਲੜਨੀ ਪੈਣੀ ਆ ਤੇ ਸਾਰਾ ਕੂੜਾ ਹੁੰਝਣਾ ਪੈਣਾ। ਇਹ ਮੈਂ ਮੰਨਦਾ ਤੁਹਾਡੀ ਗੱਲ ਬਾਈ ਜੀ, ਚਿੱਕੜ ਬਣ ਚੁੱਕਿਆ। ਇਹ ਹੁਣ ਕੀ ਆ ਵੈਸੇ ਸਾਫ਼ ਨਹੀਂ, ਉਹਨਾਂ ਕਰਾਹਾ ਪਾ ਕੇ ਹੁੰਝਣਾ ਪਊ। ਤੇ ਉਹ ਕਰਾਹਾ ਲੋਕਾਂ ਦੀ ਕੀ ਆ ਸ਼ਕਤੀ ਆ, ਲੋਕ ਲਹਿਰ ਆ, ਉਹ ਲਹਿਰ ਦੇ ਰੂਪ 'ਚ ਇਹਨਾਂ ਨੂੰ ਕੀ ਆ ਸਾਰਾ ਚਿੱਕੜ ਲੋਕਾਂ ਨੇ ਸਾਫ਼ ਕਰਨਾ। ਕਿਉਂਕਿ ਰਾਜਨੀਤੀ ਨਹੀਂ, ਹੁਣ ਲੋਕ ਨੀਤੀ ਹੋਣੀ ਆ ਜਿਹੜੇ ਲੋਕ ਕਰਨਗੇ। ਅੱਛਾ, ਇੱਕ ਹੋਰ ਦੱਸਿਓ, 2.5 ਸਾਲ ਪਹਿਲਾਂ ਲੋਕ ਅਧਿਕਾਰ ਲਹਿਰ ਖੜੀ ਹੁੰਦੀ ਆ, ਹੁਣ ਤੱਕ ਕੀ ਖੱਟਿਆ, ਕੀ ਕਮਾ ਲਿਆ? ਹੁਣ ਤੱਕ ਕਿੰਨੀ ਕੁ ਕਮਾਈ ਕੀ ਮੰਨਦੇ ਹੋ ਲੋਕ ਅਧਿਕਾਰ ਲਹਿਰ? ਕਮਾਈ ਤਾਂ ਬਾਈ ਜੀ ਇਸ ਲੋਕ ਅਧਿਕਾਰ ਲਹਿਰ ਦੀ ਕੀ ਆ ਲੋਕਾਂ ਦਾ ਭਰੋਸਾ। ਸਾਡੇ ਨਾਲ ਲਗਭਗ 30,000 ਦੇ ਕਰੀਬ ਸਾਡੇ ਭਰਾ ਨੇ ਉਹ ਜਿਹੜੇ ਵਿਲਿੰਗਲੀ ਸਾਡੇ ਨਾਲ ਕੀ ਉੱਠ ਕੇ ਖੜੇ ਹੋਣ ਨੂੰ ਅੱਜ ਤਿਆਰ ਹੋ ਚੁੱਕੇ ਆ। ਕਿਉਂਕਿ 2.5 ਸਾਲਾਂ 'ਚ ਅਸੀਂ ਇੱਕ ਤਾਣਾ ਤਣਿਆ, ਇੱਕ ਗਰਾਊਂਡ ਲੈਵਲ 'ਤੇ ਅਸੀਂ ਲੋਕਾਂ 'ਚ ਨਹੀਂ ਆਏ। ਪਿਛਲੇ ਸਮੇਂ ਜਿਹੜੀਆਂ ਮੀਟਿੰਗਾਂ ਕੀਤੀਆਂ ਤੁਸੀਂ ਸੋਸ਼ਲ ਮੀਡੀਆ 'ਤੇ ਜਾ ਕੇ ਦੇਖ ਸਕਦੇ ਹੋ, ਉਸੇ 'ਤੇ ਤੁਸੀਂ ਕਮੈਂਟ ਵੀ ਚੈੱਕ ਕਰ ਸਕਦੇ ਹੋ, ਕੋਈ ਨੈਗੇਟਿਵ ਕਮੈਂਟ ਨਹੀਂ ਹੁੰਦਾ। ਕਿਉਂਕਿ ਲੋਕਾਂ ਦੇ ਕੀ ਆ ਦਿਲ ਦੀ ਗੱਲ ਕੀਤੀ ਜਾਂਦੀ ਆ, ਕਿਉਂਕਿ ਲੋਕਾਂ ਦੇ ਵਿੱਚੋਂ ਉਹ ਗੱਲਾਂ ਉੱਠੀਆਂ ਨੇ। ਤੇ ਜਦੋਂ ਜਾ ਕੇ ਗੱਲ ਕਰਦੇ ਆ ਲੋਕਾਂ ਦਾ, ਜਦੋਂ ਪਿਆਰ ਕਰਦੇ ਆ ਲੋਕ, ਠੀਕ ਹੈ, ਉਹ ਚੀਜ਼ ਨਾਲ ਹੌਸਲਾ ਵੀ ਵੱਧਦਾ। ਤੇ ਵੱਡੀ ਗੱਲ ਇਹ ਆ ਕਿ ਜਿਹੜੀ ਇਹ ਲੜਾਈ ਲੜ ਰਹੇ ਆ ਬਾਈ ਜੀ, ਇਹ ਗਾਉਂ ਦੀ ਲੜਾਈ ਹੈ। ਪੰਜਾਬ ਦੇ ਲੋਕਾਂ ਨੇ ਵੀ ਗਾਉਂ ਖਾਤਰ ਲੜਨੀ ਆ। ਹੁਣ ਮੈਨੂੰ ਇੱਕ ਭਰੋਸਾ ਵੱਜਿਆ ਹੋਇਆ ਆਪਦੇ, ਮੈਨੂੰ ਕੀ ਮਿਲਿਆ? ਮੈਨੂੰ ਇੱਕ ਭਰੋਸਾ ਮਿਲ ਰਿਹਾ ਜਿਵੇਂ ਲੋਕਾਂ ਦਾ ਸਾਡੇ ਨਾਲ ਸਾਥ ਜੁੜ ਰਿਹਾ, ਤਾਂ ਮੈਨੂੰ ਲੱਗਦਾ ਕਿ ਪੰਜਾਬ ਬਚੂਗਾ। ਤੇ ਮੇਰੀ ਇਹ ਸੋਚ ਆ ਵੀ ਪੰਜਾਬ ਬਸੇ ਮੈਂ ਬਸਾਂ, ਇਹ ਸੋਚ ਲੈ ਕੇ ਤੁਰਿਆ। ਕਿਉਂਕਿ ਮੇਰਾ 12 ਸਾਲ ਦਾ ਬੇਟਾ, 7 ਸਾਲ ਦੀ ਬੇਟੀ ਆ, ਤੇ ਜਿਹੇ ਜਿਹੇ ਹਾਲਾਤ ਬਣੇ ਖੜਿਆ ਮੈਨੂੰ ਲੱਗਦਾ ਨਹੀਂ ਉਹ ਚਿੱਟੇ ਤੋਂ ਬਾਜੂ। ਜੇ ਬਚ ਵੀ ਜਾਊ ਤਾਂ ਮੈਨੂੰ ਇਹ ਸਾਰ ਨਹੀਂ ਦਿੰਦੇ ਕਿ ਉਹ ਸੜਕ 'ਤੇ ਨਿਕਲਦਾ, ਸੜਕ 'ਤੇ ਮੂਹਰੇ ਕੋਈ ਕੀ ਆ ਬੰਦਾ ਟੱਕਰ ਸਕਦਾ ਉਹਨੂੰ। ਜਿਵੇਂ ਅੱਜ ਪੰਜਾਬ ਦੀਆਂ ਸੜਕਾਂ 8 ਵਜੇ ਤੋਂ ਬਾਅਦ ਜੇਲ੍ਹਾਂ ਵਰਗੀਆਂ ਬਣੀਆਂ ਪਈਆਂ, ਲੋਕਾਂ ਦਾ ਬਾਹਰ ਨਿਕਲਣ ਨੂੰ ਜੀ ਨਹੀਂ ਕਰਦਾ। ਤੇ ਮੇਰਾ ਜੀ ਨਹੀਂ ਕਰਦਾ ਮੈਂ ਆਪਦੇ ਪੁੱਤ ਨੂੰ ਉਹਨਾਂ ਮੁਲਕਾਂ 'ਚ ਭੇਜਾਂ ਜਿੱਥੇ 8 ਮਹੀਨੇ ਬਰਫ਼ ਪੈਂਦੀ ਆ, ਤੇ ਦਿਹਾੜੀਆਂ ਕਰਕੇ ਤੇ 3 ਮੰਜ਼ਲੀਆਂ ਕੋਠੀਆਂ ਵੀ ਬਣ ਜਾਂਦੀਆਂ ਜਿੱਥੇ 8 ਮਹੀਨੇ ਬਰਫ਼ ਪੈਂਦੀ ਆ। ਤੇ ਜਿੱਥੇ ਬੰਦਾ ਗੱਡਿਆ ਹਰਾ ਹੁੰਦਾ, ਇੱਥੇ ਅਸੀਂ ਭੁੱਖੇ ਮਰੀ ਜਾਂਦੇ ਆ। ਇਸ ਧਰਤੀ ਨੂੰ ਜੇ ਅਸੀਂ ਰਹਿਣ ਜੋਗਾ ਕਰ ਲਿਆ, ਤੇ ਲੋਕ ਲਹਿਰ ਨੇ ਜਿਹੜਾ ਸਾਨੂੰ ਭਰੋਸਾ ਦਿੱਤਾ, ਲੋਕਾਂ ਨੇ ਭਰੋਸਾ ਦਿੱਤਾ, ਸਾਨੂੰ ਯਕੀਨ ਆ ਕਿ ਲਹਿਰ ਜਦੋਂ ਉੱਠ ਖੜੀ ਨਾ,
28 ਮਈ ਤੋਂ ਬਾਅਦ ਦੇਖੋਗੇ ਤਾਂ ਪੰਜਾਬ ਬਚਣਾ। ਜਦੋਂ ਪੰਜਾਬ ਬਚ ਗਿਆ ਬਾਈ ਜੀ, ਮੇਰੇ ਧੀਆਂ ਪੁੱਤ ਵੀ ਬਚਣਗੇ। ਮੈਂ ਗਾਉਂਦਾ ਮਾਰਾ ਫਿਰਦਾ, ਬਿਨਾਂ ਗਾਉਂ ਤੇ ਨਹੀਂ, ਕਿਉਂਕਿ ਜੇ ਪੰਜਾਬ ਬਚੂਗਾ ਤਾਂ ਮੇਰੇ ਧੀਆਂ ਪੁੱਤ ਵੀ ਬਚਣਗੇ। ਸਾਡਾ ਪੰਜਾਬ ਕੀ ਆ, ਰਹਿਣ ਜੋਗਾ ਹੋਊਗਾ, ਨਹੀਂ ਫਿਰ ਛੱਡ ਕੇ ਅਸੀਂ ਭੱਜੀ ਤਾਂ ਜਾਂਦੇ ਹਾਂ। ਬਿਲਕੁਲ। ਅੱਛਾ, ਇੱਕ ਚੀਜ਼ ਹੋਰ ਦੱਸਿਓ, ਇੱਕ ਵਾਰੀ ਲੋਕਾਂ ਦੇ ਵਿੱਚ ਜਾ ਰਹੇ ਹੋ, ਲੋਕਾਂ ਦੇ ਮਾਈਂਡ ਠੀਕ ਆ, ਮੰਨਦਾ ਲੋਕ ਅਧਿਕਾਰ ਨਾਲ ਜੁੜ ਗਏ, ਪਰ ਆਪਾਂ ਇੱਕ ਚੀਜ਼ ਜ਼ਰੂਰ ਦੇਖੀ ਹੈ ਬਾਈ, ਭਾਵੇਂ ਸਰਪੰਚੀ ਦੀਆਂ ਚੋਣਾਂ ਹੋਣ, ਹੈ ਨਾ, ਭਾਵੇਂ ਹੁਣ MLA ਦੀਆਂ ਚੋਣਾਂ, MP ਦੀਆਂ ਚੋਣਾਂ, ਪਰ 5 ਕੁ ਦਿਨਾਂ ਵੋਟਾਂ ਤੋਂ 5 ਦਿਨ ਪਹਿਲਾਂ ਲੋਕਾਂ ਦੇ ਧਿਆਨ ਜਿਹੜੇ ਆ ਭਟਕਾ ਲਏ ਜਾਂਦੇ ਆ। ਉਹ ਦਾਰੂ ਦੀਆਂ ਬੋਤਲਾਂ 'ਤੇ ਭਟਕਾ ਲਏ ਜਾਂਦੇ ਆ, ਉਹ ਪੈਸਿਆਂ 'ਤੇ ਭਟਕਾ ਲਏ ਜਾਂਦੇ ਆ, ਕਿਸੇ ਨੂੰ 2000 ਕਿਸੇ ਨੂੰ 5000। ਉਹਨਾਂ ਤੋਂ ਲੋਕ ਅਧਿਕਾਰ ਲਹਿਰ ਜਿਹੜੀ ਆ ਕਿਵੇਂ ਬਚਾਊਗੀ, ਜਿਹੜੇ ਆਪਦੇ ਲੋਕਾਂ ਜਿਨ੍ਹਾਂ ਦੇ ਤੁਸੀਂ ਦਿਮਾਗਾਂ ਦੇ ਵਿੱਚ ਇੱਕ ਚੀਜ਼ ਫਿੱਟ ਕੀਤੀ ਆ ਕਿ ਆਪਾਂ ਆਪਣੇ ਅਧਿਕਾਰ ਲੈਣੇ ਆ। ਬਾਈ ਜੀ, ਮੈਂ ਪਹਿਲੀ ਗੱਲ ਇੱਕ ਸਾਫ਼ ਤੁਹਾਡੇ ਨਾਲ ਕੀ ਸਾਂਝੀ ਕਰਨਾ ਚਾਹੁੰਦਾ ਕਿ ਜਿਹੜੀ ਮਿੱਥ ਆ ਨਾ, ਇਹ ਸਿਆਸੀ ਲੋਕਾਂ ਦੀ ਬਣਾਈ ਹੋਈ ਆ। ਕੀ ਬਣਾਈ ਹੋਈ ਆ ਕਿ ਅਕਸਰ ਕਿਹਾ ਜਾਂਦਾ ਕਿ ਸੰਗਰੂਰ ਜ਼ਿਲ੍ਹੇ 'ਚ ਆਮ ਦਾ ਇੱਕ ਮੇਨ ਆਗੂ ਸੀ, ਉਹ ਭਰੇ ਇਕੱਠ 'ਚ ਮੈਨੂੰ ਬਾਂਹ ਖੜੀ ਕਰਕੇ ਬੋਲਾ, ਰੁਪਿੰਦਰ ਸਿੰਘ ਲੋਕ ਬਕਾਊ ਆ। ਇਹ ਮਿੱਥ ਬਣਾਈ ਹੋਈ ਆ ਸਿਆਸੀ ਲੋਕਾਂ ਦੀ। ਲੋਕ ਨਹੀਂ ਬਕਾਊ। ਜੇ ਲੋਕ ਬਕਾਊ ਹੁੰਦੇ ਬਾਈ ਜੀ, 2014 'ਚ 4 ਮੈਂਬਰ ਪਾਰਲੀਮੈਂਟ ਆਪ ਨਹੀਂ ਜਿੱਤਦੀ ਸੀ। ਅੱਜ ਵਿਰੋਧੀ ਧਿਰ 'ਚ ਜੇ ਆਪ ਬੈਠੀ ਆ, ਠੀਕ ਹੈ ਨਾ, ਉਹ ਕਿਉਂ ਬੈਠੀ ਆ? ਕਿਉਂਕਿ ਲੋਕਾਂ ਨੇ ਵੋਟਾਂ ਪਾਈਆਂ, ਤੇ ਵੋਟਾਂ ਵੀ ਉਹਨਾਂ ਲੋਕਾਂ ਨੇ ਪਾਈਆਂ ਜਿਨ੍ਹਾਂ ਨੂੰ ਅਸੀਂ ਬਕਾਊ ਦੱਸ ਦਿੰਦੇ ਹਾਂ। ਸਭ ਤੋਂ ਵੱਧ ਵੋਟਾਂ ਬਾਈ ਜੀ ਮਜ਼ਦੂਰ ਲੋਕਾਂ ਨੇ ਪਾਈਆਂ, ਸਾਡੇ ਭਰਾਵਾਂ ਨੇ, ਸੀਗਾ, ਜਿਨ੍ਹਾਂ ਨੂੰ ਅਸੀਂ ਕੀ ਗਰੀਬ ਮਹੱਲੇ ਜਿਹੜੇ ਪਿੰਡਾਂ ਦੇ ਵਿੱਚ ਹੈਗੇ ਆ, ਸਾਡੇ ਵੀਰ ਬੈਠੇ ਆ, ਉਹਨਾਂ ਨੇ ਸਭ ਤੋਂ ਵੱਧ ਸਾਥ ਦਿੱਤਾ, ਜਿਨ੍ਹਾਂ ਨੂੰ ਅਸੀਂ ਬਕਾਊ ਕਹਿ ਦਿੰਦੇ ਆ। ਹਾਲਾਂਕਿ ਜਿਹੜੇ ਸਹਿਬੇ ਜਾਇਦਾਦ ਬੰਦੇ ਪਿੰਡਾਂ 'ਚ ਬੈਠੇ ਆ ਨਾ, ਉਹਨਾਂ ਨੇ ਕਾਲੀਆਂ ਕਾਂਗਰਸੀਆਂ ਦੀਆਂ ਪੁੱਛਾਂ ਨਹੀਂ ਛੱਡੀਆਂ ਸੀ, ਪਰ ਉਹ ਲੋਕ ਅੱਜ ਵੀ ਇਨਕਲਾਬ ਦੇ ਹਾਮੀ ਵਾਲਾ, ਜਿਨ੍ਹਾਂ ਨੂੰ ਅਸੀਂ ਬਕਾਊ ਕਹਿ ਦਿੰਦੇ ਆ, ਪਰ ਉਹ ਢਿੱਡੋਂ ਭੁੱਖੇ ਆ। ਤੇ ਢਿੱਡੋਂ ਭੁੱਖਾ ਬੰਦਾ ਇਨਕਲਾਬ ਨਹੀਂ ਲਿਆ ਸਕਦਾ। ਤੇ ਇਨਕਲਾਬ ਲਿਆਉਣ ਦੇ ਲਈ ਚੰਗੇ ਲੋਕਾਂ ਨੂੰ, ਸੁਹਿਰਦ ਲੋਕਾਂ ਨੂੰ ਮੂਹਰੇ ਲੱਗਣਾ ਪਊ। ਮੈਂ ਯਕੀਨ ਕਰਦਾ ਕਿਉਂਕਿ ਪੰਜਾਬ ਦੇ ਲੋਕ ਨਹੀਂ ਮਾੜੇ। ਜੇ ਲੋਕ ਮਾੜੇ ਹੁੰਦੇ, ਅੱਜ ਵਿਰੋਧੀ ਧਿਰ 'ਚ ਆਪਣਾ ਬੈਠੀ ਹੁੰਦੀ, ਠੀਕ ਆ, ਉਹਨਾਂ ਨੇ ਚੰਗੇ ਕਿਰਦਾਰ ਨਹੀਂ ਲਿਆਂਦੇ, ਤਾਂ ਮੈਂ ਕਹਿਣਾ ਸੋਨੂੰ, ਜਾਂ ਮੈਂ ਕਹਿਣਾ ਵੀ ਹਰੇਕ ਪੰਜਾਬ ਦੇ ਵਸਿੰਦੇ ਨੂੰ ਲੱਗਦਾ ਸੀ ਕਿ ਘੱਟੋ ਘੱਟ 100 ਸੀਟਾਂ ਆਪ ਲੈ ਕੇ ਜਾਊ। ਲੋਕਾਂ 'ਚ ਬਣੀ ਹੋਈ ਸੀ। ਉਹੀ ਲਹਿਰ ਜਦੋਂ ਚੰਗੇ ਕਿਰਦਾਰਾਂ ਨਾਲ ਜੁੜ ਕੇ ਉੱਠੂਗੀ, ਉਦੋਂ ਲੋਕ ਚਿਹਰੇ ਨਾਲ ਉੱਠੇ ਸੀ। ਹੁਣ ਲੋਕ ਕੀ ਆ, ਚਿਹਰੇ ਤੇ ਚਰਿੱਤਰ ਦੋਨਾਂ ਚੀਜ਼ਾਂ ਨਾਲ ਉੱਠ ਕੇ ਖੜੇ ਹੋਣੇ ਆ। ਤੇ ਲੋਕਾਂ ਨੇ ਉਹ ਲੜਨੀ, ਜਿਹੜੀ ਅਗਲੀ ਮਾ ਕੇ ਇਲੈਕਸ਼ਨ, ਉਹ ਆਪ ਲੜਨੀ ਆ, ਠੀਕ ਆ, ਆਪਦੇ ਵਿੱਚੋਂ ਬੰਦੇ ਚੁਣ ਕੇ ਲੜਨੀ ਆ। ਜਦੋਂ ਇਸ ਤਰੀਕਾਕਾਰ ਨਾਲ ਲੋਕ ਕੀ ਆ, ਲੋਕਾਂ ਦੀ ਕਚਹਿਰੀ ਜਾ ਕੇ ਖੜਨਗੇ, ਤੇ ਲੋਕ ਛਿੱਤਰ ਨਾਲ ਉਹਨਾਂ ਤੋਂ ਕੰਮ ਲੈਣਗੇ। ਕਿਉਂਕਿ ਲੋਕਾਂ ਨੂੰ ਕਿਸਾਨੀ ਅੰਦੋਲਨ ਇੱਕ ਬੜੀ ਵਧੀਆ ਚੀਜ਼ ਬਾਈ ਜੀ ਸਿਖਾਈ ਆ। ਚੜੂਨੀ ਸਾਹਿਬ ਇੱਕ ਬਿਆਨ ਦਿੰਦੇ ਆ ਕਿ ਸਾਡਾ ਇੱਕਾ ਉੱਕਾ ਕੋਈ ਨਹੀਂ, ਅਸੀਂ ਅੱਜ ਨੂੰ ਭੱਜ ਜਾਂਦੇ। ਭੱਜਦੇ ਕਿਉਂ ਨਹੀਂ? ਕੋਈ ਜਿਹੜੇ ਟਰਾਲੀਆਂ 'ਚ ਯੋਧੇ ਬੈਠੇ, ਉਹਨਾਂ ਦੇ ਛਿੱਤਰਾਂ ਤੋਂ ਡਰਦੇ ਮਾਰੇ ਨਹੀਂ ਜਾਂਦੇ। ਤਾਂ ਮਤਲਬ ਕੀ ਆ ਕਿ ਛਿੱਤਰ ਵਾਲਾ ਕਰੜਾ ਹੋਵੇ, ਆਗੂ ਨਹੀਂ ਵਿਕ ਸਕਦਾ। ਅੱਜ ਪੰਜਾਬ ਦੇ ਲੋਕਾਂ ਨੂੰ ਛਿੱਤਰ ਕਰੜਾ ਕਰਨਾ ਪਊ। ਤੁਹਾਡਾ ਆਗੂ ਵਿਕ ਕੇ ਦਿਖਾਵੇ, ਫਿਰ ਕੋਈ ਬੰਦਾ ਨਾਜ਼ਰ ਮਾਨਸ਼ਾਹ ਗਿਆ ਆਗੂ ਛੱਡ ਕੇ ਨਹੀਂ ਭੱਜਦਾ। ਪਰ ਇੱਕ ਚੀਜ਼ ਹੋਰ ਦੱਸਿਓ ਕਿ ਜੇਕਰ 22 ਦੇ ਵਿੱਚ ਇੱਕ ਪਾਸਾ ਇਹ ਮੰਨ ਲਈਏ ਕਿ 22 ਦੇ ਵਿੱਚ ਲੋਕ ਅਧਿਕਾਰ ਲਹਿਰ ਲੋਕਾਂ 'ਤੇ ਕਾਬਜ਼ ਨਹੀਂ ਹੋ ਸਕਦੀ, ਪਰ ਲੋਕ ਚਲੋ ਠੀਕ ਆ, ਉਸ ਹੱਦ ਤੱਕ ਸੀਟ ਦਿਵਾਉਣ ਦੇ ਵਿੱਚ ਕਾਮਯਾਬ ਨਹੀਂ ਹੋ ਸਕਦੇ, ਤਾਂ ਕੀ ਆ ਕਿ 22 ਤੋਂ ਬਾਅਦ ਬੈਠ ਜਾਾਂਗੇ, ਪਿੱਛੇ ਹੋ ਕੇ ਬੈਠ ਜਾਾਂਗੇ, ਜਾਂ ਫਿਰ ਜਿਹੜੀ ਲੜਾਈ ਆ, ਜਿਵੇਂ ਤੁਸੀਂ ਕਹਿੰਦੇ ਲੋਕਾਂ ਦੇ ਅਧਿਕਾਰਾਂ ਦੀ ਲੜਾਈ, ਇਹ ਜਾਰੀ ਰਹੂਗੀ? ਪਹਿਲੀ ਗੱਲ ਤਾਂ ਬਾਈ ਜੀ, ਜਿੰਨਾ ਕੁ ਲੋਕਾਂ ਨਾਲ ਪਿਆਰ ਮਿਲ ਰਿਹਾ, ਸਾਥ ਮਿਲ ਰਿਹਾ ਲੋਕ ਅਧਿਕਾਰ ਲਹਿਰ ਨੂੰ, ਮੈਂ ਦਾਅਵਾ ਕਰਦਾ ਕਿ ਇਹ ਨਿਜ਼ਾਮ ਬਦਲੂਗਾ। ਕਿਉਂਕਿ ਇਦੋਂ ਵਧੀਆ ਟਾਈਮ ਅੱਜ ਤੱਕ ਪੰਜਾਬ ਦੇ ਵਿੱਚ ਕਦੇ ਆਇਆ ਨਹੀਂ। 2017 ਦੇ ਵਿੱਚ ਵੀ ਲੋਕ ਠੀਕ ਆ ਜਾਗੇ ਸੀ, ਪਰ ਉਹ ਇਨਕਲਾਬ ਪੂਰੀ ਤਰ੍ਹਾਂ ਜਾਗ ਕੇ ਨਹੀਂ ਆਇਆ ਸੀ। ਅੱਜ ਲੋਕ ਜਾਗੇ ਹੋਏ ਆ। ਜਿਹੜਾ ਹੁਣ ਇਨਕਲਾਬ ਆਉਣਾ, ਕਿਉਂਕਿ ਲੋਕ ਟੋਹ ਕੇ ਤੁਰਨਗੇ, ਕੱਲੇ ਬੰਦਾ ਕਿਰਦਾਰ ਫਰੋਲ ਕੇ ਤੁਰਨਗੇ। ਤੇ ਹੁਣ ਜਦੋਂ ਕੀ ਆ, ਲੋਕਾਂ ਨੇ ਉੱਠਣਾ, ਇਹ ਮੈਂ ਯਕੀਨ ਆ, ਮੈਂ ਦਾਅਵਾ ਕਰਦਾ ਇਹ ਪੰਜਾਬ ਦੇ ਵਿੱਚ ਲੋਕਾਂ ਦੇ ਸਿਰ ਤੇ, ਕਿਉਂਕਿ ਅਸੀਂ ਲੋਕਾਂ 'ਚ ਜਾਂਦੇ ਆ, 2000 ਪਿੰਡ ਕੱਢਿਆ, ਕਿ ਲੋਕ ਹੁਣ ਨਿਜ਼ਾਮ ਬਦਲਣਗੇ। ਇਹ ਯਕੀਨ ਆ ਮੈਨੂੰ ਕਿ ਬਦਲੂਗਾ। ਜਿਵੇਂ ਤੁਸੀਂ ਕਿਹਾ ਕਿ ਹੌਸਲਾ ਦੀ ਗੱਲ, ਕਿਉਂਕਿ ਅੱਜ ਜਿੰਨਾ ਕੁ ਸਫ਼ਰ ਤੈਅ ਕਰੇ ਆਏ ਆ, ਮੈਂ ਉਹਨੂੰ ਵੱਡੀ ਕੀ ਆ ਪ੍ਰਾਪਤੀ ਗਿਣਦਾ ਲੋਕ ਅਧਿਕਾਰ ਲਹਿਰ ਦੀ। ਅੱਜ ਉਹ ਲੋਕ ਨਾਲ ਤੁਰੇ ਆ। ਮੈਂ ਕਹਿਣਾ ਵੀ ਮੈਂ ਆਪਦੇ ਕੀ ਆ ਭਾਗ ਸਮਝਦਾ ਉਹਨਾਂ ਲੋਕਾਂ ਨਾਲ ਬੈਠਣਾ, ਜਦੋਂ ਬੈਠ ਕੇ ਵਿਚਾਰਾਂ ਹੁੰਦੀਆਂ, ਹੋਰ ਹੁੰਦੀਆਂ, ਜਿਨ੍ਹਾਂ ਬੰਦਿਆਂ ਦੇ ਕਿਰਦਾਰ ਬੜੇ ਉੱਚੇ ਸੀ, ਉਹਨਾਂ ਬੰਦਿਆਂ ਨਾਲ ਕੀ ਆ ਮਿਲਣ ਦਾ ਹੀ ਸੁਭਾਗ ਪ੍ਰਾਪਤ ਹੁੰਦਾ। ਅੱਜ ਬਾਈ ਜਗਮੋਹਨ ਸਿੰਘ ਜੀ ਵਰਗੇ, ਜਿਨ੍ਹਾਂ ਬੰਦਿਆਂ ਨੇ ਕੀ ਆ ਆਪਣੇ ਨਾ ਹੋਈ 5 ਏਕੜ ਜ਼ਮੀਨ ਵੀ ਕੀ ਆ ਉਹਨਾਂ ਨੇ ਡੋਨੇਟ ਕੀਤੀ ਹੋਈ ਆ ਪਿੰਗਲਵਾੜੇ ਨੂੰ, ਚੰਡੀਗੜ੍ਹ ਦੀ ਜ਼ਮੀਨ। ਉਸ ਤੋਂ ਬਿਨਾਂ ਕੀ ਆ ਬੜੇ ਵੱਡੇ ਮਾਗੇ ਫੱਕਰ ਲੋਕ ਨੇ ਪੰਜਾਬ 'ਚ, ਬਹੁਤ ਬਾਈ ਜੀ ਬੰਦੇ ਬੈਠੇ ਆ, ਪਰ ਕਿਤੇ ਨਾ ਕਿਤੇ ਨਿਰਾਸ਼ ਹੋਏ ਬੈਠੇ ਆ, ਇਕੱਲੇ ਬੈਠੇ ਆ। ਉਹਨਾਂ ਲੋਕਾਂ ਨੂੰ ਇਕੱਠੇ ਕਰਕੇ ਪੰਜਾਬ ਨੇ ਕਿਰਦਾਰਾਂ ਨੂੰ ਹੁਣੇ ਲੜਾਈ ਵਿੱਢੀ ਆ। ਸਾਨੂੰ ਯਕੀਨ ਆ ਕਿ ਪੰਜਾਬ ਦੇ ਲੋਕ ਕਿਰਦਾਰ ਦਾ ਸਾਥ ਦੇਣਗੇ। ਹੁਣ ਚਿਹਰੇ ਮਗਰ ਨਹੀਂ ਭਟਕਣਗੇ, ਚਰਿੱਤਰ ਦੇ ਮਗਰ ਨਾਲ ਲੱਗ ਕੇ ਆਪਦੇ ਕੀ ਆ ਚੰਗੇ ਚਰਿੱਤਰ ਪੇਸ਼ ਕਰਨਗੇ, ਅੱਗੇ ਲਿਆਉਣਗੇ, ਤੇ ਨਿਜ਼ਾਮ ਬਦਲੂਗਾ। ਤੇ ਆਖਰੀ ਸੁਨੇਹਾ ਕੀ ਰਹੇਗਾ ਸਰੋਤਿਆਂ ਦੇ ਲਈ, ਲੋਕ ਅਧਿਕਾਰ ਲਹਿਰ ਨੂੰ ਜਿਹੜੇ ਪਿਆਰ ਕਰਦੇ ਆ, ਜਿਹੜੇ ਲੋਕ ਅਧਿਕਾਰ ਲਹਿਰ ਨਾਲ ਜੁੜਨਾ ਚਾਹੁੰਦੇ ਆ, ਖਾਸ ਕਰ ਬਾਈ ਜਿਹੜੇ ਰੁਪਿੰਦਰ ਜਿਹੜੇ ਪੰਜਾਬ ਨੂੰ ਬਚਾਉਣਾ ਚਾਹੁੰਦੇ ਆ, ਉਹਨਾਂ ਦੇ ਲਈ ਸੁਨੇਹਾ ਕੀ ਰਹੇਗਾ? ਮੈਂ ਸਾਰੇ ਜਿੰਨੇ ਵੀ ਮੈਂ ਕਿ ਭਰਾ ਜਿਹੜੇ ਪੰਜਾਬ ਹਿਤੈਸ਼ੀ ਹੈਗੇ ਆ, ਮੈਂ ਨਹੀਂ ਕਹਿੰਦਾ ਕਿ ਕੀ ਆ ਕਿਸੇ ਚਿਹਰੇ ਮਗਰ ਤੁਰਨਾ, ਰੁਪਿੰਦਰ ਮਗਰ ਨਹੀਂ ਤੁਰਨਾ। ਇੱਕ ਸੋਚ ਨੂੰ ਪਹਿਲਾਂ ਜਾਣੋ। ਸਾਡੇ ਨੰਬਰ ਮੈਂ ਪਹਿਲਾਂ ਦੱਸ ਹੀ ਦਿੱਤੇ ਆ।
ਉਹਨਾਂ ਨੰਬਰਾਂ 'ਤੇ ਫੋਨ ਕਰਕੇ ਪਹਿਲਾਂ ਕੀ ਆ ਤੁਸੀਂ ਸਾਡੇ ਨਾਲ ਗੱਲ ਵੀ ਕਰ ਸਕਦੇ ਹੋ, ਉਹਨੂੰ ਸਮਝੋ। ਇੱਕ ਬੇਨਤੀ ਕਰਦਾ ਕਿ ਲੋਕ ਅਧਿਕਾਰ ਲਹਿਰ ਦਾ ਇੱਕ ਪੇਜ ਚੱਲਦਾ ਫੇਸਬੁੱਕ ਦੇ ਉੱਪਰ, ਉਹਦੇ ਵਿੱਚ ਪਿੰਡਾਂ 'ਚ ਜਾ ਕੇ ਜਿਹੜੀ ਅਸੀਂ ਗੱਲਬਾਤ ਕਰਦੇ ਹਾਂ, ਕਿਉਂਕਿ ਮੈਂ ਅਕਸਰ ਦਾਅਵਾ ਕਰਦਾ ਹੁੰਦਾ ਕਿ ਸਾਨੂੰ ਪਿੰਡਾਂ ਦੇ ਬਾਦਲ ਕੈਪਟਨ ਮਾਰ ਗਏ, ਸਾਨੂੰ ਇੱਕ ਮੌਕਾ ਦੇ ਦਿਓ ਪਿੰਡ ਦੇ ਵਿੱਚ ਸੱਦ ਕੇ, ਉਦੋਂ ਬਾਅਦ ਤੁਹਾਡੇ ਪਿੰਡ 'ਚੋਂ ਜੇ ਇਹਨਾਂ ਨੇ ਬੱਸ ਵੀ ਭਰ ਲਈ ਸਾਨੂੰ ਫਿੱਟੇ ਮੂੰਹ ਕਹਿ ਦਿਓ, ਤਾਂ ਉਹ ਤੁਸੀਂ ਗੱਲਾਂ ਸੁਣ ਸਕਦੇ ਹੋ। ਅਸੀਂ ਲੋਕਾਂ ਨਾਲ ਜਿਹੜੀ ਲੋਕਾਂ ਦੇ ਢਿੱਡ ਦੀ ਗੱਲ ਜਾ ਕੇ ਕਰਦੇ ਹਾਂ, ਤਾਂ ਤੁਹਾਨੂੰ ਬੇਨਤੀ ਕਰਦਾ ਲੋਕ ਅਧਿਕਾਰ ਲਹਿਰ ਨੂੰ 28 ਤਰੀਕ ਤੋਂ ਬਾਅਦ ਵੀ ਪਿੰਡਾਂ ਦੇ ਵਿੱਚ ਬੁਲਾਇਓ, ਅਤੇ 28 ਮਈ ਨੂੰ ਪੂਰੇ ਪੰਜਾਬ ਦੇ ਵਿੱਚ ਇਹ ਬਰੋਸ਼ਰ WhatsApp 'ਤੇ ਮੰਗਾ ਕੇ ਬੇਸ਼ੱਕ ਖੜ ਕੇ ਆਪਣੀ ਫੇਸਬੁੱਕ 'ਤੇ ਵੀ ਸਾਂਝਾ ਕਰਿਓ, ਅਤੇ ਸਾਨੂੰ ਉਹ ਤਸਵੀਰ 26 ਮਈ ਤੋਂ ਪਹਿਲਾਂ ਪਹੁੰਚਦੀ ਕਰ ਦਿਓ, ਜਿਹੜੇ ਪਹਿਲਾਂ ਬੋਲੇ ਹੋਏ ਨੰਬਰ ਆ ਉਹਨਾਂ 'ਤੇ, ਅਤੇ ਪ੍ਰਣ ਪੱਤਰ ਭਰ ਕੇ ਭੇਜੋ ਸਾਨੂੰ 28 ਤਰੀਕ ਤੋਂ ਬਾਅਦ ਜਿਹੜੇ ਪ੍ਰਣ ਪੱਤਰ 'ਤੇ ਨੰਬਰ ਦਿੱਤੇ ਹੋਏ ਆ ਉਹਨਾਂ ਦੇ ਉੱਤੇ ਭੇਜਿਓ। ਅਤੇ ਬੇਨਤੀ ਆ ਸਾਰੇ ਵੀਰਾਂ ਨੂੰ ਕਿ ਜੇ ਪੰਜਾਬ ਦਾ ਭਲਾ ਲੋਚਦੇ ਹੋ ਅਤੇ ਪੰਜਾਬ ਵਸੇ ਮੈਂ ਵਸਾਂ ਦੀ ਸੋਚ ਦੇ ਨਾਲ ਸਹਿਮਤ ਹੋ ਤੁਸੀਂ, ਤਾਂ ਤੁਹਾਨੂੰ ਸਾਰੇ ਵੀਰਾਂ ਨੂੰ ਬੇਨਤੀ ਆ ਕਿ ਆਓ ਉੱਠ ਕੇ ਆਪਾਂ ਕੀ ਆ ਲੜਾਈ ਲੜੀਏ। ਨਹੀਂ ਲੜ ਸਕਦੇ ਲਿਖੋ, ਸੋਸ਼ਲ ਮੀਡੀਆ 'ਤੇ ਕਮੈਂਟ ਕਰੋ, ਉਹ ਵੀ ਸਾਨੂੰ ਹੌਸਲਾ ਦਿੰਦੇ ਆ ਲੜਾਈ ਲੜਨ ਦਾ। ਨਹੀਂ ਲਿਖ ਸਕਦੇ, ਥੋੜ੍ਹਾ ਬਹੁਤਾ ਜਿੰਨਾ ਕੁ ਬੋਲ ਸਕਦੇ ਹੋ ਉਹ 28 ਤਰੀਕ ਨੂੰ ਬੋਲਿਓ, ਲੜੋ ਲਿਖੋ ਬੋਲੋ। ਜੇ ਲੜ ਲਿਖ ਨਹੀਂ ਬੋਲ ਸਕਦੇ ਤਾਂ ਹੱਥ ਬੰਨ੍ਹ ਕੇ ਬੇਨਤੀ ਆ ਲੱਤਾਂ ਨਾ ਖਿੱਚਿਓ। ਇੰਨੀਆਂ ਕੁ ਬੇਨਤੀਆਂ ਕਰਦਾ ਮੈਂ ਫਤਿਹ ਅਰਜ਼ ਕਰਦਾ। ਅੱਛਾ, ਇੱਕ ਸਵਾਲ ਮੇਰਾ ਰਹਿ ਗਿਆ, ਤੁਸੀਂ ਪਿੰਡਾਂ ਦੇ ਕੈਪਟਨ ਬਾਦਲ ਦੀ ਗੱਲ ਕਰੀ ਆ, ਫਿਰ ਜਦੋਂ ਪਿੰਡਾਂ ਦੇ ਵਿੱਚ ਜਾਂਦੇ ਹੋ ਤਾਂ ਪਿੰਡਾਂ ਦੇ ਕੈਪਟਨ ਬਾਦਲ ਸੁਣਨ ਆਉਂਦੇ ਆ, ਉਹਨਾਂ ਨੂੰ ਵੀ ਆਖਦੇ ਹੋ ਕੁਛ, ਉਹ ਤਾਂ ਸੁਣਨ ਤਾਂ ਜ਼ਰੂਰ ਆਉਂਦੇ ਹੋਣਗੇ। ਬਾਈ ਜੀ ਸੁਣਨ ਆਉਂਦੇ ਆ, ਮੈਂ ਬੜੀ ਇੰਟਰਸਟਿੰਗ ਗੱਲ ਇੱਕ ਸਾਂਝੀ ਕਰਦਾ ਤੁਹਾਡੇ ਨਾਲ। ਅਸੀਂ ਪਿੰਡਾਂ 'ਚ ਜਾਂਦੇ ਹਾਂ, ਇੱਕ ਪਿੰਡ ਦੇ ਵਿੱਚ ਕੀ ਵਾਪਰਿਆ ਸਾਡੇ ਨਾਲ ਕਿ ਲੋਕ ਬੈਠੇ ਸੀ, ਇੱਕ ਬੜਾ ਵੱਡਾ ਕੱਦ ਦਾ ਬੰਦਾ, ਇੱਕ ਅਕਾਲੀ ਬੰਦਾ ਵਿੱਚ ਬੈਠਾ, ਉਹ ਗੱਲਾਂ ਦਾ ਸਵਾਦ ਲਈ ਗਿਆ, ਮੇਰੀਆਂ ਦਾ ਸਵਾਦ ਲਈ ਗਿਆ ਤਾਂ ਅਖੀਰ ਦੇ ਵਿੱਚ ਜਦੋਂ ਅਸੀਂ ਫੋਟੋ ਕਰਦੇ ਹਾਂ ਅਸੀਂ ਗੱਲ ਪੁੱਛਦੇ ਉਹਨਾਂ ਵੀ ਕਿੰਨੇ ਲੋਕ ਕਿਸੇ ਸਿਆਸੀ ਬੰਦੇ ਦੇ ਜਾਂ ਸਿਆਸੀ ਧਿਰ ਤੇ ਆਸ ਕਰਦੇ ਹੋ ਵੀ ਪੰਜਾਬ ਬਚਾਊ, ਜੇ ਤੁਹਾਨੂੰ ਨਹੀਂ ਆਸ ਤਾਂ ਬਾਂਹ ਖੜੀ ਕਰੋ। ਤਾਂ ਪੂਰੇ ਪਿੰਡ ਨੇ ਬਾਂਹ ਚੱਕ ਲਈ, ਇੱਕ ਬੰਦੇ ਦੀ ਬਾਂਹ ਥੱਲੇ ਸੀ, ਜਿਹੜੇ ਬੰਦੇ ਨੇ ਚੇਅਰਮੈਨੀਆਂ ਦਾ ਸੁੱਖ ਲਿਆ ਸੀ, ਤਾਂ ਉਹ ਬੰਦੇ ਨੇ ਬਾਂਹ ਨਹੀਂ ਚੱਕੀ। ਉਦੋਂ ਬਾਅਦ ਮੇਰੇ ਨਾਲ ਜਿਹੜੇ ਦੋਸਤ ਸੀ ਉਹ ਸਨੈਪ ਕਰਨ ਲੱਗੇ, ਮੈਂ ਵੀ ਸਨੈਪ ਨਾ ਕਰਿਓ, ਮੈਂ ਕਿਹਾ ਵੀ ਐਂ ਕਰੋ ਜਿਹੜੇ ਬੰਦੇ ਕੀ ਆ ਕਿਸੇ ਨੂੰ ਆਸ ਨਹੀਂ ਰਹੀ ਹੋਣਾ ਉਹ ਇੱਕ ਪਾਸੇ ਆ ਜਾਓ, ਇੱਧਰਲੇ ਪਾਸੇ ਜਿਹਨਾਂ ਨੂੰ ਉਹਨਾਂ ਦੇ ਆਸ ਆ ਉਹ ਇੱਕ ਪਾਸੇ ਖੜ੍ਹ ਜਾਓ। ਤਾਂ ਉਹ ਇਕੱਲਾ ਬੰਦਾ ਬੈਠਾ ਰਹਿ ਗਿਆ ਬਾਈ ਜੀ। ਅੱਛਾ ਜੀ, ਮੈਂ ਕਹਿਣਾ ਤੁਸੀਂ ਸੋਚ ਕੇ ਦੇਖੋ, ਜਦੋਂ ਸਾਰੇ ਲੋਕ ਇੱਕ ਪਾਸੇ ਖੜ੍ਹ ਗਏ ਤਾਂ ਉਹ ਬੰਦੇ ਨੇ ਕੰਨ 'ਤੇ ਫੋਨ ਲਾਇਆ, ਬਨੋਟੀ ਜਿਵੇਂ ਆਪਾਂ ਐਕਟਿੰਗ ਕਰਦੇ ਹੁੰਦੇ, ਤਾਂ ਇੱਕ ਵਿੱਚ ਖੜੇ ਕੀ ਆ ਮੇਰੇ ਭਰਾ ਨੇ ਫੋਨ ਲਾਇਆ, ਉਹਨੂੰ ਦੀ ਬੈਲ ਵੱਜ ਗਈ। ਤਾਂ ਇੰਨੀ ਕੁ ਇਨਸਲਟ ਹੋਈ ਉਹ ਬੰਦੇ ਦੀ। ਮੈਂ ਕਹਿਣਾ ਵੀ ਇਹਨਾਂ ਬਾਦਲ ਕੈਪਟਨਾਂ ਦੀ ਪਿੰਡਾਂ ਦੇ ਵਿੱਚ ਉਹ ਟਾਪ ਲੋਕ ਹੀ ਲਵਾ ਦੇਣਗੇ, ਤਾਂ ਉਹ ਬਦਲਣਗੇ। ਅਤੇ ਮੈਂ ਕਹਿਣਾ ਵੀ ਅਸੀਂ ਜਾਂਦੇ ਹਾਂ ਪਿੰਡਾਂ 'ਚ ਬਾਦਲ ਕੈਪਟਨ ਜਿਹੜੇ ਹੁੰਦੇ ਆ, ਦੇਖੋ ਬਾਦਲ ਕੈਪਟਨ ਜਿਹੜੇ ਹੈਗੇ ਆ, ਮੈਂ ਬੇਨਤੀ ਕਰਦਾ ਇੱਕ ਬਹੁਤ ਇੰਪੋਰਟੈਂਟ ਗੱਲ ਜਿਹੜੀ ਮੈਂ ਕਹਿਣੀ ਚਾਹਣਾ, ਉਹਨਾਂ ਲੋਕਾਂ ਨੇ ਵੀ ਆਪਦੇ ਘਰ ਉਜਾੜ ਲਏ, ਜਿਹੜੇ ਪਿੰਡਾਂ 'ਚ ਚੰਗੇ ਘਰ ਸੀਗੇ ਜਿਨ੍ਹਾਂ ਨੇ ਉਹਨਾਂ ਦੀ ਸਾਰੀ ਉਮਰ ਪੂਛ ਨਹੀਂ ਛੱਡੀ, ਉਹ ਲੋਕ ਬਾਈ ਜੀ ਅੱਜ ਦੇ ਧੀਆਂ ਪੁੱਤਾਂ ਨੂੰ ਬਾਹਰ ਭੇਜੀ ਜਾਂਦੇ ਆ ਅਤੇ ਉੱਥੇ ਜਾ ਕੇ ਦਿਹਾੜੀਆਂ ਕਰਨ ਵਾਸਤੇ ਮਜਬੂਰ ਨੇ। ਸਾਨੂੰ ਗੁਰਬਾਣੀ ਨੇ ਇੱਕ ਸੇਧ ਦਿੱਤੀ ਆ, ਗੁਰਬਾਣੀ ਕਹਿੰਦੀ ਆ ਕੂੜ ਬੋਲੇ ਮਰਦਾਰ ਖਾਏ, ਅਵਰੀ ਕੋ ਸਮਝਾਵਣ ਜਾਏ, ਮੁੱਠਾ ਆਪ ਮੁਹਾਏ ਸੱਥ ਹੈ, ਨਾਨਕ ਐਸਾ ਆਗੂ ਜਾਪੇ। ਜਿਹੜਾ ਬੰਦਾ ਲੋਕਾਂ ਨੂੰ ਖੜ ਕੇ ਮੈਂ ਕਿ ਝੂਠ ਬੋਲਦਾ ਨਾ ਲੋਕਾਂ ਦੀ ਕਚਹਿਰੀ 'ਚ, ਉਹ ਬੰਦਾ ਆਪ ਵੀ ਠੱਗਿਆ ਜਾਂਦਾ ਅਤੇ ਲੋਕਾਂ ਨੂੰ ਵੀ ਠਗਾਉਂਦਾ, ਉਹ ਲੋਕ ਖੁਦ ਵੀ ਠੱਗੇ ਗਏ ਆ। ਮੈਂ ਬੇਨਤੀ ਕਰਦਾ ਉਹਨਾਂ ਵੀਰਾਂ ਨੂੰ, ਮੈਂ ਬਾਦਲ ਕੈਪਟਨ ਕਹਿ ਦੇਣਾ ਕਿ ਉਹਨਾਂ ਨੂੰ ਚੁੱਭਦੇ ਆ ਸ਼ਬਦ, ਪਰ ਬੇਨਤੀ ਕਰਦਾ ਕਿ ਤੁਸੀਂ ਵੀ ਕੁਝ ਨਹੀਂ ਖੱਟਿਆ, ਠੀਕ ਹੈ ਨਾ। ਸਿਆਸਤ ਦੀ ਖੇਡ ਤੁਸੀਂ ਵੀ ਖੇਡੀ ਆ, ਤੁਸੀਂ ਵੀ ਹਾਰ ਗਏ। ਅੱਜ ਧੀਆਂ ਪੁੱਤ ਤੁਸੀਂ ਵੀ ਬਾਹਰਲੇ ਮੁਲਕਾਂ 'ਚ ਭੇਜੀ ਜਾਂਦੇ ਹੋ, ਨਹੀਂ ਭੇਜਦੇ ਤਾਂ ਚੰਗੇ ਜਿਹੜੇ ਸਹਿਬੇ ਜਾਇਦਾਦ ਬੰਦੇ ਆ ਅਕਾਲੀ ਕਾਂਗਰਸੀਆਂ ਮਗਰਾ, ਉਹਨਾਂ ਦੇ ਪੁੱਤ ਵੀ ਚਿੱਟੇ 'ਤੇ ਲੱਗੀ ਜਾਂਦੇ ਆ। ਤਾਂ ਜੇ ਤੁਸੀਂ ਉਹ ਗੱਲ ਮਹਿਸੂਸ ਕਰਦੇ ਹੋ, ਪਿਛਲੇ ਸਮੇਂ 'ਚ ਬਾਈ ਜੀ ਬਹੁਤ ਚੰਗੇ ਜਿਹੜੇ ਮੈਂ ਕਿ ਜਿਹਨ ਵਾਲੇ ਲੋਕ ਸੀ ਜਿਹੜੇ ਅਕਾਲੀ ਕਾਂਗਰਸ 'ਚ ਤੁਰੇ ਵੀ ਫਿਰੇ ਆ, ਉਹ ਬੰਦੇ ਖੁਦ ਬਾਈ ਜੀ ਕੀ ਆ ਫੋਨ ਕਰਦੇ ਆ, ਫੋਨ ਕਰਕੇ ਕਹਿੰਦੇ ਕਿ ਬਾਈ ਜੀ ਅੱਜ ਤੋਂ ਬਾਅਦ ਅਸੀਂ ਤੁਹਾਡੇ ਨਾਲ ਆ। ਦਿਲ ਨੂੰ ਸੱਟ ਲੱਗੀ ਤੁਹਾਡੀ ਗੱਲ ਸੁਣ ਕੇ ਕਿ ਵਾਕਈ ਪੁੱਤ ਬਾਹਰ ਭੇਜਦੇ ਤੇ ਇੱਥੇ ਜੂਨ ਕੁਝ ਨਹੀਂ ਰੁਲਦੇ ਫਿਰਦੇ ਆ ਅਤੇ ਪੁੱਤ ਦਿਹਾੜੀਆਂ ਕਰਦੇ ਫਿਰਦੇ ਆ। ਤਾਂ ਉਹਨਾਂ ਬਾਦਲ ਕੈਪਟਨ ਜਿਹੜੇ ਹੈਗੇ ਆ, ਠੀਕ ਆ ਕਿ ਮੇਰੇ ਸ਼ਬਦ ਕਾਡੇ ਜ਼ਰੂਰ ਕਈ ਵਾਰ ਲੱਗ ਜਾਂਦੇ ਆ, ਮੈਂ ਮਾਫੀ ਵੀ ਚਾਹੁੰਦਾ ਤੁਹਾਡੇ ਤੋਂ, ਪਰ ਉਹ ਗੱਲਾਂ ਕਰਨੀਆਂ ਬਹੁਤ ਜ਼ਰੂਰੀ ਆ ਕਿਉਂਕਿ ਤੁਹਾਡਾ ਜ਼ਮੀਰ ਨੂੰ ਹਲੂਣਾ ਕੀ ਆ ਮਾਰਨਾ ਪੈਣਾ। ਅਤੇ ਤੁਹਾਨੂੰ ਬੇਨਤੀ ਹੈ ਕਿ ਤੁਸੀਂ ਆਪਣੇ ਆਪ ਕੀ ਆ ਲੋਕ ਅਧਿਕਾਰ ਲਹਿਰ ਨਾਲ ਜੁੜ ਕੇ ਹੁਣ ਆਪਣੇ ਧੀਆਂ ਪੁੱਤਾਂ ਦੇ ਸਕੇ ਹੋਵੋ। ਬਾਈ ਜੀ ਤੁਸੀਂ ਸਮੇਂ 'ਚ ਸਮਾਂ ਦਿੱਤਾ, ਤੁਹਾਡਾ ਬਹੁਤ ਬਹੁਤ ਧੰਨਵਾਦ। ਬਹੁਤ ਬਹੁਤ ਧੰਨਵਾਦ ਜੀ। ਸੋ ਮੇਰੇ ਨਾਲ ਲੋਕ ਅਧਿਕਾਰ ਲਹਿਰ ਤੋਂ ਰੁਪਿੰਦਰ ਬਾਈ ਸੀ। ਅਸੀਂ ਅਕਸਰ ਕੋਸ਼ਿਸ਼ ਕਰਦੇ ਹੁੰਦੇ ਹਾਂ ਕਿ ਉਹਨਾਂ ਨੌਜਵਾਨਾਂ ਨੂੰ, ਉਹਨਾਂ ਲਹਿਰਾਂ ਨੂੰ, ਉਹਨਾਂ ਸੰਗਠਨਾਂ ਨੂੰ ਤੁਹਾਡੇ ਰੂਬਰੂ ਜ਼ਰੂਰ ਕੀਤਾ ਜਾਵੇ। ਚਾਹੇ ਕੋਈ ਨੌਜਵਾਨ ਜਿਹੜਾ ਪਿੰਡਾਂ ਦੇ ਵਿੱਚ ਹੋਕੇ ਦਿੰਦਾ ਫਿਰਦਾ ਹੈ ਕਿ ਭਾਈ ਪੰਜਾਬ ਬਚਾ ਲਓ, ਸਾਨੂੰ ਲੀਡਰਾਂ ਨੇ ਹਾਲੇ ਤੱਕ ਕੁਛ ਨਹੀਂ ਦਿੱਤਾ, ਚਾਹੇ ਪਿੰਡਾਂ ਦੇ ਵਿੱਚ ਜਾ ਕੇ ਸੱਥਾਂ ਦੇ ਵਿੱਚ ਜਾ ਕੇ ਬੋਲਦੇ ਆ, ਇੱਦਾਂ ਦੇ ਲੋਕਾਂ ਨੂੰ ਤੁਹਾਡੇ ਰੂਬਰੂ ਜ਼ਰੂਰ ਕਰਦੇ ਆ ਕਿਉਂਕਿ ਪੰਜਾਬ ਨੂੰ ਅੱਜ ਜ਼ਰੂਰਤ ਹੈ ਇੱਕ ਚੰਗੀ ਰਾਜਨੀਤੀ ਦੀ। ਜਿੱਦਾਂ ਬਾਈ ਜੀ ਨੇ ਦੱਸਿਆ ਕਿ ਰਾਜਨੀਤੀ ਗੰਦੀ ਨਹੀਂ ਆ, ਰਾਜਨੀਤੀ ਗੰਧਲੀ ਨਹੀਂ, ਗੰਧਲਾ ਕਰਨ ਵਾਲੇ ਉਹ ਲੋਕ ਆ ਕਿਉਂਕਿ ਲੋਕ ਗੰਦੇ ਦੇ ਵਿੱਚ ਜਿਹੜੇ ਆ ਰਲੇ ਹੋਏ ਆ ਜਿਨ੍ਹਾਂ ਨੇ ਰਾਜਨੀਤੀ ਨੂੰ ਗੰਦਾ ਕੀਤਾ। ਸੋ ਪੰਜਾਬ ਜਿਹੜਾ ਆ ਇੱਕ ਬਦਲ ਜ਼ਰੂਰ ਚਾਹੁੰਦਾ ਹੈ। ਸੋ ਇੱਦਾਂ ਦੀਆਂ ਮੁਲਾਕਾਤਾਂ ਲੈ ਕੇ ਅੱਗੇ ਵੀ ਹਾਜ਼ਰ ਹੁੰਦੇ ਰਹਾਂਗੇ। ਹੁਣ ਆਪਣੇ ਦੋਸਤ ਜਸ ਗਰੇਵਾਲ ਦਿਓ ਇਜਾਜ਼ਤ, ਦੇਖਦੇ ਰਹੋ RMB ਟੈਲੀਵਿਜ਼ਨ। ਧੰਨਵਾਦ ਜੀ।